ਸ਼ਬਦ ਦੀ ਵਿਚਾਰਦਾ ਅਸੀਂ ਕਈ ਸਾਲਾਂ ਤੋਂ ਕਰ ਰਹੇ ਹਾਂ। ਇਹ ਵਾਲੀ ਜਿਹੜੀ ਵਿਚਾਰ ਅਸੀਂ ਜਿਸ ਨੂੰ ਵਿਚਾਰ ਸਮਝ ਰਹੇ ਹਾਂ, ਅਸੀਂ ਵਿਚਾਰ ਕਰ ਰਹੇ ਹਾਂ, ਪਰ ਨਿਰਭਉ ਤਾਂ ਹੋਏ ਨਹੀਂ, ਤਾਂ ਉਹ ਨਾਮ ਦਾ ਭੇਦ ਪਤਾ ਚੱਲਦਾ ਹੈ। ਐਵੇਂ ਗਰੁੱਪ ਵਿੱਚ 400 ਦੀ ਭੀੜ ਵਿੱਚ ਕੋਈ ਉੱਥੇ ਸਵਾਲ ਦੀ ਗੁੰਜਾਇਸ਼ ਨਹੀਂ ਹੁੰਦੀ, ਉਹ ਫਿਰ ਭੇਦ ਨਹੀਂ ਮਿਲ ਪਾਉਂਦਾ। ਗੁਰੂ ਤੋਂ ਬਿਨਾਂ ਨਹੀਂ ਹੁੰਦਾ। ਗੁਰੂ ਨਹੀਂ, ਇਸੇ ਲਫ਼ਜ਼ ਤੇ ਗੁਰ ਹੈ। ਗੁਰ ਮਤਲਬ ਗਿਆਨ, ਗੁਰ ਗਿਆਨ। ਹਾਂ, ਗਿਆਨ ਤੋਂ ਬਿਨਾਂ ਸੂਝੀ ਨਹੀਂ ਆਉਂਦੀ। ਜਿੰਨਾ ਮਰਜ਼ੀ ਤੁਸੀਂ ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਰਾਮ ਰਾਮ ਕਰੀ ਜਾਓ, ਕੁਛ ਹੋਰ ਸ਼ਬਦ ਜਪੀ ਜਾਓ, ਉਸ ਤਰ੍ਹਾਂ ਨਹੀਂ ਹੈ। ਗਿਆਨ ਦੀ ਕਿਰਪਾ ਦੁਆਰਾ ਹੀ ਹੋਣੀ ਹੈ। ਮਤਲਬ ਨੌਲੇਜ ਲੈਣੀ ਪੈਣੀ ਹੈ, ਗਿਆਨ ਲੈਣਾ ਪੈਣਾ, ਤੱਤ ਲੈਣਾ ਪੈਣਾ, ਹਾਂ ਸੂਝੀ ਆਊਗੀ। तो आप एक दासत्व भाव के अंदर आ गए। फिर धीरे धीरे गुरु पिता ने आपकी तरफ जैसे जैसे नजर करनी शुरू की, आपके अंदर दास भाव पैदा होने लग गया। यानी एक डेफिनेशन के तौर पे हम अगर इसे देखें, पहले सेवक हुआ, फिर वो दास होगा, फिर वो भगत होगा। यानी जब उसका दास भाव पूरा परिपक्व हो गया, उसके बाद ही वो भगत रूप में आएगा। सेवक की डेफिनेशन बताइए। आप कथा करने लग गए, आप मेरे को सेवक की डेफिनेशन बताओ, फिर दास की डेफिनेशन बताओ, फिर आप क्लियर हो जाओगे। वीर जी, यहाँ तो मैं इतनी गहराई में नहीं जा पाऊंगी, क्योंकि फिलहाल तो हाँ। कोई गल नहीं। ਇੱਥੇ ਗੁਰੂ ਪਾਤਸ਼ਾਹ ਕਲੀਅਰ ਕਰ ਰਹੇ ਨੇ, ਇੱਕ ਦਾ ਸੇਵਕ ਬਣਨਾ ਉਹ ਕਿਹੜਾ ਹੈ, ਜਿੰਨੀ ਸਾਜੀ ਤਿੰਨੇ ਫੁਨ ਗੋਈ, ਐਸੇ ਦਾ ਬਣਦਾ। ਜੀ ਅੱਗੇ ਕਹਿ ਰਹੇ ਨੇ, ਤਿਸ ਬਿਨ ਦੂਜਾ ਅਵਰ ਨਾ ਕੋਈ। मैं ठाकुर से थोड़ा फोकस करना चाहना। जिसे ठाकुर मक के नीचे औंकड़ आ जाता है, वो गॉड परमात्मा वास्ते एड्रेस्ड है। ये तो सिंपल ठाकर है, वो पत्थर वास्ते एड्रेस्ड है, गुरु ग्रंथ साहिब। अच्छा, नहीं उत्थे पहले दो अखर गुरु गुरु है ना ताया जी। ਹਾਂ ਗੁਰੂ 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 ਦੀ ਮੈਂ ਦੱਸਿਆ ਨਾ ਵੀ ਜਿਹੜੀ ਬਾਣੀ ਸਿੱਧੀ ਆਉਂਦੀ ਆ, ਉਹ ਗੁਰੂ ਦੀ ਬਾਣੀ ਹੁੰਦੀ ਆ। ਉਹ ਗੁਰੂ ਪਰਮੇਸ਼ਰ ਵਾਸਤੇ ਵਰਤਿਆ ਗਿਆ, ਓਨਲੀ ਗੁਰੂ ਪਰਮੇਸ਼ਰ ਵਾਸਤੇ ਵਰਤਿਆ ਗਿਆ। ਮੁਹਿੰਮ ਆਪਣਾ ਅਮਰ ਆਨੰਦ ਦੇ ਜ਼ੂਮ ਮੀਟਿੰਗ 'ਚ ਜੀ ਆਇਆਂ ਨੂੰ ਕਹਿੰਦੇ ਆ ਸਾਰੇ ਜਿਹੜੇ ਵੀ ਸਾਡੇ ਨਾਲ ਜ਼ੂਮ ਤੇ ਲਾਈਵ ਜੁੜੇ ਨੇ, ਤੇ ਜਿਹੜੇ ਸਾਨੂੰ YouTube ਤੇ ਦੇਖਣਗੇ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਆ। ਤੇ ਇਹ ਮੁਹਿੰਮ ਜਿਵੇਂ ਅਸੀਂ ਹਰ ਵਾਰੀ ਦੱਸ ਰਹੇ, ਮੁਹਿੰਮ ਐਸੀ ਬਾਣੀ ਜਿਹੜੀ ਘੱਟ ਪ੍ਰਚਲਿਤ ਹੈ। ਘੱਟ ਪ੍ਰਚਲਿਤ ਮਤਲਬ ਸਾਨੂੰ ਬਹੁਤ ਜ਼ਿਆਦਾ ਹੁਕਮਨਾਮਿਆਂ 'ਚ ਨਹੀਂ ਆਈ, ਸਾਨੂੰ ਕਥਾ 'ਚ ਨਹੀਂ ਸੁਣਾਈ ਦਿੱਤੀ, ਸਾਨੂੰ ਕੀਰਤਨੀ ਜਥਿਆਂ ਨੇ ਨਹੀਂ ਸੁਣਾਈ, ਸਾਨੂੰ ਕੁਝ ਖਾਸ ਕਿਸਮ ਦੀਆਂ ਬਾਣੀਆਂ ਜਿਹੜੀਆਂ ਰਾਗੀ ਜਥਿਆਂ ਨੇ ਯਾਦ ਕੀਤੀਆਂ ਹੁੰਦੇ, ਬਸ ਉਹੀ 40-50 ਸ਼ਬਦ ਸਾਨੂੰ ਯਾਦ ਕਰਾਤੇ ਨੇ। ਜਦੋਂ ਸਾਡਾ ਗੁਰੂ, ਅਸੀਂ ਗ੍ਰੰਥ ਨੂੰ ਗੁਰੂ ਕਹਿੰਦੇ ਆ, ਫਿਰ ਸਾਨੂੰ ਇਹ ਸਮਝਣਾ ਚਾਹੀਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੀ ਬਾਣੀ ਪਹਿਲੇ ਅੰਕ ਤੋਂ ਲੈ ਕੇ ਆਖਿਰ ਅੰਕ ਤੱਕ ਦਰਜ ਹੈ, ਉਹ ਸਾਡੇ ਵਾਸਤੇ ਗੁਰੂ ਦੀ ਉਪਾਧੀ ਹੈ, ਗੁਰੂ ਹੈ ਸਾਡਾ ਉਹ। ਤੇ ਅਸੀਂ ਉਹਨਾਂ ਨੂੰ ਵੀ ਸਰਵਣ ਕਰੀਏ। ਐਸੀ ਗੁਰਬਾਣੀ ਜਿਹੜੀ ਸਾਨੂੰ ਝੰਜੋੜਦੀ ਹੈ, ਜਿਹੜੀ ਸਾਨੂੰ ਠੋਕਰ ਦਿੰਦੀ ਹੈ, ਜਿਹੜੀ ਸਾਨੂੰ ਸੋਚਣ ਤੇ ਮਜਬੂਰ ਕਰ ਦਿੰਦੀ ਹੈ ਵੀ ਤੁਸੀਂ ਜਿਹੜਾ ਸੰਦੇਸ਼ ਹੈ ਗੁਰੂ ਸਾਹਿਬ ਦਾ ਉਹ ਪ੍ਰੋਪਰ ਨਹੀਂ ਲਿਆ। ਕਹਿਣ ਦਾ ਮਤਲਬ ਇਹ ਹੈ ਵੀ ਅਸੀਂ ਇੱਥੇ ਮੁਹਿੰਮ ਦੇ ਵਿੱਚ ਅਸੀਂ ਇਹ ਪਹਿਲਾ ਸਾਡਾ ਮਿਸ਼ਨ ਹੈਗਾ ਵੀ ਅਸੀਂ ਗੁਰਬਾਣੀ ਦੀ ਸਾਂਝ ਕਰੀਏ ਇੱਕ ਦੂਜੇ ਦੇ ਨਾਲ, ਤਾਂ ਕਿ ਜਿਹੜਾ ਤੁਸੀਂ ਸਾਡੀ ਮੁਹਿੰਮ ਦਾ ਪੋਸਟਰ ਦੇਖਿਆ ਹੈ ਉਹਦੇ ਵਿੱਚ ਵੀ ਅਸੀਂ ਮੈਂਸ਼ਨ ਕਰਨ ਦੀ ਗੱਲ ਕੋਸ਼ਿਸ਼ ਕੀਤੀ ਹੈ ਵੀ ਇਹ ਇੱਕ ਐਸਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇੱਕ ਐਸੀ ਸਾਡੇ ਕੋਲ ਸਹਾਈ ਹੋਣ ਵਾਲੀ ਵਸਤੂ ਹੈ ਜਿਹੜੀ ਅਸੀਂ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਕੋਰਸ ਸਾਨੂੰ ਕਰਾਉਂਦੀ ਹੈ। ਸੋ ਸਾਡੀ ਜਿਹੜੀ ਇਸ ਮੁਹਿੰਮ ਦੀ ਜਿਹੜੀ ਟੋਟਲ ਜਿਹੜੀ ਕਨਸੈਪਟ ਦੀ ਜਿਹੜੀ ਵੀਡੀਓ ਬਣਾ ਕੇ ਅਸੀਂ ਹਰ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਅਸੀਂ ਪਾ ਦਿੰਦੇ ਹਾਂ, ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸਾਡਾ ਉਹ ਲਿੰਕ ਪਿਆ ਹੁੰਦਾ। ਸਾਰਿਆਂ ਨੂੰ ਰਿਕੁਐਸਟ ਕਰਦਾ, ਬੇਨਤੀ ਕਰਦਾ ਵੀ ਇੱਕ ਵਾਰੀ ਤੁਸੀਂ ਉੱਥੇ ਜਾ ਕੇ ਇਸ ਮੁਹਿੰਮ ਦਾ ਮੰਤਵ ਕੀ ਹੈ ਇੱਕ ਵਾਰ ਜ਼ਰੂਰ, ਉਹ 10-12 ਮਿੰਟ ਦੀ ਹੈਗੀ, ਤੁਸੀਂ ਉਹ ਜ਼ਰੂਰ ਦੇਖੋ। ਜਿਹੜੇ ਵੀ ਸਾਡੇ ਨਾਲ ਨਵੇਂ ਜੁੜੇ ਨੇ ਉਹਨਾਂ ਨੂੰ ਰਿਕੁਐਸਟ ਹੈ, ਤੇ ਜਿਹੜੇ ਸਾਨੂੰ YouTube ਤੇ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕੁਐਸਟ ਹੈ ਕਿ ਵੀ ਇੱਕ ਵਾਰੀ, ਕਿਉਂਕਿ ਤੁਹਾਨੂੰ ਮੁਹਿੰਮ ਦਾ ਮਿਸ਼ਨ ਦਾ ਜਿਹੜਾ ਮੰਤਵ ਹੈ ਉਹ ਕਲੀਅਰ ਹੋ ਜਾਏਗਾ ਵੀ ਅਸੀਂ ਕੀ ਕਰ ਰਹੇ ਹਾਂ। ਸੋ ਉਹਦਾ ਇੱਕ ਛੋਟਾ ਜਿਹਾ ਪਾਰਟ ਅਸੀਂ ਇੱਥੇ ਡਿਸਪਲੇ ਵੀ ਕਰਨ ਲੱਗਾ ਮੈਂ, ਉਹ 2 ਮਿੰਟ ਦਾ ਹੈਗਾ। ਜਿਹੜੇ ਵੀ ਸਾਡੇ ਨਾਲ ਲਾਈਵ ਜੁੜੇ ਨੇ ਕਾਈਂਡਲੀ ਉਹ ਬੇਅਰ ਕਰਨ। ਤੇ ਬੇਸਿਕ ਇਹਦੇ ਦੱਸ ਦੇਣਾ, ਪਹਿਲੇ ਸਾਡਾ ਹੈ ਗੁਰਬਾਣੀ, ਗੁਰਬਾਣੀ ਤੋਂ ਅੱਗੇ ਫਿਰ ਅਸੀਂ ਮੇਨ ਦੱਸਦੇ ਹਾਂ ਵੀ ਸਾਨੂੰ ਪੰਜਾਬੀ ਜਿਹੜੀ ਸਾਡੀ ਮਾਂ ਬੋਲੀ ਅਸੀਂ ਕਹਿੰਦੇ ਹਾਂ ਵੀ ਪੰਜਾਬੀ ਸਾਨੂੰ ਕਿਉਂ ਜ਼ਰੂਰਤ ਹੈ, ਉਹਦੀ ਇੰਪੋਰਟੈਂਸ ਦੀ ਅਸੀਂ ਗੱਲ ਕਰਦੇ ਹਾਂ। ਇੱਕ ਪੰਜਾਬੀ ਦੀ ਵੀ ਅਸੀਂ ਪਬਲਿਸਿਟੀ ਕਰਦੇ ਹਾਂ, ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪੰਜਾਬੀ ਕਿਉਂ ਜ਼ਰੂਰੀ ਹੈ। ਤੇ ਥਰਡ ਅਸੀਂ ਜਿਹੜਾ ਦੇਖ ਰਹੇ ਹਾਂ ਸਾਡੇ ਕਮਿਊਨਿਟੀ ਦੇ ਵਿੱਚ, ਸਾਡੇ ਲੋਕਾਂ ਦੇ ਵਿੱਚ ਜਿਹੜਾ
ਰੁਜ਼ਗਾਰ ਦੀ ਜਿਹੜੀ ਇੱਕ ਘਾਟ ਮਹਿਸੂਸ ਹੋ ਰਹੀ ਹੈ, ਉਹਦੀ ਕਿਤੇ ਨਾ ਕਿਤੇ ਅਸੀਂ ਪਲੈਨਿੰਗ ਅਸੀਂ ਇਹਦੇ ਵਿੱਚ ਕੀਤੀ ਹੈ ਵੀ ਐਸਾ ਪਲਾਨ, ਅਸੀਂ ਐਸਾ ਸਿਸਟਮ ਇਹਦੇ ਵਿੱਚ ਡਿਵੈਲਪ ਕੀਤਾ ਹੈ ਜਿਹਦੇ ਵਿੱਚ ਅਸੀਂ ਸਾਡੇ ਵੀਰਾਂ ਭੈਣਾਂ ਦਾ ਰੁਜ਼ਗਾਰ ਦਾ ਮਸਲਾ ਜਿਹੜਾ ਹੈਗਾ ਉਹ ਐਡਰੈਸ ਕਰ ਸਕੀਏ। ਮਕਸਦ ਕਹਿੰਦਾ ਹੈ ਵੀ ਸਾਡੇ ਕੋਵਿਡ ਤੋਂ ਬਾਅਦ ਇੱਥੇ ਦੇਖਣ ਨੂੰ ਆਉਂਦਾ ਵੀ ਬਹੁਤਾਤ ਲੋਕਾਂ ਨੇ ਲੰਗਰ ਲਗਾਏ, ਖਾਸ ਕਰ ਦੇਖਣ ਨੂੰ ਆਇਆ ਵੀ ਅਸੀਂ ਜਿਨ੍ਹਾਂ ਨੂੰ ਫਾਈਨੈਂਸ਼ੀਅਲ ਪ੍ਰੋਬਲਮਸ ਆਈਆਂ, ਕਿਸੇ ਨੂੰ ਦਵਾਈ ਦੀ ਲੋੜ ਸੀ, ਕਿਸੇ ਨੂੰ ਪੜ੍ਹਾਈ ਦੀ ਲੋੜ ਸੀਗੀ, ਉਹ ਸਾਰੇ ਸਿਸਟਮ ਚੱਲ ਪਏ। ਪਰ ਅਸੀਂ ਕਿਤੇ ਨਾ ਕਿਤੇ ਥੋੜਾ ਜਿਹਾ ਧਿਆਨ ਨਾਲ ਦੇਖੀਏ, ਉਹ ਜ਼ਰੂਰਤ ਸੀਗਾ, ਉਸ ਟਾਈਮ ਦੀ ਜ਼ਰੂਰਤ ਸੀ। ਮੁਬਾਰਕ ਹੈ ਜਿਨ੍ਹਾਂ ਨੇ ਮਿਹਨਤ ਕੀਤੀ ਹੈ, ਜਿਨੇ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਦਾ ਨਾਮ ਉੱਚਾ ਕੀਤਾ ਹੈ, ਉਹ ਮੁਬਾਰਕ ਦੇ ਪਾਤਰ ਨੇ। ਪਰ ਕਿਤੇ ਨਾ ਕਿਤੇ ਜੇ ਅਸੀਂ ਇਹ ਦੇਖੀਏ ਵੀ ਸਾਨੂੰ ਇਸ ਕੰਮ ਤੇ ਵੀ ਕਰਨਾ ਸੀ, ਅਸੀਂ ਉਹਨਾਂ ਨੂੰ ਲਾਭਾਰਥੀ ਬਣਾ ਕੇ ਛੋੜ ਦਿੱਤਾ ਹੈਗਾ ਵੀ ਸਾਨੂੰ ਥੋੜੀ ਜਿਹੀ ਥੌਟ ਇਹ ਲੈ ਕੇ ਦੇਖੀ ਵੀ ਉਹ ਲਾਭਾਰਥੀ ਨੇ। ਵੈਸੇ ਤਾਂ ਅਸੀਂ ਬੜੀਆਂ ਗੱਲਾਂ ਕਰਦੇ ਹਾਂ ਵੀ ਸਿੱਖ ਕਦੀ ਮੰਗਦਾ ਨਹੀਂ ਦੇਖਿਆ, ਪਰ ਜਦੋਂ ਮੰਗਦਾ ਨਹੀਂ ਦੇਖਿਆ ਪਰ ਅਸੀਂ ਉਹਨਾਂ ਨੂੰ ਦੇ ਤਾਂ ਰਹੇ ਹਾਂ, ਅਲਟੀਮੇਟਲੀ ਉਹ ਕਿਤੇ ਨਾ ਕਿਤੇ ਸਾਨੂੰ ਇਹ ਗੱਲ ਕਲੀਅਰ ਹੋ ਜਾਣੀ ਚਾਹੀਦੀ ਵੀ ਅਸੀਂ ਉਹਨਾਂ ਨੂੰ ਦੇ ਰਹੇ ਹਾਂ। ਸੋ ਇੱਕ ਪੱਖ ਹੋ ਸੀਗਾ ਜੀ। ਉਹਨੂੰ ਹੁਣ ਅਸੀਂ ਇਹ ਸੋਚਿਆ ਵੀ ਉਹਨੂੰ ਅਸੀਂ ਉਹਦੇ ਪੈਰਾਂ ਤੇ ਖੜਾ ਕਰ ਸਕੀਏ, ਘੱਟੋ ਘੱਟ ਉਹ ਇੰਨੀ ਇਨਕਮ ਤਾਂ ਜਨਰੇਟ ਕਰ ਲਵੇ ਆਪਣੀ, ਜਿਹਦੇ ਵਿੱਚ ਉਹ ਆਪਣੀ ਦਵਾਈ ਤੇ ਪੜ੍ਹਾਈ ਦਾ ਖੁਦ ਖਰਚਾ ਕਰ ਸਕੇ, ਖੁਦ ਉਹਨੂੰ ਖੁਦ ਮੁਖਤਿਆਰੀ ਦੇ ਵਿੱਚ ਆ ਸਕੇ। ਤੇ ਇੱਕ ਉਹਦਾ ਇੱਕ ਬਿਜ਼ਨਸ ਮਾਡਲ ਵੀ ਡਿਵੈਲਪ ਕੀਤਾ, ਕਾਈਂਡਲੀ ਉਹਨੂੰ ਆਪਾਂ ਵੀ ਇੱਥੇ ਡਿਸਕਸ ਕਰਾਂਗੇ, ਉਹ ਆਪਾਂ ਸੈਪਰੇਟ ਕਰਾਂਗੇ ਬਿਲਕੁਲ ਵੀ। ਸੋ ਇੱਥੇ ਇੱਕ ਜਿਹੜੀ ਛੋਟੀ ਜਿਹੀ ਜਿਹੜੀ ਗੁਰਬਾਣੀ ਨਾਲ ਰਿਲੇਟਡ ਇੱਕ ਛੋਟੀ ਜਿਹੀ ਪ੍ਰੈਜੈਂਟੇਸ਼ਨ ਹੈਗੀ, ਉਹ ਮੈਂ 2 ਮਿੰਟ ਦੀ ਦੇ ਰਿਹਾ। ਜਿਹੜੇ ਵੀਰ ਭੈਣ ਸਾਡੇ ਨਾਲ ਜੁੜ ਰਹੇ ਨੇ ਉਹਨਾਂ ਦਾ ਵੈਲਕਮ ਕਰਦੇ ਹਾਂ ਜੀ। ਤੇ ਇੱਥੇ ਅਸੀਂ ਜਿਹੜੀ ਚੀਜ਼ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡੇ ਕੋਲ, ਉਹ ਹੈ ਸਾਡਾ ਇੱਕ ਫਿਜ਼ੀਕਲ ਸਟੇਟਸ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਇੱਥੇ ਇੱਕ ਸਾਡੀਆਂ ਸਰੀਰ ਦੀਆਂ 4 ਸਟੇਜਸ ਹੁੰਦੀਆਂ ਨੇ। ਪਹਿਲਾ ਹੈ ਬਾਲਪਨ, ਅਲੜ ਜਿਹਨੂੰ ਅਸੀਂ ਟੀਨੇਜ ਕਹਿੰਦੇ ਹਾਂ, ਜਵਾਨੀ ਤੇ ਬੁਢਾਪਾ। ਸੋ ਇਹ 4 ਸਟੇਜਸ ਅਸੀਂ ਇੱਥੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਫਿਜ਼ੀਕਲ ਸਟੇਜ ਇਹ ਹੁੰਦੀ ਹੈ ਸਾਡੀ। ਹੁਣ ਪਹਿਲੀ ਫਿਜ਼ੀਕਲ ਸਟੇਜ ਦੇ ਉੱਤੇ ਸਾਡੇ ਨਾਲ ਧਾਰਮਿਕ ਰੂਪ ਦੇ ਵਿੱਚ ਕੀ ਹੁੰਦਾ ਹੈ ਉਹਦੀ ਇੱਕ ਝਲਕ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਮੈਂ ਤੁਹਾਨੂੰ ਸਾਰਿਆਂ ਨੂੰ। ਆਮ ਤੌਰ ਤੇ ਪੂਰੇ ਵਰਲਡ ਦੇ ਵਿੱਚ ਅਸੀਂ ਸੁਣਦੇ ਆ ਵੀ 4000 ਤੋਂ ਉੱਪਰ ਸੁਣਨ ਚਾਹੁੰਦੇ ਨੇ ਵੀ ਧਰਮ ਹੈਗੇ ਨੇ, ਜਿਹੜੀ ਸਾਈਕੋਲੋਜੀਜ਼ ਥਾਟ ਪ੍ਰੋਸੈਸ ਚੱਲ ਰਹੇ ਨੇ, ਉਹ 4000 ਤੋਂ ਉੱਪਰ ਧਰਮ ਚੱਲ ਰਹੇ ਨੇ। ਸੋ ਉਹਦੇ ਵਿੱਚ ਅਸੀਂ ਦੇਖਦੇ ਹਾਂ ਵੀ ਪਹਿਲੀ ਸਟੇਜ ਜਿਹੜੀ ਹੈ, ਉਹ ਜਿਹੜੀ ਥਾਟ ਪ੍ਰੋਸੈਸ ਹੈਗਾ, ਉਹ ਬਚਪਨ ਤੋਂ ਹੀ ਹਰ ਕਿਸੇ ਨੂੰ ਉਹਦੇ ਨਾਲ ਜੋੜ ਦਿੱਤਾ ਜਾਂਦਾ ਤਾਂ ਕਿ ਉਹ ਉਹਦੇ ਨਾਲ ਜੁੜ ਜਾਏ ਤੇ ਉਸੇ ਦੱਸੀ ਹੋਈ ਥਾਟ ਨੂੰ, ਉਹ ਪ੍ਰੋਸੈਸ ਨੂੰ ਅੱਗੇ ਚਲਾਏ। ਸੋ ਬੱਚੇ ਨੂੰ ਕਿਉਂ ਕਰ ਦਿੱਤਾ ਜਾਂਦਾ? ਕਿਉਂਕਿ ਬਚਪਨ ਦੇ ਵਿੱਚ ਬੰਦਾ ਜਿਹੜਾ ਬੱਚਾ ਹੈਗਾ ਉਹ ਬਿਲਕੁਲ ਫਰੈਸ਼ ਮਾਈਂਡ ਹੁੰਦਾ, ਉਹਦੇ ਤੇ ਖਾਲੀ ਹੁੰਦਾ, ਉਹਦੇ ਤੇ ਕੁਝ ਨਹੀਂ ਸੁਣਨ ਚ ਵੀ ਆਉਂਦਾ ਵੀ ਹਾਂਜੀ ਅਸੀਂ ਜੋ ਬੱਚੇ ਦੀ ਮਨ ਦੇ ਉੱਤੇ ਲਿਖ ਦਿੰਦੇ ਹਾਂ ਉਹ ਤਾਂ ਜ਼ਿੰਦਗੀ ਉਹਨੂੰ ਫਿਰ ਪੂਰਾ ਕਰਦਾ ਹੈ, ਉਹਦੇ ਪਿੱਛੇ ਉਹ ਫਿਕਸ ਕਰਕੇ ਉਹਨੂੰ ਰੱਖਦਾ। ਸੋ ਇੱਕ ਤਾਂ ਇਹ ਚੀਜ਼ ਨਹੀਂ। ਹੁਣ ਸਾਡੇ ਨਾਲ ਇਹਦੇ ਵਿੱਚ ਬੈਸਟ ਕੀ ਹੋਇਆ ਵੀ ਸਾਡੇ ਮਾਪਿਓ ਨੇ, ਸਾਡੇ ਵੱਡਿਆਂ ਨੇ, ਸਾਡੇ ਡੇਰੇਦਾਰਾਂ ਨੇ, ਸਾਡੇ ਜਥੇਦਾਰਾਂ ਨੇ, ਸਾਡੇ ਕਥਾਵਾਚਕਾਂ ਨੇ, ਸਾਡੇ ਲੀਡਰਾਂ ਨੇ ਸਾਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਲਗਾਤਾ ਵੀ ਇਹ ਗ੍ਰੰਥ ਹੁਣ ਤੁਹਾਡਾ ਗੁਰੂ ਹੈ। ਸੋ ਜਦੋਂ ਗ੍ਰੰਥ ਗੁਰੂ ਨੂੰ ਦੇਖਦੇ ਹਾਂ, ਇੱਥੇ ਤੱਕ ਸਾਡੀ ਜਿਹੜੀ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਇਹ ਹੁੰਦੀ ਹੈ ਸਾਡੀ ਫਿਜ਼ੀਕਲ ਸਟੇਜ। ਕਿਉਂਕਿ ਅਸੀਂ ਬੱਚੇ ਹਾਂ ਹਾਲੇ, ਸਾਨੂੰ ਬਹੁਤ ਜ਼ਿਆਦਾ ਗਿਆਨ ਨਹੀਂ ਹੈ, ਸਮਝ ਨਹੀਂ ਹੈ। ਇਸ ਤੋਂ ਅੱਗੇ ਫਿਰ ਥੋੜਾ ਜਿਹਾ ਅਸੀਂ ਜੇ ਅੱਗੇ ਚੱਲੀਏ ਤੇ ਸਾਨੂੰ ਇਹਦੇ 'ਚ ਦਰਜ ਕੀ ਹੈ, ਉਹ ਤੇ ਬਾਣੀ ਲਿਖੀ ਹੋਈ ਹੈ। ਸੋ ਇਹ ਹੁਣ ਸਾਡੀ ਸਟੇਜ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਸਾਡੀ ਥਾਟ ਹੁਣ ਮੈਂਟਲ ਥਾਟ ਹੋ ਗਈ ਹੈ। ਅਸੀਂ ਉਹਦੇ ਵਿੱਚ ਬੌਧਿਕਤਾ ਵਿੱਚ ਅੱਗੇ ਵਧਣਾ ਹੈਗਾ ਤਾਂ ਕਿ ਸਾਡਾ ਹੋਰ ਜਿਹੜਾ ਜੀਵਨ, ਜਿਹੜਾ ਅੱਗੇ ਆਉਣ ਵਾਲਾ ਜੀਵਨ, ਉਹ ਸੁਖਾਲਾ ਜੀਵਨ ਕਰੀਏ। ਜਿਵੇਂ ਸਾਡੀ ਮੁਹਿੰਮ ਦਾ ਨਾਮ ਹੈਗਾ ਆਪਣਾ ਅਮਰ ਆਨੰਦ, ਜਿਹੜਾ ਸਾਨੂੰ ਆਨੰਦ ਚਾਹੀਦਾ, ਜਿਹੜਾ ਪੀਸ ਚਾਹੀਦਾ, ਉਹਦੇ ਵੱਲ ਅਸੀਂ ਅਗਰਸਰ ਰਹੀਏ, ਉਹਦੇ ਵੱਲ ਅਸੀਂ ਤੁਰਦੇ ਰਹੀਏ। ਸੋ ਉਹ ਤਾਂ ਮਿਲਣਾ ਸਾਨੂੰ ਜਦੋਂ ਅਸੀਂ ਬਾਣੀ ਦੇ ਨਾਲ ਜੁੜਾਂਗੇ। ਸੋ ਹੁਣ ਇੱਥੇ ਜਦੋਂ ਅਸੀਂ ਬਾਣੀ ਦੇ ਨਾਲ ਜੁੜਨਾ ਤੇ ਇਹਦਾ ਮਤਲਬ ਸਾਡੀ ਗੁਰੂ ਬਾਣੀ ਹੋ ਗਈ। ਇਹ ਥਰਡ ਸਟੇਜ ਜਿਹੜੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਬਾਣੀ ਦੇ ਵਿੱਚ ਸ਼ਬਦ ਸਮੋਇਆ ਹੈ, ਸ਼ਬਦ ਹੈ ਉਹਦੇ ਵਿੱਚ, ਉਹਦੇ ਚ ਸੰਦੇਸ਼ ਹੈ। ਤੇ ਸੰਦੇਸ਼ ਤੋਂ ਸਾਨੂੰ ਜਦੋਂ ਅਸੀਂ ਲਿਆ, ਸੰਦੇਸ਼ ਦੇ ਵਿੱਚ ਸਾਨੂੰ ਕੀ ਮਿਲਿਆ? ਗਿਆਨ ਮਿਲਿਆ, ਸਾਡੀ ਨੌਲੇਜ ਵਧੀ, ਸਾਡੀ ਹੋਰ ਥਾਟ ਪ੍ਰੋਸੈਸ ਦੇ ਵਿੱਚ ਨਿਗਾਰ ਆ ਗਿਆ। ਸੋ ਇੱਥੇ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਫਾਈਨਲ ਸਟੇਜ ਅਸੀਂ ਕੋਸ਼ਿਸ਼ ਕਰ ਰਹੇ ਦੱਸਣ ਦੀ। ਪਹਿਲੇ ਸਾਨੂੰ ਬਚਪਨ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ, ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਅੱਗੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਬਾਣੀ ਦੇ ਨਾਲ ਜੋੜਿਆ, ਬਾਣੀ ਨੇ ਸਾਨੂੰ ਸ਼ਬਦ ਦੇ ਨਾਲ ਜੋੜਿਆ। ਹੁਣ ਸ਼ਬਦ ਜਿਹੜਾ ਹੈ ਸਾਨੂੰ ਇੱਕ ਅਕਾਲ ਪੁਰਖ ਗਿਆਨ ਦੇ ਨਾਲ ਜੋੜਦਾ ਹੈ, ਉਹਦੀ ਸਾਨੂੰ ਸਮਝ ਦਿੰਦਾ ਹੈ ਕਿਸ ਤਰ੍ਹਾਂ ਦੁਨੀਆ ਕਰ ਰਹੀ ਹੈ, ਕਿਸ ਤਰ੍ਹਾਂ ਤੁਸੀਂ ਕਰਨਾ ਹੈ, ਜੀਵਨ ਯਾਪਨ ਕਰਨਾ ਹੈ। ਸੋ ਇਹਨੂੰ ਅਸੀਂ ਕਹਿ ਰਹੇ ਹਾਂ ਟੋਟਲ ਸਿੱਖ ਦਾ ਇੱਕ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਕੋਰਸ ਹੈਗਾ। ਇਹਦੇ ਵਿੱਚ ਅਸੀਂ ਇਹਨੂੰ ਐਵੇਂ ਸਮਝ ਕੇ ਚੱਲੀਏ ਤੇ ਸਾਨੂੰ ਜਿਹੜਾ ਟੀਚਾ ਹੈਗਾ ਉਹ ਇੱਕ ਸਟੈਪ ਅਸੀਂ ਜੇ ਵੱਧਦੇ ਹਾਂ ਤੇ ਸਾਡਾ ਆਪਣਾ ਅਮਰ ਆਨੰਦ ਜਿਹੜਾ ਸਾਨੂੰ ਲੱਭ ਰਹੇ ਹਾਂ ਅਸੀਂ, ਉਹ ਸਾਨੂੰ ਪ੍ਰਾਪਤ ਹੋ ਜਾਂਦਾ। ਸੋ ਇੱਥੇ ਤੱਕ ਇਹਦੀ ਸਮਾਪਤੀ ਸੀਗੀ ਜੀ। ਮੈਂ ਸਾਰਿਆਂ ਨੂੰ ਥੈਂਕਸ ਕਰਾਂਗਾ, ਤੁਸੀਂ ਕੋਆਪਰੇਟ ਕੀਤਾ।
ਤੇ ਕਹਿੰਦੀ ਇਹਨੂੰ ਥੋੜਾ ਜਿਹਾ ਹੋਰ ਵੀ ਪ੍ਰਮੋਟ ਕਰੋ, ਇਹਨੂੰ ਆਪਾਂ ਯਾਦ ਰੱਖੀਏ। ਅੱਜ ਸਾਰੇ ਵੀਰ ਭੈਣ ਜਿੰਨੇ ਵੀ ਨੇ ਸਾਰੇ ਨੇ ਆਪਣੇ ਆਪਣੇ ਕੈਮਰਾਜ਼ ਔਨ ਕੀਤੇ ਨੇ, ਮੈਂ ਉਹਨਾਂ ਦਾ ਬਹੁਤ ਥੈਂਕਸ ਕਰਦਾ। ਕੱਲ ਜਿਹੜੀ ਆਪਣੀ ਗੱਲ ਹੋਈ ਸੀ, ਤੁਸੀਂ ਸਾਰਿਆਂ ਨੇ ਇੱਥੇ ਸਿੰਸੀਅਰਿਟੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਸਾਰਿਆਂ ਦਾ ਜੀ ਆਇਆਂ ਕਹਿੰਦੇ ਆ, ਔਰ ਸਾਰਿਆਂ ਨੂੰ ਥੈਂਕਸ ਕਰਦਾ ਜੀ ਮੈਂ ਇੱਕ ਵਾਰੀ ਫੇਰ। ਤੇ ਅੱਜ ਦਾ ਸ਼ਬਦ ਮੈਂ ਡਿਸਪਲੇ ਤੇ ਲਗਾ ਰਿਹਾ ਜੀ, ਵੈਸੇ ਜਿਵੇਂ ਮੈਨੂੰ ਪਹਿਲਾਂ ਹੁਕਮ ਹੋਇਆ ਸੀ ਕਿ ਮੈਂ ਅੱਧਾ ਘੰਟਾ ਪਹਿਲਾਂ ਲਗਾ ਦਿੱਤਾ ਸੀ, ਤੇ ਜਿਹੜੇ ਵੀਰ ਭੈਣਾਂ ਨੇ ਪੜ੍ਹ ਲਿਆ ਹੋਇਆ ਤੇ ਕਾਈਂਡਲੀ ਤੇ ਆਪਣਾ ਹੈਂਡ ਰੇਜ਼ ਦਾ ਸਿਗਨਲ ਜ਼ਰੂਰ ਦੇ ਦੇਣਾ ਜੀ, ਤਾਂ ਕਿ ਮੈਨੂੰ ਪਤਾ ਲੱਗ ਜਾਏ ਵੀ ਕਿਹੜੇ ਵੀਰ ਭੈਣ ਪਹਿਲੇ ਇਹਨੂੰ ਆਪਾਂ ਕਰਨਾ ਚਾਹ ਰਹੇ ਨੇ। ਇੱਕ ਵਾਰੀ ਮੈਂ ਪੜ੍ਹ ਦੇਣਾ ਜੀ, ਤੇ ਉਮੀਦ ਹੈ ਤੁਸੀਂ ਸਾਰੇ ਵੱਡੇ ਹੈਗੇ ਹੋ, ਜੇ ਕਿਤੇ ਹੁਣ ਤਾਈ ਹੋਏ ਤੇ ਕਾਈਂਡਲੀ ਮੈਨੂੰ ਦਰੁਸਤ ਕਰਾ ਦੇਣਾ, ਮੈਂ ਆਪਣੀ ਮਿਸਟੇਕਸ ਨੂੰ ਚੈੱਕ ਕਰ ਲਾਂਗਾ। ਇਹ ਸ਼ਬਦ ਜਿਹੜਾ ਹੈ ਜੀ ਅੰਕ 355 ਤੇ ਦਰਜ ਹੈ। ਕਾਈਂਡਲੀ ਉੱਪਰ ਜਿਹੜਾ ਪੀਡੀਐਫ ਫਾਰਮੈਟ ਦੇ ਵਿੱਚ ਲਿਖਿਆ ਹੈ, ਕਾਈਂਡਲੀ ਉਹਨੂੰ ਇਗਨੋਰ ਕਰਨਾ, ਕਿਉਂਕਿ ਇੱਥੇ ਪੀਡੀਐਫ ਪੇਜ ਇੱਕ ਪੇਜ ਐਡ ਕਰਕੇ ਚੱਲਦਾ, ਇਸ ਕਰਕੇ ਇੱਥੇ 356 ਤੁਹਾਨੂੰ ਦਿਖ ਰਿਹਾ ਹੋਵੇਗਾ। ਸਾਰਿਆਂ ਨੂੰ ਰਿਕੁਐਸਟ ਕਰਦਾ 355 ਪੇਜ ਤੇ ਦਰਜ ਹੈ ਜੀ। ਇੱਥੇ ਗੁਰੂ ਸਾਹਿਬ ਕਹਿ ਰਹੇ ਨੇ ਆਸਾ ਰਾਗ ਦੇ ਵਿੱਚ ਮਹੱਲਾ ਪਹਿਲਾ, ਸੇਵਕ ਦਾਸ ਭਗਤ ਜਨ सोई, ठाकुर का दास गुरमुख होई, जिन सिर साजी तिन फुन गोई, तिस बिन दूजा अवर न कोई, साच नाम गुर शबद विचार, गुरमुख साचे साचा दरबार। ਇਹ ਰਹਾਉ ਦੀ ਪੰਕਤੀ ਸੀ ਜੀ। ਸੱਚਾ ਅਰਜ ਸੱਚੀ ਅਰਦਾਸ, ਮਹਿਲੀ ਖਸਮ ਸੁਣੇ ਸਾਬਾਸ, ਸੱਚੇ ਤਖਤ ਬੁਲਾਵੇ ਸੋਈ, ਦੇ ਵਡਿਆਈ ਕਰੇ ਸੋ ਹੋਈ, ਤੇਰਾ ਤਾਣ ਤੁਹੈ ਦੀਵਾਨ, ਗੁਰ ਕਾ ਸ਼ਬਦ ਸੱਚ ਨਿਸ਼ਾਨ, ਮੰਨੇ ਹੁਕਮ ਸੋ ਪ੍ਰਗਟ ਜਾਏ, ਸੱਚ ਨਿਸ਼ਾਨੈ ਠਾਕ ਨਾ ਪਾਏ, ਪੰਡਿਤ ਪੜ੍ਹੇ ਬਖਾਣੇ ਵੇਦ, ਅੰਤਰ ਵਸਤ ਨਾ ਜਾਣੇ ਭੇਦ, ਗੁਰ ਬਿਨ ਸੋਝੀ ਬੂਝ ਨਾ ਹੋਈ, ਸਾਚਾ ਰਵ ਰਹਿਆ ਪ੍ਰਭ ਸੋਈ। ਇੱਕ ਸੈਕਿੰਡ ਜੀ, अच्छा जी। क्या हो आखा आख वखाणी, तू आपे जाने सर्ब विडाणी, नानक एको दूर दीवान माफ करना, नानक एको दर दीवान। एक मिनट लाइन डिस्प्ले नहीं हो रही सी। गुरमुख साचा माफ करना जी, दोबारा पढ़दा, नानक एको दर दीवान, गुरमुख साच तहां कदरान। ਥੈਂਕਸ ਜੀ, ਤੁਸੀਂ ਸਾਰਿਆਂ ਨੇ ਪਾਰਟਿਸਿਪੇਟ ਕੀਤਾ। ਜੇ ਕਿਤੇ ਕੋਈ ਗਲਤੀ ਹੋਈ ਮੇਰੇ ਤੇ ਸੁਧਾਈ ਕਰ ਦੇਣਾ ਜੀ, ਤੇ ਕਾਈਂਡਲੀ ਹੈਂਡ ਰੇਜ਼ ਦਾ ਸਿਗਨਲ ਕਰਨਾ। ਅੱਜ ਸਾਰਿਆਂ ਦੇ ਮੈਂ ਸਾਰਿਆਂ ਨੂੰ ਥੈਂਕਸ ਵੀ ਕਰਦਾ, ਤੁਸੀਂ ਸਾਰਿਆਂ ਨੇ ਕੈਮਰਾਜ਼ ਔਨ ਕੀਤੇ ਨੇ, ਮੈਨੂੰ ਹੈਂਡ ਰੇਜ਼ ਦਾ ਸਿਗਨਲ ਦੇ ਦੇਣਾ, ਫਿਰ ਨਾਲ ਦੇ ਨਾਲ ਅਨਮਿਊਟ ਕਰਦਾ ਜੀ। ਠੀਕ ਹੈ ਜੀ, ਹੁਣ ਠੀਕ ਹੈ ਜੀ, ਬਿਲਕੁਲ ਠੀਕ ਹੈ ਜੀ। ਆਸਾ ਮਹਿਲਾ ਪਹਿਲਾ ਜੀ। सेवक दास भगत जन सोई, ठाकुर का दास गुरमुखी होई, जिन सिर साजी तिन फुन गोई, तिस बिन दूजा अवर न कोई। ਆਸਾ ਰਾਗ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਇਹ ਉਚਾਰਿਆ ਸ਼ਬਦ ਹੈ। ਗੁਰੂ ਸਾਹਿਬ ਪਹਿਲੇ ਪਦੇ ਵਿੱਚ ਉਚਾਰ ਰਹੇ ਹਨ, ਸੇਵਕ ਦਾਸ ਭਗਤ ਜਨ ਸੋਈ। ਸੇਵਕ ਵੀ ਹੋਈ ਹੈ ਤੇ ਦਾਸ ਵੀ ਹੋਈ ਹੈ, ਕੋਈ ਫਰਕ ਨਹੀਂ ਹੈ, ਪਰ ਉਹ ਗੁਰੂ ਸਾਹਿਬ ਨੇ ਦੋਨੋਂ ਇਕੱਠੇ ਲਫ਼ਜ਼ ਦੇ ਦਿੱਤੇ ਨੇ ਤੇ ਨਾਲ ਹੀ ਭਗਤ ਦੇ ਦਿੱਤਾ। ਸੇਵਕ ਦਾਸ ਭਗਤ ਗੱਲ ਇੱਕੋ ਹੀ ਹੈ। ਕਹਿੰਦੇ ਸੇਵਕ ਦਾਸ ਭਗਤ ਉਹੀ ਜਨ ਨੇ, ਉਹੀ ਜਨ ਜਾਣੇ ਜਾਂਦੇ ਨੇ। ਠਾਕੁਰ ਕਾ ਦਾਸ ਗੁਰਮੁਖੀ ਹੋਈ। ਠਾਕੁਰ ਕਾ ਦਾਸ ਜਿਹੜਾ ਗੁਰੂ ਦੇ ਉਪਦੇਸ਼ਾਂ ਤੇ ਚੱਲਦਾ ਹੈ, ਗੁਰਮੁਖੀ ਹੋਈ, ਗੁਰੂ ਦੇ ਉਪਦੇਸ਼ਾਂ ਤੇ ਚੱਲ ਕੇ ਹੋ ਜਾਂਦਾ ਹੈ, ਦਾਸ ਹੋ ਜਾਂਦਾ ਹੈ, ਭਗਤ ਹੋ ਜਾਂਦਾ। ਜੇ ਅਸੀਂ ਭਗਤ ਦਾਸ ਬਣਨ ਦੀ ਇੱਛਾ ਰੱਖਦੇ ਹਾਂ ਤੇ ਗੁਰੂ ਦੇ ਉਪਦੇਸ਼ਾਂ ਤੇ ਸਾਨੂੰ ਚੱਲਣਾ ਪਏਗਾ। ਜਿਨ ਸਿਰ ਸਾਜੀ ਤਿਨੇ ਫੁਨ ਗੋਈ।
जिस प्रभु ने ये सृष्टि साजी है उसने ही नाश कर देना, ਉਹਦਾ ਉਹਨੇ ਉਸ ਨੂੰ ਨਾਸ਼ ਵੀ ਕਰ ਦੇਣਾ। ਕਈ ਪਤਾ ਨਹੀਂ ਕਈ ਵਾਰ ਧਰਤੀ ਬਣੀ, ਕਈ ਵਾਰ ਨਾਸ਼ ਹੋਈ। ਤੇ ਇਹ ਜਿਹੜਾ ਗੁਰੂ ਸਾਹਿਬ ਨੌਲੇਜ ਦੇ ਰਹੇ ਹਨ ਉਸ ਅਕਾਲ ਪੁਰਖ ਦੀ, ਉਸ ਅਸੀਂ ਕਈ ਵਾਰ ਮਨੁੱਖ ਆਉਂਦੇ ਨੇ, ਕਈ ਵਾਰ ਮਨੁੱਖ ਚਲੇ ਜਾਂਦੇ ਨੇ, ਆਣਾ ਜਾਣਾ ਇਹ ਮਨੁੱਖਾਂ ਦਾ ਲੱਗਿਆ ਰਹੇਗਾ ਜੀ। ਤੇ ਫਿਰ ਕਹਿੰਦੇ ਤਿਸ ਬਿਨ ਦੂਜਾ ਅਵਰ ਨਾ ਕੋਈ। ਕਹਿੰਦੇ ਨੇ ਇਹ ਮਨਾ ਸਮਝੋ ਕਿ ਉਹ ਸ੍ਰਿਸ਼ਟੀ ਕੋਈ ਨਾਸ਼ ਕਰਨ ਵਾਲਾ ਕੋਈ ਹੋਰ ਉਹਦੇ ਬਰਾਬਰ ਦਾ ਸ਼ਰੀਕ ਬੈਠਾ, ਉਹੀ ਬਣਾਉਂਦਾ, ਉਹੀ ਨਾਸ਼ ਕਰਦਾ, ਉਹਦੇ ਤੋਂ ਬਿਨਾ ਕੋਈ ਦੂਜਾ ਹੈ ਹੀ ਨਹੀਂ, ਦੂਜਾ ਅਵਰ ਨਾ ਕੋਈ। ਕਹਿੰਦਾ ਨਾ ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਈ ਇੱਕੋ ਹੈ। ਫਿਰ ਗੁਰੂ ਸਾਹਿਬ ਅੱਗੇ ਕਹਿ ਰਹੇ ਨੇ, ਰਾਹੋਂ ਵਿੱਚ ਕਹਿ ਰਹੇ ਨੇ, ਸਾਚ ਨਾਮ ਗੁਰ ਸ਼ਬਦ ਵਿਚਾਰ, ਗੁਰਮੁਖੀ ਸਾਚੇ ਸਾਚਾ ਦਰਬਾਰ। ਕਹਿੰਦੇ ਜਿਹੜਾ ਸੱਚਾ ਨਾਮ ਹੈ ਉਸ ਨੂੰ ਜੇ ਸਮਝਣਾ ਹੈ ਤੇ ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰ ਕਰਕੇ ਹੀ ਸਮਝਣਾ ਪਏਗਾ, ਹੋਰ ਕੋਈ ਤਰੀਕਾ ਨਹੀਂ ਹੈ। ਵਿਚਾਰ ਦਾ ਮਤਲਬ ਥੋੜਾ ਜਿਹਾ ਅਸੀਂ ਸਮਝ ਲਈਏ, ਵਿਚਾਰ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਸ਼ਬਦ ਦੀ ਵਿਚਾਰ ਕਰ ਲਈ ਤੇ ਅਸੀਂ ਵਿਚਾਰ ਹੋ ਗਈ ਜੀ, ਸ਼ਾਬਦਿਕ ਅਰਥ ਕਰ ਲੈ। ਓਕੇ। ਵਿਚਾਰ ਦਾ ਮਤਲਬ ਹੈ ਕਿ ਨਿਰਭਉ ਹੋ ਜਾਣਾ, ਸਾਰੇ ਗੁਣ ਆ ਜਾਣੇ, ਉਹ ਵਿਚਾਰ ਦੇ ਪੈਕੇਜ ਹੇਠਾਂ ਆਉਂਦਾ। ਇਹ ਨਹੀਂ ਕਿ ਵਿਚਾਰ ਸਿਰਫ ਸ਼ਾਬਦਿਕ ਕਰ ਲਈ, ਅਮਲ ਨਹੀਂ ਕੀਤਾ। ਅਮਲ ਕਰਨਾ ਹੀ ਵਿਚਾਰ ਕਰਨਾ ਹੈ। ਉਹ ਮੈਂ ਉੱਥੋਂ ਲਈ ਹੈ ਇਹ ਗੱਲ, ਉੱਥੋਂ ਗੁਰ ਲਿਆ ਵੀ ਗੁਰਬਾਣੀ ਕਹਿੰਦੀ ਨਾਨਕ ਨਿਰਭਉ ਕੋ ਨਹੀਂ ਜਿਚਰ ਸ਼ਬਦ ਨਾ ਕਰੇ ਵਿਚਾਰ। ਕਹਿੰਦੇ ਨੇ ਨਿਰਭਉ ਕੋਈ ਹੋ ਹੀ ਨਹੀਂ ਸਕਦਾ ਜਦ ਤੱਕ ਸ਼ਬਦ ਦੇ ਵਿਚਾਰ ਨਹੀਂ ਕਰਦਾ। ਤੇ ਸ਼ਬਦ ਦੀ ਵਿਚਾਰ ਦਾ ਅਸੀਂ ਕਈ ਸਾਲਾਂ ਤੋਂ ਕਰ ਰਹੇ ਹਾਂ। ਇਹ ਵਾਲੀ ਜਿਹੜੀ ਵਿਚਾਰ ਅਸੀਂ ਜਿਸ ਨੂੰ ਵਿਚਾਰ ਸਮਝ ਰਹੇ ਹਾਂ, ਅਸੀਂ ਵਿਚਾਰ ਕਰ ਰਹੇ ਹਾਂ ਪਰ ਨਿਰਭਉ ਤਾਂ ਹੋਏ ਨਹੀਂ। ਇਹਦਾ ਮਤਲਬ ਕੋਈ ਕਮੀ ਹੈ ਇਸ ਵਿਚਾਰ ਵਿੱਚ। ਕਮੀ ਇਹੀ ਹੈ ਕਿ ਗੁਰੂ ਦੇ ਉਪਦੇਸ਼ਾਂ ਤੇ ਅਸੀਂ ਫਾਲੋ ਨਹੀਂ ਕੀਤਾ, ਗੁਰਮੁਖੀ ਅਪਣਾਇਆ ਨਹੀਂ, ਮਤਲਬ ਹੈ ਨਾ। ਹਾਂਜੀ ਹਾਂਜੀ, ਸਮਝਿਆ ਨਹੀਂ, ਹਿਰਦੇ ਵਿੱਚ ਉਤਾਰਿਆ ਨਹੀਂ। ਠੀਕ। ਗੁਰਮੁਖੀ ਸਾਚੇ ਸਾਚਾ ਦਰਬਾਰ, ਗੁਰੂ ਦੇ ਉਪਦੇਸ਼ ਤੇ ਚੱਲ ਕੇ ਉਸ ਸਾਚੇ ਦਰਬਾਰ ਦੇ ਵਿੱਚ ਐਂਟਰੀ ਮਿਲਦੀ ਹੈ। ਉਹੀ ਸੱਚਾ ਦਰਬਾਰ ਹੈ। ਜਦੋਂ ਅਸੀਂ ਗੁਰੂ ਦੇ ਉਪਦੇਸ਼ਾਂ ਤੇ ਚੱਲਾਂਗੇ ਤੇ ਜੋ ਮਹਾ ਆਨੰਦ ਆਏਗਾ, ਜੋ ਪਰਮ ਆਨੰਦ ਆਏਗਾ, ਜੋ ਮਨ ਦੀ ਸ਼ਾਂਤੀ ਮਿਲੇਗੀ, ਉਹ ਇੰਝ ਲੱਗੇਗਾ ਕਿ ਅਸੀਂ ਐਸੇ ਦਰਬਾਰ ਵਿੱਚ ਪਹੁੰਚ ਗਏ ਹਾਂ ਜਿੱਥੇ ਕੋਈ ਦੁੱਖ ਨਹੀਂ, ਕੋਈ ਚਿੰਤਾ ਨਹੀਂ, ਕੋਈ ਭੈ ਨਹੀਂ। ਐਸਾ ਉਹ ਸਾਚਾ ਦਰਬਾਰ ਐਸਾ ਹੈ। ਪਰ ਕਦੋਂ? ਜਦੋਂ ਗੁਰੂ ਦੇ ਉਪਦੇਸ਼ਾਂ ਤੇ ਚੱਲ ਕੇ ਅਸੀਂ ਸੱਚੇ ਹੋ ਜਾਓ। ਫਿਰ ਗੁਰੂ ਸਾਹਿਬ ਅੱਗੇ ਕਹਿ ਰਹੇ ਨੇ, ਸੱਚਾ ਅਰਜ ਸੱਚੀ ਅਰਦਾਸ। ਅਰਜ ਤੇ ਅਰਦਾਸ ਵਿੱਚ ਕੋਈ ਫਰਕ ਨਹੀਂ ਹੈ। ਅਰਜ ਦਾ ਮਤਲਬ ਅਰਜ਼ੋਈ, ਯਾਚਨਾ, ਤੇ ਅਰਦਾਸ ਦਾ ਮਤਲਬ ਹੈ ਕੁਝ ਮੰਗਣਾ। ਤੇ ਜੇ ਅਸੀਂ ਗੁਰੂ ਦੇ ਉਪਦੇਸ਼ਾਂ ਨੂੰ ਸਮਝ ਲਾਂਗੇ ਤੇ ਅਸੀਂ ਕੁਝ ਹੋਰ ਮੰਗਾਂਗੇ ਨਹੀਂ ਸਿਵਾਏ ਉਹਦੇ, ਸਿਵਾਏ ਨਾਮ ਦੇ। ਕਿਉਂ? ਕਿਉਂਕਿ ਗੁਰੂ ਨੇ ਸਾਨੂੰ ਸਮਝਾ ਦਿੱਤਾ ਕਿ ਤੇਰੇ ਬਗੈਰ ਮੈਂ ਕੁਝ ਹੋਰ ਮੰਗਣਾ ਨਾ ਤੇ ਦੁੱਖ ਹੀ ਦੁੱਖ ਆ ਜਾਣਗੇ। ਠੀਕ ਹੈ, ਮੈਂ ਕਾਰ ਮੰਗਣਾ, ਮਕਾਨ ਮੰਗਣਾ, ਮੈਨੂੰ ਰੱਬ ਦੇ ਵੀ ਦਿੰਦਾ, ਪਰ ਉਸ ਤੋਂ ਬਾਅਦ ਉਹਦਾ ਨੁਕਸਾਨ ਵੀ ਤਾਂ ਹੁੰਦਾ। ਲਗਜ਼ਰੀ ਵਾਲੇ ਮਕਾਨ ਮੰਗੇ ਸੀ ਤੇ ਉਸ ਲਗਜ਼ਰੀ ਵਾਲੇ ਮਕਾਨ ਵਿੱਚ ਰਹਿ ਕੇ ਸਾਡੇ ਮਨ ਦੀ ਸ਼ਾਂਤੀ ਤਾਂ ਸਾਨੂੰ ਮਿਲ ਨਹੀਂ ਰਹੀ ਹੈ। ਤੇ ਉਹ ਤਾਂ ਫਿਰ ਜਿਹੜਾ ਉੱਚਾ ਮਕਾਨ ਹੈ, ਵਧੀਆ ਮਕਾਨ ਹੈ, ਵਧੀਆ ਕਾਰ ਹੈ, ਕਿ ਮਨ ਦੀ ਸ਼ਾਂਤੀ ਸਹਾਇਕ ਹੁੰਦੀ ਹੈ? ਨਹੀਂ ਹੁੰਦੀ। ਕਦੀ ਦੇਖਿਆ ਹੋਏ ਅਸੀਂ ਕੋਠੀਆਂ ਵਿੱਚ ਬੈਠੇ ਬੰਦੇ ਵੀ ਤਿਉੜੀਆਂ ਚੜੀਆਂ ਹੁੰਦੀਆਂ ਮੱਥੇ ਤੇ ਕਾਰਾਂ ਵਿੱਚ ਬੈਠੇ ਹੋਏ ਵੀ ਬੜੀ ਟੈਨਸ਼ਨ ਵਿੱਚ ਹੁੰਦੇ ਨੇ, ਕਿਉਂਕਿ ਉਹ ਇੰਨੇ ਜ਼ਿਆਦਾ ਬਿਜ਼ੀ ਹੋ ਚੁੱਕੇ ਹੁੰਦੇ ਨੇ, ਇੰਨੇ ਜ਼ਿਆਦਾ ਉਹਨਾਂ ਨੇ ਖਿਲੇਰਾ ਪਾ ਲਿਆ ਹੁੰਦਾ ਕਿ ਉਹ ਕੋਠੀਆਂ ਵਿੱਚ ਰਹਿ ਕੇ ਵੀ ਸੁਖੀ ਨਹੀਂ ਰਹਿ ਸਕਦੇ। ਸੁਖੀ ਕੌਣ ਕਰ ਸਕਦਾ? ਸਿਰਫ ਨਾਮ ਕਰ ਸਕਦਾ। ਸੱਚਾ ਅਰਜ, ਨਾਮ ਦਾ ਮਤਲਬ ਸਾਨੂੰ ਸਭ ਨੂੰ ਪਤਾ ਹੈ। ਜੇ ਨਹੀਂ ਪਤਾ ਤੇ ਮੈਂ ਦੱਸ ਦਿੰਦਾ। ਨਾਮ ਦਾ ਮਤਲਬ ਹੈ ਪੂਰਨ ਗਿਆਨ, ਗਿਆਨ ਨੂੰ ਲੈਣਾ, ਗਿਆਨ ਨੂੰ ਹਿਰਦੇ ਵਿੱਚ ਵਸਾਣਾ, ਉਹ ਵੇ ਨਾਮ। ਸੱਚਾ ਅਰਜ ਸੱਚੀ ਅਰਦਾਸ। ਸੱਚਾ ਅਰਜ ਤੇ ਸੱਚੀ ਅਰਦਾਸ ਹੋਈ ਹੈ ਕਿ ਵਿਣ ਤੁਧ ਹੋਰ ਜੇ ਮੰਗਣਾ ਫਿਰ ਦੁੱਖ ਅਗੇ ਦੁੱਖ, ਇਸ ਲਈ ਮੈਂ ਕੁਝ ਹੋਰ ਨਹੀਂ ਮੰਗਦਾ, ਮੈਂ ਸਿਰਫ ਨਾਮ ਮੰਗਦਾ ਵਾ ਜੀ। ਫਿਰ ਕਹਿੰਦੇ ਮੈਲੀ ਖਸਮ ਸੁਣਿਆ ਸਾਬਾਸ਼। ਕਹਿੰਦੇ ਨੇ ਜਿਹੜਾ ਮਹਿਲ ਦਾ ਖਸਮ ਪ੍ਰਭੂ ਹੈ ਨਾ, ਉਹ ਵਾਲੀ ਜਿਹੜੀ ਗੁਰਮੁਖਾਂ ਦੀ ਕੀਤੀ ਅਰਦਾਸ ਹੈ, ਜਿਹੜਾ ਪੂਰਨ ਪ੍ਰੈਕਟੀਕਲ ਗੁਰੂ ਦੇ ਉਪਦੇਸ਼ਾਂ ਦੇ ਚੱਲ ਕੇ ਚੱਲਦਾ ਹੋਵੇ, ਉਹ ਸੁਣੀ ਜਾਂਦੀ ਹੈ। ਮਹਿਲੀ ਖਸਮ, ਉਹ ਖਸਮ ਜਿਹੜਾ ਮਹਿਲ ਦਾ ਖਸਮ ਹੈ, ਉਹ ਸੁਣਦਾ। ਸੁਣੇ ਸ਼ਾਬਾਸ਼, ਸੁਣ ਕੇ ਫਿਰ ਸ਼ਾਬਾਸ਼ੀ ਦਿੰਦਾ, ਯਾਨੀ ਕਿ ਜੋ ਮੰਗਦਾ ਉਹ ਦਿੰਦਾ।
ਜਿਵੇਂ ਆਇਆ ਨਾ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਠੀਕ ਹੈ ਜੀ। ਉਹ ਗੱਲ ਆਵੇ ਕਿ ਗੁਰਮੁਖ ਜਿਹੜਾ ਹੈ, ਉਹ ਹੋਰ ਕੁਝ ਮੰਗਦਾ ਹੀ ਨਹੀਂ, ਉਹ ਹੂੰ ਮੰਗਦਾ ਹੀ ਨਾਮ ਹੈ। ਉਹ ਕਹਿੰਦਾ ਨਾਮ ਹੀ ਸਭ ਕੁਝ ਹੈ, ਸਾਰੀਆਂ ਦਾਤਾਂ ਨਾਮ ਵਿੱਚ ਨੇ। ਹੂੰ ਇਸ ਲਈ ਉਹਦੀ ਅਰਦਾਸ ਪੂਰੀ ਹੁੰਦੀ ਹੈ। ਹੂੰ ਮਨਮੁਖ ਬਹੁਤ ਕੁਝ ਮੰਗਦਾ, ਉਹ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਜੀ ਹਾਂ ਉਹਨੂੰ ਜੀ ਹਾਂ, ਮਨਮੁਖ ਨੂੰ ਮਿਲਦਾ, ਗੁਰਮੁਖ ਨੂੰ ਮਿਲਦਾ ਸਭ ਕੁਝ। ਠੀਕ ਹੈ ਪਰ ਜੀ। ਬੜੀ ਇੰਟਰਸਟਿੰਗ ਗੱਲ ਹੈ ਕਿ ਗੁਰਮੁਖ ਮੰਗਦਾ ਹੀ ਸਿਰਫ ਨਾਮ। ਜੀ ਮੈਲੀ ਖਸਮ ਸੁਣੇ ਸਾਬਾਸ, ਸੱਚਾ ਤਖਤ ਬੁਲਾਵੈ ਸੋਏ। ਹੂੰ ਉਹ ਫਿਰ ਜਿਹੜਾ ਤਖਤ, ਸੱਚਾ ਤਖਤ ਹੈ, ਉਹ ਸਾਡੇ ਹਿਰਦਿਆਂ ਵਿੱਚ ਹੈਗਾ। ਹੂੰ ਅਸੀਂ ਉਹਨੂੰ ਲੱਭਣਾ ਹੈ। ਸੱਚਾ ਤਖਤ ਕਿਵੇਂ ਲੱਭੇਗਾ? ਸੱਚਾ ਤਖਤ ਬੁਲਾਵੇ ਨਾਮ ਸੋ। ਦੁਆਰਾ, ਹੂੰ ਗੁਰੂ ਦੇ ਉਪਦੇਸ਼ਾਂ ਦੁਆਰਾ ਉਹ ਸੱਚਾ ਤਖਤ ਲੱਭ ਜਾਏਗਾ। ਫਿਰ ਰੱਬ ਜਿਹੜਾ ਆਵਾਜ਼ ਦੇ ਕੇ ਬੁਲਾਏਗਾ ਵੀ ਆ ਜਾ, ਹੂੰ, ਇਹ ਰਿਹਾ ਤੇਰਾ। ਮਤਲਬ ਕਹਿਣ ਦਾ ਇੱਕ ਮੁਹਾਵਰਾ ਹੈ ਕਿਸਮ ਦਾ, ਬਈ ਅੰਦਰੋਂ ਸੋਝੀ ਆ ਜਾਂਦੀ ਹੈ। ਇਹ ਬੁਲਾਵੇ ਦਾ ਮਤਲਬ ਸੋਝੀ ਆ ਗਈ ਵੀ ਇੱਥੇ ਤੇਰਾ ਇੰਨਾ ਮਨੋਤਾਂ ਤੇ ਤੂੰ ਟਿਕਿਆ ਰਹੇਗਾ, ਜਿਹੜੇ ਗੁਰਬਾਣੀ ਦੇ ਉਪਦੇਸ਼ ਨੇ ਤੂੰ ਟਿਕਿਆ ਰਹੇਗਾ, ਤੇ ਐਵੇਂ ਸਮਝ ਕਿ ਸੱਚੇ ਤਖਤ ਤੇ ਤੇਰਾ ਨਿਵਾਸ ਹੋ ਗਿਆ। ਠੀਕ ਹੈ। ਸੱਚਾ ਤਖਤ ਕੀ ਹੈ? ਆਨੰਦ ਦਾ ਪ੍ਰਤੀਕ ਹੈ। ਬਸ ਇਹ ਸਿਰਫ ਦੁਨਿਆਵੀ ਭਾਸ਼ਾ ਗੁਰੂ ਸਾਹਿਬ ਨੇ ਬੋਲ ਕੇ ਅੰਦਰ ਦੀ ਗੱਲ ਦੱਸੀ ਹੈ। ਦੇ ਹੂੰ ਵਡਿਆਈ ਕਰੇ ਸੋ ਹੋਏ। ਕਹਿੰਦੇ ਨੇ ਉਹ ਵਡਿਆਈ ਦਿੰਦਾ ਹੈ। ਵਡਿਆਈ ਦੇਣ ਦਾ ਸਮਰੱਥ ਸਿਰਫ ਉਹੀ ਹੈ, ਉਹੀ ਦੇ ਸਕਦਾ, ਹੋਰ ਕੋਈ ਦੂਜਾ ਆਦਮੀ ਵਡਿਆਈ ਦੇ ਨਹੀਂ ਸਕਦਾ। ਹੂੰ ਅਸੀਂ ਵਡਿਆਈਆਂ ਦੇ ਭੁੱਖੇ ਆ, ਦੁਨਿਆਵੀ ਵਡਿਆਈਆਂ ਦੇ ਭੁੱਖੇ ਆ, ਪਰ ਉਹਦੀ ਵਡਿਆਈ ਦੀ ਸਾਨੂੰ ਭੁੱਖ ਹੀ ਨਹੀਂ ਜਾਗਦੀ। ਉਹਦੀ ਵਡਿਆਈ ਦੇਵ ਕੀ ਹੈ? ਆਪਣੇ ਆਪ ਵਿੱਚ ਅੰਦਰੋਂ ਖੁਸ਼ ਰਹਿਣਾ, ਆਨੰਦ ਵਿੱਚ ਰਹਿਣਾ, ਸ਼ਾਂਤੀ ਵਿੱਚ ਰਹਿਣਾ, ਉਹ ਹੈ ਅੰਦਰ ਦੀ ਵਡਿਆਈ। ਹੂੰ ਦੇ ਉਹ ਵਡਿਆਈ ਮਿਲੇਗੀ ਕਰੇ ਸੋ। ਗੁਰਬਾਣੀ ਦੇ ਉਪਦੇਸ਼ਾਂ ਦੁਆਰਾ। ਕਹਿੰਦੇ ਨੇ ਤੇਰਾ ਦਾਨ ਤੂੰ ਹੈ ਦੀਵਾਨ। ਹੂੰ ਉਹ ਕਹਿੰਦੇ ਨੇ ਗੁਰਮੁਖ ਜਿਹੜਾ ਹੈ ਨਾ, ਉਸ ਨੂੰ ਤੇਰਾ ਹੀ ਸਹਾਰਾ ਰਹਿੰਦਾ, ਤੇਰਾ ਹੀ ਤਾਣ ਹੈ, ਤੇਰੇ ਤੋਂ ਹੀ ਉਮੀਦਾਂ ਰੱਖਦਾ ਉਹ, ਤੇਰਾ ਹੀ ਆਸਰਾ ਲੱਭਦਾ। ਦੀਵਾਨ ਕੀ ਹੈ? ਆਸਰਾ। ਆਸਰਾ ਲੱਭਦਾ ਉਹ ਤੇਰਾ, ਵੀ ਮੈਨੂੰ ਹੋਰ ਕਿਸੇ ਦਾ ਕੋਈ ਆਸਰਾ ਨਹੀਂ ਹੈ। ਕਿਉਂਕਿ ਕੋਈ ਵੀ ਦੀਵਾਨ ਬੰਦਾ ਕਿਸੇ ਵੀ ਟਾਈਮ ਆਪਣੇ ਦੀਵਾਨ ਫਾਇਦੇ ਵੀਰ ਲਈ ਜੀ ਤੁਹਾਡੇ ਨਾਲ ਨੁਕਸਾਨ ਦਰਬਾਰ ਕਰ ਹੀ ਹੋ ਗਿਆ ਸਕਦਾ, ਇੱਕ ਤਰ੍ਹਾਂ ਜਾਂ ਦਾ। ਮਤਲਬ ਦੇ ਰਿਸ਼ਤੇ ਹੈਗੇ ਆ ਸਾਰੇ। ਇਹ ਗੁਰਬਾਣੀ ਵਿੱਚ ਕਈ ਜਗ੍ਹਾ ਫਰਮਾਨ ਹੈਗਾ। ਗੁਰ ਕਾ ਸ਼ਬਦ ਸੱਚ ਨਿਸ਼ਾਨ। ਗੁਰੂ ਦਾ ਜਿਹੜਾ ਸ਼ਬਦ ਹੈ ਨਾ, ਉਹ ਨਿਸ਼ਾਨੀ ਹੈ ਇਸ ਗੱਲ ਦੀ, ਸੱਚ ਦੀ। ਸੱਚ ਦੀ ਨਿਸ਼ਾਨੀ ਕੀ ਹੈ? ਗੁਰੂ ਦਾ ਸ਼ਬਦ। ਗੁਰੂ ਦਾ ਸ਼ਬਦ ਕੀ ਹੈ? ਗੁਰੂ ਦਾ ਗਿਆਨ, ਗੁਰੂ ਦਾ ਸੰਪੂਰਨ ਗਿਆਨ। ਹੂੰ ਫਿਰ ਅੱਗੇ ਗੁਰੂ ਸਾਹਿਬ ਕਹਿ ਰਹੇ ਨੇ, ਮੰਨੈ ਹੁਕਮ ਸੋ ਪ੍ਰਗਟ ਜਾਏ। ਕਹਿੰਦੇ ਨੇ ਜਿਹੜਾ ਹੁਕਮ ਨੂੰ ਮੰਨ ਲੈਂਦਾ ਹੈ, ਤੇ ਉਹ ਜਿਹੜਾ ਪ੍ਰਗਟ ਹੋ ਜਾਂਦਾ ਆਪਣੇ ਆਪ ਵਿੱਚ, ਉਹਦੇ ਰੋਸ਼ਨੀ ਹੋ ਜਾਂਦੀ ਹੈ, ਹੂੰ ਗਿਆਨ ਦੀ ਰੋਸ਼ਨੀ ਹੋ ਜਾਂਦੀ ਹੈ, ਆਨੰਦ ਦੀ ਪ੍ਰਗਟਾਵਾ ਹੋ ਜਾਂਦਾ, ਆਨੰਦ ਦਾ। ਪ੍ਰਗਟ ਜਾਏ, ਪ੍ਰਗਟ ਵਾਲੇ ਪਾਸੇ ਉਹ ਚਲਾ ਜਾਂਦਾ। ਸੱਚਾ ਨਿਸ਼ਾਨ ਥਾਕ ਨਾ ਪਾਏ। ਉਹ ਸੱਚ ਜਿਹੜਾ ਨਿਸ਼ਾਨ। ਸ਼ਬਦ ਦਾ ਨਿਸ਼ਾਨ ਹੈ ਨਾ, ਸੱਚ ਦਾ ਨਿਸ਼ਾਨ, ਹੂੰ ਉਹ ਜਿਹੜਾ ਥਾਕ ਨਾ ਪਾਏ, ਉਹਨੂੰ ਕੋਈ ਰੋਕ ਨਹੀਂ ਸਕਦਾ। ਹੂੰ ਸੱਚ ਨੂੰ ਥਾਕ ਕਹਿੰਦੇ ਰੋਕਣ। ਹੂੰ ਯਾਨੀ ਕਿ ਅਸੀਂ ਜਿਸ ਤਰ੍ਹਾਂ ਹਾਈਵੇ ਤੇ ਚੱਲਨੇ ਆ ਤੇ ਰਸਤੇ 'ਚ ਟੋਲ ਆ ਜਾਂਦਾ, ਉਹ ਰੁਕਣਾ ਪੈਂਦਾ, ਤੇ ਉੱਥੇ ਕੋਈ ਟੋਲ ਨਹੀਂ ਆਣਾ, ਕੋਈ ਰੁਕਾਵਟ ਨਹੀਂ ਆਣੀ। ਸੱਚ ਦੇ ਨਿਸ਼ਾਨ ਵਾਲੇ ਨੂੰ ਸਾਰੀ ਜ਼ਿੰਦਗੀ ਬੜੀ ਸਮੂਥ ਚੱਲਦੀ ਹੈ, ਬੜੇ ਹੀ ਸਿੱਧੇ ਰਸਤੇ ਤੇ ਉਹ ਚੱਲਦਾ, ਉਹ ਟੇਢੇ ਮੇਢੇ ਰਸਤਿਆਂ ਵਿੱਚ ਨਹੀਂ ਚੱਲਦਾ। ਉਹਦੇ ਵਾਸਤੇ ਰਸਤਾ ਬਿਲਕੁਲ ਸਾਫ਼ ਪੱਧਰਾ ਹੁੰਦਾ। ਹੂੰ ਪੰਡਿਤ ਪੜ੍ਹੇ ਵਖਾਣੇ ਵੇਦ। ਪੰਡਿਤ ਜਿਹੜੇ ਨੇ ਉਹ ਪੜ੍ਹਦੇ ਨੇ, ਵਿਆਖਿਆ ਕਰਦੇ ਨੇ, ਤੇ ਅੰਦਰ ਦੀ ਜਿਹੜੀ ਗੱਲ ਨੇ ਨਾ, ਉਹ ਨਹੀਂ ਦੱਸਦੇ ਨੇ। ਅੰਦਰ ਦਾ ਗਿਆਨ ਜਿਹੜਾ, ਕਿਉਂ ਨਹੀਂ ਦੱਸਦੇ? ਕਿਉਂਕਿ ਉਹ ਮਾਇਆ ਦਾ ਵਪਾਰ ਕਰਦੇ ਨੇ ਪੰਡਿਤ। ਇਹ ਉਹਨਾਂ ਪੰਡਤਾਂ ਦੀ ਗੱਲ ਕੀਤੀ, ਸਾਰੇ ਪੰਡਿਤ ਗਲਤ ਨਹੀਂ ਹੁੰਦੇ ਨੇ। ਤੇ ਹੂੰ ਜਿਹੜੇ ਪੰਡਿਤ ਪੜ੍ਹ ਕੇ ਵਿਆਖਿਆ ਕਰਦੇ ਨੇ ਵੇਦਾਂ ਦੀ, ਪਰ ਉਹ ਅੰਦਰ ਦਾ ਪਰੇਸ਼ਾਨੀਆਂ, ਅੰਦਰ ਦਾ ਕਿਸ ਕਰਕੇ ਦੁੱਖ ਹੈਗਾ, ਕਿਸ ਕਰਕੇ ਚਿੰਤਾ ਵੇ, ਉਹਦਾ ਦੱਸਦੇ ਹੀ ਨਹੀਂ ਨੇ। ਅਸੀਂ ਸੁਣਦੇ ਰਹਿੰਦੇ ਹਾਂ, ਅਸੀਂ ਆਪਣੇ ਗੁਰਦੁਆਰੇ ਵੀ ਕਥਾ ਸੁਣਦੇ ਹਾਂ, ਅੰਦਰ ਦੀ ਗੱਲ ਕੋਈ ਕਰਦਾ ਹੀ ਨਹੀਂ ਪਿਆ, ਸਾਰੇ ਬਾਹਰ ਦੇ ਗੱਲਾਂ ਕਰਕੇ ਤੇ ਇਤਿਹਾਸ ਸੁਣਾ ਕੇ। ਇਤਿਹਾਸ ਕੋਈ ਗਲਤ ਚੀਜ਼ ਨਹੀਂ ਹੈ, ਇਤਿਹਾਸ ਹੋਣਾ ਚਾਹੀਦਾ, ਪਰ ਇਤਿਹਾਸ ਸੁਣ ਕੇ ਅਸੀਂ ਉਦਾਂ ਦਾ ਬਣ ਜਾਈਏ। ਇਤਿਹਾਸ ਇਸ ਲਈ ਹੁੰਦਾ, ਪਰ ਉਹ ਉਦਾਂ ਦਾ ਕਿਵੇਂ ਬਣਾਂਗੇ? ਜਦੋਂ ਅਸੀਂ ਗੁਰਬਾਣੀ ਦੇ ਉਪਦੇਸ਼ਾਂ ਤੇ ਟੁਰਾਂਗੇ। ਤੇ ਉਹ ਜਿਹੜਾ ਗਿਆਨ ਪੰਡਿਤ ਜਾਂ ਭਾਈ ਸਾਹਿਬਾਨ ਜਾਂ ਹੋਰ ਮੌਲਵੀ ਵਗੈਰਾ ਨਹੀਂ ਦੇ ਪਾਉਂਦੇ। ਅੰਤਰਵਸਤ, ਜਿਹੜੀ ਅੰਤਰਵਸਤ ਸੀ ਨਾ, ਨਾਮ ਵਸਤ, ਉਹਦਾ ਭੇਦ ਨਹੀਂ ਦੱਸਦਾ। ਹੂੰ ਉਹਦਾ ਭੇਦ ਗੁਰਬਾਣੀ ਦੱਸਦੀ ਹੈ। ਹੂੰ ਗੁਰਬਾਣੀ ਆਪ ਪੜ੍ਹੀਏ, ਆਪਸ ਵਿੱਚ 4-4 ਬੰਦੇ, 5-5, 6-6 ਬੰਦੇ ਮਿਲ ਕੇ ਸੰਗਤ ਕਰੀਏ, ਸਵਾਲ ਜਵਾਬ ਕਰੀਏ, ਤਾਂ ਉਹ ਨਾਮ ਦਾ ਭੇਦ ਪਤਾ ਚੱਲਦਾ ਹੈ। ਐਵੇਂ ਗਰੁੱਪ ਵਿੱਚ 400-400 ਦੀ ਭੀੜ ਵਿੱਚ ਕੋਈ ਉੱਥੇ ਸਵਾਲ ਦੀ ਗੁੰਜਾਇਸ਼ ਨਹੀਂ ਹੁੰਦੀ,
ਤੇ ਉਹ ਫਿਰ ਭੇਦ ਨਹੀਂ ਮਿਲ ਪਾਉਂਦਾ। ਗੁਰੂ ਸਾਹਿਬ ਕਹਿ ਰਹੇ ਨੇ, ਗੁਰ ਬਿਨ ਸੋਝੀ ਬੂਝ ਨਾ ਹੋਏ, ਗੁਰੂ ਬਿਨਾ ਸੋਝੀ ਹੋ ਨਹੀਂ ਸਕਦੀ। ਗੁਰੂ ਨਾਲ ਤੋਂ ਹੀ ਸਾਰੀ ਸੋਝੀ ਮਿਲਦੀ ਹੈ, ਤਾਂ ਹੀ ਅੰਦਰ ਦੀ ਜਿਹੜੀ ਸਾਡੀ ਪ੍ਰੋਬਲਮ ਨੇ ਉਹਨੂੰ ਬੁੱਝ ਸਕਦੇ ਹਾਂ। ਜੇ ਗੁਰੂ ਨਹੀਂ ਹੈ ਵਿੱਚ, ਅਗਰ ਅਸੀਂ ਮਾਨੁਖ ਦੀ ਟੇਕ ਲੈਂਦੇ ਹਾਂ, ਚਾਹੇ ਉਹ ਕੋਈ ਕਥਾਕਾਰ ਹੈ, ਚਾਹੇ ਕੋਈ ਪੰਡਿਤ ਹੈ, ਚਾਹੇ ਕੋਈ ਮੌਲਵੀ ਹੈ, ਤੇ ਉਹ ਆਪਣੇ ਹਿਸਾਬ ਨਾਲ, ਜਿਹਦੇ ਨਾਲ ਹੈ ਮੇਰਾ ਕਸਟਮਰ ਟੁੱਟ ਨਾ ਜਾਏ, ਕਿਉਂਕਿ ਮਾਇਆ ਦਿੰਦਾ, ਉਹਦਾ ਕਸਟਮਰ ਹੀ ਹੁੰਦਾ ਨਾ। ਜੇ ਮੈਂ ਦੇ ਮਨ ਮੁਤਾਬਿਕ ਗੱਲ ਨਹੀਂ ਕਰਾਂਗਾ, ਕੜਵੀ ਗੱਲ ਕਰਨਾ ਨਹੀਂ ਚਾਹੁੰਦਾ ਉਹ ਜਦਕਿ ਗੁਰਬਾਣੀ ਵਿੱਚ ਬੜੀਆਂ ਕੜਵੀਆਂ ਗੱਲਾਂ ਨੇ। ਗੁਰਬਾਣੀ ਵਿੱਚ ਝਿੜਕਿਆ ਵੀ ਗਿਆ ਸਾਨੂੰ ਬੜੀ ਜਗ੍ਹਾ ਸਾਨੂੰ ਹਰਾਮਖੋਰ ਕਿਹਾ ਗਿਆ, ਬੜੀ ਜਗ੍ਹਾ ਸੂਰ ਕਿਹਾ ਗਿਆ, ਬੜੀ ਜਗ੍ਹਾ ਖੋਤਾ ਗਿਆ। ਉਹ ਪੰਡਿਤ ਕਰ ਨਹੀਂ ਸਕਦਾ, ਕਿਉਂਕਿ ਫਿਰ ਕਸਟਮਰ ਟੁੱਟਦਾ ਤੇ ਮਾਇਆ ਆਣੀ ਬੰਦ ਹੋ ਜਾਂਦੀ ਹੈ। ਉਹ ਫਿਰ ਗੁਰੂ ਬਿਨ ਸੋਝੀ, ਉਹ ਸਿਰਫ ਗੁਰੂ ਸੋਝੀ ਦੇ ਸਕਦਾ। ਅਸੀਂ ਆਪਸ ਵਿੱਚ ਵਿਚਾਰ ਵਿਮਰਸ਼ ਕਰੀਏ, ਗੁਰਬਾਣੀ ਨਾਲ ਜੁੜੇ ਰਹੀਏ, ਤੇ ਹੌਲੇ ਹੌਲੇ ਵਾਹਿਗੁਰੂ ਕਿਰਪਾ ਕਰਦਾ ਤੇ ਉਹ ਗੱਲ ਬੁੱਝ ਜਾਂਦੀ ਹੈ ਜੀ, ਸਾਰਤ ਸਾਲਵ ਹੋ ਜਾਂਦੀ ਹੈ ਜੀ। ਕਹਿੰਦੇ ਸਾਚ ਰਬ ਰਿਆ ਪ੍ਰਭ ਸੋਏ, ਕਹਿੰਦੇ ਨੇ ਉਹ ਜਿਹੜਾ ਨਾ ਉਹ ਸਾਰੇ ਹਿਰਦਿਆਂ ਵਿੱਚ ਸੱਚ ਹੈਗਾ। ਘਟ ਘਟ ਮੇ ਹਰ ਜੂ ਬਸੈ, ਸਾਚ ਰਬ ਰਿਆ ਪ੍ਰਭ ਸੋਏ। ਤੇ ਕਿਆ ਹੋ ਆਖਾ ਆਖ ਖਾਣੀ, ਕਹਿੰਦੇ ਨੇ ਉਹਦਾ ਕੀ ਜ਼ਿਕਰ ਕੀਤਾ ਜਾ ਸਕਦਾ, ਕਿਉਂਕਿ ਉਹਦੇ ਨਾਲ ਸਾਡੀ ਅਜੇ ਇੰਟਰੋਡਕਸ਼ਨ ਹੀ ਨਹੀਂ ਹੈ। ਕੀ ਕਹੀਏ ਉਹਨੂੰ, ਕਿਆ ਹੋ ਆਖਾ ਆਖ ਖਾਣੀ, ਆਖ ਕੇ ਮੈਂ ਅੱਗੇ ਕਿਸ ਨੂੰ ਕੀ ਦੱਸਾਂ, ਦੱਸ ਸਕਦਾ ਨਹੀਂ, ਕਿਉਂਕਿ ਆਪ ਤਾਂ ਸੋਝੀ ਪਾਈ ਨਹੀਂ ਹੈ। ਤੇ ਕਹਿੰਦੇ ਨੇ ਤੂੰ ਆਪੇ ਜਾਣੇ ਸਰਬ ਵਿਡਾਣੇ, ਤੂੰ ਆਪ ਹੀ ਜਾਣਦਾ, ਤੂੰ ਆਪ ਹੀ ਇਸ ਭੇਦ ਨੂੰ ਜਾਣਦਾ ਵੀ ਕਿਉਂ ਕਿਸੇ ਨੂੰ ਕੋਈ ਨਾਮਦਾਨ ਵਸਤੂ ਮਿਲ ਜਾਂਦੀ ਹੈ, ਕਿਸੇ ਨੂੰ ਨਹੀਂ ਮਿਲਦੀ, ਕੋਈ ਗਲਤ ਪਾਸੇ ਚੱਲ ਪੈਂਦਾ ਹੈ, ਕੋਈ ਠੀਕ ਪਾਸੇ ਚੱਲ ਪੈਂਦਾ। ਸਾਨੂੰ ਆਪਣੀ ਫਿਕਰ ਹੋਣੀ ਚਾਹੀਦੀ ਹੈ ਸਭ ਤੋਂ ਪਹਿਲੇ, ਅਸੀਂ ਆਪ ਸੁਧਰਨਾ, ਤੇ ਅਸੀਂ ਆਪ ਸੁਧਰਨ ਵਾਸਤੇ ਅਸੀਂ ਉਹਦੇ ਗੁਰਬਾਣੀ ਵਿੱਚ ਜਿਹੜੇ ਉਪਦੇਸ਼ ਨੇ ਉਹਨਾਂ ਨਾਲ ਜੁੜਨਾ। ਫਿਰ ਗੁਰੂ ਸਾਹਿਬ ਕਹਿੰਦੇ ਨਾਨਕ ਏਕੋ ਦਰ ਦੀਵਾਨ, ਇਹ ਨਾਨਕ, ਜਿੱਥੇ ਨਾਨਕ ਮੁਕਤਾ ਆਂਦਾ ਕਾਂ ਨੂੰ, ਉੱਥੇ ਕਹਿੰਦੇ ਨੇ ਗ੍ਰਾਮਰ ਦੇ ਐਕਸਪਰਟ ਕਹਿੰਦੇ ਹੇ ਨਾਨਕ ਬੋਲਣਾ ਚਾਹੀਦਾ। ਏਕੋ ਦਰ ਦੀਵਾਨ, ਹੇ ਨਾਨਕ ਇੱਕੋ ਹੀ ਦਰ ਹੈ, ਉਹ ਇੱਕੋ ਹੀ ਆਸਰਾ ਹੈ। ਦੀਵਾਨ ਮਤਲਬ ਆਸਰਾ, ਦਰ ਮਤਲਬ ਦਰਵਾਜ਼ਾ, ਇੱਕੋ ਹੀ ਦਰਵਾਜ਼ਾ, ਇੱਕੋ ਹੀ ਆਸਰਾ ਵੇ, ਜਿੱਥੇ ਮੈਨੂੰ ਇਹ ਸੱਚ ਰੂਪੀ ਗਿਆਨ ਮਿਲ ਸਕਦਾ ਹੈ, ਸੱਚ ਦਾ ਗਿਆਨ। ਗੁਰਮੁਖੀ ਸਾਚ ਤਹਾ ਗੁਦਰਾਨ, ਗੁਦਰਾਨ ਦਾ ਮਤਲਬ ਹੈ ਗੁਜਾਰਨ, ਗੁਜਰਾਨ ਤੋਂ ਗੁਦਾਰਨ ਇਸ ਲਈ ਬਣਿਆ ਕਿਉਂਕਿ ਗੁਰਬਾਣੀ ਵਿੱਚ ਨਾ ਕੁਝ ਅੱਖਰ ਇਸ ਤਰ੍ਹਾਂ ਬਦਲੇ ਗਏ ਨੇ, ਜਿਵੇਂ ਕਾਜੀ ਨੂੰ ਕਾਦੀ ਕਿਹਾ ਗੁਰਬਾਣੀ ਵਿੱਚ, ਜਿਵੇਂ ਹੋਰ ਕਿਹਾ ਨਜ਼ਰ ਨੂੰ ਸਭਨਾ ਉੱਪਰ ਨਦਰ ਪ੍ਰਭ ਤੇਰੀ, ਨਜ਼ਰ ਨੂੰ ਨਦਰ ਕਿਹਾ। ਤੇ ਇਹ ਇੱਕ ਕਵੀਆਂ ਦਾ ਇੱਕ ਹੋਣਾ, ਕੋਈ ਉਹਦਾ ਭੇਦ ਸਾਨੂੰ ਨਹੀਂ ਪਤਾ। ਗੁਦਰਾਨ ਦਾ ਮਤਲਬ ਅਸੀਂ ਸਮਝ ਲਈਏ ਗੁਜਰਾਨ। ਕਹਿੰਦੇ ਗੁਰਮੁਖ ਸਾਚ ਤਹਾ ਗੁਦਰਾਨ, ਯਾਨੀ ਕਿ ਗੁਜ਼ਾਰੇ ਦੀ ਪੂੰਜੀ। ਅਸੀਂ ਸਾਰੀ ਜ਼ਿੰਦਗੀ ਸਾਨੂੰ ਕਈ ਔਕੜਾਂ ਆਉਂਦੀਆਂ ਨੇ, ਕਈ ਪਰੇਸ਼ਾਨੀਆਂ ਆਉਂਦੀਆਂ ਨੇ, ਤੇ ਜਦ ਸਾਡੇ ਕੋਲ ਰਾਸ ਪੂੰਜੀ ਹੋਏਗੀ, ਅਸੀਂ ਆਪਣੇ ਗੁਰੂ ਕੋਲ ਪੁੱਛਾਂਗੇ ਹੁਣ ਇੱਥੇ ਇਹ ਪ੍ਰੋਬਲਮ ਆ ਗਈ, ਦੱਸੋ, ਸਾਡੇ ਅੰਦਰ ਗੁਰਬਾਣੀ ਵਸੀ ਹੋਏਗੀ, ਸਾਨੂੰ ਉਹਦਾ ਹੱਲ ਮਿਲ ਜਾਏਗਾ। ਉਹ ਵੇ ਰਾਸ ਪੂੰਜੀ, ਰਾਸ ਪੂੰਜੀ। ਗੁਰਮੁਖ ਸਾਚ ਤਹਾਂ ਗੁਦਰਾਨ। ਤੇ ਇੱਥੇ ਸ਼ਬਦ ਦੀ ਸਮਾਪਤੀ ਹੈ ਜੀ। ਜਿੰਨਾ ਮੇਰੇ ਕੋਲ ਹੋ ਸਕਦਾ ਸੀ ਮੈਂ ਆਪਣੀ ਤਰਫੋਂ ਕੋਸ਼ਿਸ਼ ਕੀਤੀ ਹੈ। ਜੇ ਕਿਸੇ ਕੋਈ ਮੇਰੀ ਗਲਤੀ ਹੋਈ ਗਈ ਹੋਏ ਤਾਂ ਮੈਨੂੰ ਜ਼ਰੂਰ ਦੱਸਣਾ। ਮੈਨੂੰ ਥੋੜਾ ਜਿਹਾ ਜੀ ਮੈਨੂੰ ਥੋੜਾ ਜਿਹਾ ਨਾ, ਜਿਵੇਂ ਪਤਾ ਨਹੀਂ ਹਰ ਵਾਰੀ ਲੱਗਦਾ ਕੁਝ ਟੈਂਸਿਸ ਦਾ ਫਰਕ ਲੱਗਿਆ ਮੈਨੂੰ ਹਰ ਜਗ੍ਹਾ ਤੇ, ਤਕਰੀਬਨ ਮੈਂ ਸਾਰੀ ਜਿੰਨੇ ਵੀ ਵੀਰ ਭੈਣ ਸਾਰੇ ਜੁੜੇ ਨੇ, ਸਾਰਿਆਂ ਨੂੰ ਰਿਕੁਐਸਟ ਹੈ ਜੀ, ਇਹ ਹੁਣ ਡਿਸਕਸ਼ਨ ਓਪਨ ਹੈ। ਜੇ ਕਿਸੇ ਹੋਰ ਵੀਰ ਭੈਣ ਨੇ ਆਪਣਾ ਕੋਈ ਇਹਦੇ ਵਿੱਚ ਐਡੀਸ਼ਨ ਜਾਂ ਸਬਸਟ੍ਰੈਕਸ਼ਨ ਕਰਨੀ ਹੈ, ਕਾਈਂਡਲੀ ਕੁਝ ਐਸੀਆਂ ਗੱਲਾਂ ਨੇ ਜਿਹੜੀਆਂ ਰਿਪੀਟ ਨਾ ਹੋਣ, ਉਹਦਾ ਧਿਆਨ ਰੱਖ ਕੇ ਆਪਾਂ ਕਰੀਏ, ਕਿਉਂਕਿ ਟਾਈਮ ਬੜਾ ਕੀਮਤੀ ਹੈ। ਤੇ ਟਾਈਮ ਘੱਟ ਦੀ ਗੱਲ ਨਹੀਂ ਕਰ ਰਿਹਾ, ਖੁੱਲਾ ਟਾਈਮ ਹੈ ਆਪਣੇ ਕੋਲ, ਪਰ ਇਹ ਥੋੜਾ ਧਿਆਨ ਰੱਖੇ ਵੀ ਗੱਲ ਰਿਪੀਟ ਨਾ ਹੋਏ। ਤੇ ਆਪਣੇ ਪੱਖ ਹੈਂਡ ਰੇਜ਼ ਦਾ ਸਿਗਨਲ ਦੇ ਦੇਣ, ਨਾਲ ਦੇ ਨਾਲ ਫਿਰ ਅਨਮਿਊਟ ਹੋ ਜਾਣਗੇ, ਜਾਂ ਜਿਹੜੇ ਵੀ ਅਨਮਿਊਟਡ ਨੇ ਕਹਿੰਦੇ ਉਹ ਧਿਆਨ ਰੱਖਣ ਆਪਣਾ। ਤੇ ਜੀ ਸੀਮਾ ਜੀ ਤੁਸੀਂ ਕੁਝ ਕਹਿ ਰਹੇ ਹੋ? ਨਹੀਂ, ਓਕੇ। ਮੈਨੂੰ ਵੀਰ ਜੀ ਨਾ ਟੈਂਸਿਸ ਦਾ ਥੋੜਾ ਜਿਹਾ ਫਰਕ ਲੱਗਾ, ਜਿਵੇਂ ਮੈਂ ਇਹਨੂੰ ਇਸ ਤਰ੍ਹਾਂ ਦੇਖ ਰਿਹਾ ਸੀ ਸ਼ਬਦ ਨੂੰ, ਜਿਹੜੀ ਕੁਦਰਤੀ ਜਦੋਂ ਸਿਲੈਕਟ ਕੀਤਾ ਨਾ ਸ਼ਬਦ ਨੂੰ, ਮੈਂ ਇਸ ਤਰ੍ਹਾਂ ਦੇਖ ਰਿਹਾ ਸੀ ਵੀ ਜਿਵੇਂ ਦੇਖੋ ਮੇਰਾ ਧਿਆਨ ਆਉਂਦਾ ਵੀ ਗੁਰਬਾਣੀ ਲਿਖੀ ਕਿਉਂ, ਜਿਹੜੇ ਸਾਡੇ ਭਗਤ ਨੇ, ਜਿਹੜੇ ਸਾਡੇ ਗੁਰੂ ਨੇ, ਉਹਨਾਂ ਨੇ ਗੁਰਬਾਣੀ ਲਿਖੀ ਕਿਉਂ,
ਉੱਥੋਂ ਦੀ ਮੇਰਾ ਥਾਟ ਜਦੋਂ ਚੱਲਦਾ ਹੈ ਤੇ ਕਿਉਂ ਤੋਂ ਫਿਰ ਇੱਕ ਜਵਾਬ ਆਉਂਦਾ ਹੈ ਵੀ ਇਸ ਕਰਕੇ ਲਿਖੀ ਹੈ ਵੀ ਲੋਕ ਉਲਟੇ ਕਰਮ ਕਰ ਰਹੇ ਸੀ, ਲੋਕ ਗਲਤਾਨ ਸੀ, ਲੋਕ ਫਸੇ ਹੋਏ ਸੀ ਕਿਧਰੇ ਨਾ ਕਿਧਰੇ, ਤੇ ਉਹਨਾਂ ਨੇ ਆਪਣਾ ਐਕਸਪੀਰੀਅੰਸ ਸ਼ੇਅਰ ਕਰਤਾ। ਜਿਵੇਂ ਆਪਾਂ ਕਹਿੰਦੇ ਕਿਸੇ ਨੇ ਗੱਲ ਕਹੀ, ਅਗਲੇ ਨੇ ਲਿਖ ਲਈ। ਸੋ ਇਸ ਤਰ੍ਹਾਂ ਇਹ ਲਿਖੀ ਗਈ ਹੈ। ਹੁਣ ਦੇਖੋ ਉੱਪਰ ਪਹਿਲੀ ਪੰਕਤੀ ਦੀ ਨਾ, ਮੈਨੂੰ ਇਹ ਲੱਗਦਾ ਵੀ ਮਤਲਬ ਸਿਰਫ ਟੈਂਸ ਦੇ ਵਿੱਚ ਮੈਂ ਗੱਲ ਕਰ ਰਿਹਾ, ਮੈਨੂੰ ਤੁਹਾਡੇ ਅਰਥਾਂ ਦੇ ਵਿੱਚ ਕੋਈ ਨਹੀਂ ਲੱਗਿਆ, ਪਰ ਟੈਂਸ ਦੇ ਵਿੱਚ ਸਿੱਧਾ ਸਿੱਧਾ ਆਪਾਂ ਗੱਲ ਕਰੀਏ ਤੇ ਸਿੱਧਾ ਸੇਵਕ, ਦਾਸ, ਭਗਤ, ਜਨ, ਇੱਥੇ 4 ਕੈਟੇਗਰੀਜ਼, ਜਿਵੇਂ ਮੈਨੂੰ ਲੱਗਦਾ ਤੁਸੀਂ ਵੀ ਸ਼ਾਇਦ ਐਵੇਂ ਹੀ ਕਿਹਾ ਸੀਗਾ। ਸੋ ਇੱਥੇ 4 ਕੈਟੇਗਰੀ ਨੇ, ਉਹਨੂੰ ਦੱਸਿਆ ਕੋਈ ਸੋਈ ਕੌਣ ਨੇ, ਠਾਕੁਰ ਕਾ ਦਾਸ, ਜਿਹੜਾ ਠਾਕੁਰ ਦਾ ਦਾਸ ਹੈ ਗੁਰਮੁਖ ਹੋਈ। ਸੇਵਕ, ਨਾ ਮੈਂ ਤੁਹਾਡਾ, ਨਾ ਤੁਸੀਂ ਮੇਰਾ, ਨਾ ਦਾਸ ਤੁਸੀਂ ਮੇਰੇ, ਨਾ ਮੈਂ ਤੁਹਾਡਾ। ਕਹਿਣ ਦਾ ਮਤਲਬ ਹੈ ਵੀ ਹੁਣ ਇਹ ਗੱਲ ਕਿਉਂ ਲਿਖੀ, ਇਹਦੇ 'ਚ ਇੰਪੋਰਟੈਂਸ ਹੈਗੀ। ਇਹਦੇ 'ਚ ਇੰਪੋਰਟੈਂਸ ਕੀ ਹੈ ਵੀ ਲੋਕ ਕਿਸੇ ਹੋਰ ਦੇ ਆਪਣੇ ਆਪ ਨੂੰ ਦਾਸ ਕਹਿੰਦੇ ਸੀ। ਕਿਸੇ ਕੋਈ ਪਹਾੜ ਤੇ ਚੜ ਜਾਂਦਾ ਸੀ, ਕੋਈ ਇੱਕ ਦਿਸ਼ਾ ਵੱਲ ਤੁਰ ਪੈਂਦਾ ਸੀ, ਕੋਈ ਜੰਗਲ 'ਚ ਚਲਾ ਜਾਂਦਾ ਸੀਗਾ। ਸੋ ਉਹ ਆਪਣੇ ਆਪ ਨੂੰ ਕਿਤੇ ਨਾ ਕਿਤੇ ਇਸ ਤਰ੍ਹਾਂ ਦੀ ਅਵਸਥਾ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਸੋ ਇੱਥੇ ਫਿਰ ਗੁਰੂ ਸਾਹਿਬ ਨੇ ਕਿਹਾ ਵੀ ਉਹ ਦਾਸ ਹੈ ਠਾਕੁਰ ਦਾ। ਫਿਰ ਅੱਗੇ ਕਿਹਾ ਵੀ ਕਿ ਠਾਕੁਰ ਕਿਹੜਾ, ਉਹ ਦੱਸਤਾ ਅਗਲੀ ਲਾਈਨ 'ਚ, ਜਿਨੇ ਸਿਰਜਿਆ, ਜਿਨੇ ਸਾਜੀ ਹੈ ਤੇ ਜਿਨੇ ਹੀ ਫਨਾ ਕਰ ਦੇਣੀ ਹੈ, ਖਤਮ ਕਰ ਦੇਣੀ ਹੈ, ਉਹਦਾ ਦਾਸ ਹੋਣਾ ਇੰਪੋਰਟੈਂਟ ਹੈ। ਮੈਨੂੰ ਇਸ ਜਦੋਂ ਇਸ ਬਣਤਰ ਨੂੰ ਦੇਖ ਰਿਹਾ, ਫਿਰ ਸਾਰੀ ਗੱਲ ਥੱਲੇ ਖੁੱਲਦੀ ਨਜ਼ਰ ਆ ਰਹੀ ਹੈ। ਫਿਰ ਸਾਚ ਨਾਮ ਤਿਸ ਬਿਨ ਦੂਜਾ ਅਵਰ ਨਾ ਕੋਈ, ਉਸ ਦੇ ਬਗੈਰ ਹੋਰ ਕੋਈ ਹੈ ਹੀ ਨਹੀਂ। ਸੋ ਇਸ ਐਂਗਲ ਤੋਂ ਮੈਂ ਜਦੋਂ ਸ਼ਬਦ ਨੂੰ ਦੇਖਦਾ, ਫਿਰ ਮੇਰੀ ਸਾਰੀ ਥੱਲੇ ਕਲੈਰਿਟੀ ਆ ਰਹੀ ਹੈ। ਸਾਚ ਨਾਮ ਗੁਰ ਸ਼ਬਦ ਵਿਚਾਰ, ਇਹ ਰਾਓ ਦੀ ਪੰਕਤੀ ਹੈ ਨਾ, ਇਸ ਕਰਕੇ ਇਹਦੇ ਵਿੱਚ ਕੰਟੈਕਸਟ ਜਿਹੜਾ ਹੈ ਉਹ, ਕਿਉਂਕਿ ਉਹ ਸੱਚ, ਆਪਣੇ ਆਪ ਨੂੰ ਸੱਚੇ ਕਹਿ ਰਹੇ ਨੇ, ਤੇ ਸੱਚੇ ਨੂੰ ਫਿਰ ਅੱਗੇ ਇੱਥੇ ਡਿਫਾਈਨ ਕੀਤਾ ਹੈ, ਸਾਚ ਨਾਮ ਗੁਰ ਸ਼ਬਦ ਵਿਚਾਰ। ਜਿਹੜੀ ਸ਼ਬਦ ਦੀ ਵਿਚਾਰ ਦਾ, ਉਹ ਤੁਹਾਡੇ ਪੁਆਇੰਟ ਬਹੁਤ ਮੈਨੂੰ ਠੀਕ ਲੱਗਿਆ ਵੀ ਅਸੀਂ ਸ਼ਬਦੀ ਸਿਰਫ ਜਮਾ ਖਰਚ, ਜ਼ਬਾਨੀ ਜਮਾ ਖਰਚ ਜਿਹਨੂੰ ਕਹਿੰਦੇ ਆ, ਉਹ ਕਰੀ ਜਾ ਰਹੇ ਆ, ਪਰ ਕੀ ਸਾਡੀ ਲਾਈਫ ਦੇ ਵਿੱਚ ਚੇਂਜ ਆ ਰਿਹਾ, ਕੀ ਅਸੀਂ ਉਹਨੂੰ ਕਲੈਰਿਟੀ 'ਚ ਲੈ ਰਹੇ ਹਾਂ। ਗੁਰਮੁਖ ਸਾਚੇ, ਹੁਣ ਇੱਥੇ 2 ਹਿੱਸਿਆਂ 'ਚ ਪੰਕਤੀ ਹੈ। ਗੁਰਮੁਖ ਸਾਚੇ, ਉਹ ਗੁਰਮੁਖ ਸੱਚੇ ਨੇ ਕਿੱਥੇ, ਸਾਚੇ ਦਰਬਾਰ। ਉਹ ਸਾਚੇ ਦਰਬਾਰ ਦੇ ਵਿੱਚ ਜਿੱਥੇ ਟਰੂਥਫੁਲਨੈਸ ਹੋਣੀ ਹੈ, ਉੱਥੇ ਉਹ ਸੱਚੇ ਨੇ। ਇਸ ਐਂਗਲ ਤੋਂ ਜਦੋਂ ਦੇਖ ਰਿਹਾ ਤਾਂ ਹੋਰ ਗੱਲ ਨੇੜੇ ਲੱਗ ਰਹੀ ਹੈ। ਠੀਕ ਲੱਗ ਰਿਹਾ ਤੁਹਾਨੂੰ? ਠੀਕ ਹੈ, ਓਕੇ, ਥੈਂਕ ਯੂ। ਠੀਕ ਹੈ ਹਾਂਜੀ ਜੀ, ਠੀਕ ਹੈ। ਬੜੀ ਫਤਿਹ। ਹਾਂਜੀ ਹਾਂਜੀ, ਤਾਏ ਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਚੌਥੇ ਬੰਦ ਦੇ ਵਿੱਚ ਹੇਠੋਂ ਤੀਜੀ ਪੰਕਤੀ ਆ, ਗੁਰਬਿਨ ਸੋਝੀ ਬੂਝ ਨਾ ਕੋਈ। ਗੁਰਬਿਨ ਗੁਰਬਿਨ ਸੋਝੀ ਬੂਝ ਨਾ ਪੂਛਣਾ ਕੋਈ। ਬਈ। ਠੀਕ ਹੈ ਵੀ, ਹਾਂਜੀ ਹਾਂਜੀ ਠੀਕ ਹੈ, ਆ ਗਈ ਜੀ ਤਾਏ, ਹਾਂਜੀ ਇਹ ਪੰਕਤੀ ਹੈ ਜੀ। ਠੀਕ ਹੈ ਜੀ, ਮੈਂ ਹਰੀ ਨਹੀਂ ਕਰਦਾ। ਠੀਕ ਹੈ ਜੀ, ਉਹ ਵਿਆਖਿਆ ਦਾ ਕਰ ਗਏ, ਗੁਰੂ ਤੋਂ ਬਿਨਾਂ ਨਹੀਂ ਹੁੰਦਾ। ਗੁਰੂ ਨਹੀਂ, ਇਸੇ ਲਫ਼ਜ਼ ਤੇ ਗੁਰ ਹੈ। ਗੁਰ ਮਤਲਬ ਗਿਆਨ। ਗੁਰ ਗਿਆਨ, ਹਾਂ। ਗਿਆਨ ਤੋਂ ਬਿਨਾਂ ਸੋਝੀ ਨਹੀਂ ਆਉਂਦੀ। ਜਿੰਨਾ ਮਰਜ਼ੀ ਤੁਸੀਂ ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਰਾਮ ਰਾਮ ਕਰੀ ਜਾਓ, ਕੁਛ ਹੋਰ ਸ਼ਬਦ ਜਪੀ ਜਾਓ, ਜ਼ਿਆਦਾ ਸਮੇਂ ਵਾਲੇ ਨਿਰੰਕਾਰੀ ਵਾਲੇ ਜੋ ਚੱਲਦੇ ਨੇ ਸੰਸਾਰ ਦੇ ਵਿੱਚ, ਹੈ ਜੀ, ਬਈ ਕਰਮ ਕਾਂਡ ਕਰੀ ਜਾਓ, ਯਾਤਰਾਵਾਂ ਕਰੀ ਜਾਓ, ਤੀਰਥ ਤਪ ਦਇਆ ਦਤ ਦਾਨ ਸਾਰੇ ਕਰ ਲਓ, ਪਰ ਜਿੰਨੀ ਦੇਰ ਤੁਸੀਂ ਗਿਆਨ ਨਹੀਂ ਲੈਂਦੇ, ਸ਼ਬਦ ਜਿਹੜੀ ਉੱਪਰੋਂ ਸ਼ਬਦ ਦੀ ਗੱਲ ਕਰੀ, ਗੁਰ ਕਾ ਸ਼ਬਦ ਸੱਚ ਨਿਸ਼ਾਨ, ਜਿੰਨੀ ਦੇਰ ਉਹ ਨਹੀਂ ਲੈਂਦੇ, ਸਮਝ ਨਹੀਂ ਲੈਂਦੇ, ਸੋਝੀ ਜਿਹੜੀ ਗਿਆਨ ਨਾਲ ਆਉਣੀ ਆ, ਠੀਕ ਹੈ ਜੀ, ਤਾਂ ਹੀ ਸਮਝ ਆਉਣੀ ਆ, ਤਾਂ ਹੀ ਬੁੱਝਿਆ ਜਾਣਾ। ਹੁਕਮ ਬੂਝ ਪਰਮ ਪਪਾਈ, ਹੁਕਮ ਬੂਝਿਆ, ਹੁਕਮ ਤਾਂ ਹੀ ਬੁਝਿਆ ਜਾਊ ਜੇ ਅਸੀਂ ਸੋਝੀ ਲਵਾਂਗੇ। ਸੋਝੀ ਆਉਣੀ ਗਿਆਨ ਨਾਲ, ਗਿਆਨ ਦੇਣਾ ਜ਼ਰੂਰੀ ਹੈ। ਹਾਂਜੀ, ਗੁਰਬਚਨ ਸਿੰਘ ਜੀ ਪਤਾ ਹੈ ਗਿਆਨ ਗੁਰਬਚਨ ਸਿੰਘ ਜੀ ਨੂੰ, ਉਹ ਕਈ ਵਾਰੀ ਫਿਰ ਬੰਦਾ ਲੱਗ ਜਾਂਦਾ। ਜੀ ਹਾਂ ਜੀ ਹਾਂ, ਬਾਅਦ ਚ ਪੈ ਜਾਂਦੇ। ਠੀਕ ਹੈ ਤਾਏ ਜੀ, ਤੁਸੀਂ ਗੱਲ ਛੇੜ ਹੀ ਦਿੱਤੀ ਹੈ। ਤੇ ਇੱਥੇ ਨਾ ਗੱਗੇ ਨੂੰ ਗੱਗਾ ਤੇ ਰਾਰਾ, ਰਾਰਾ ਮੁਕਤਾ ਹੈ, ਇਹਨੂੰ ਆਮ ਤੌਰ ਤੇ ਅਸੀਂ ਗੁਰੂ ਕਹਿ ਦਿੰਦੇ ਹਾਂ, ਵੀ ਗੁਰੂ ਕਹਿ ਰਹੇ ਨੇ, ਤੇ ਤੁਸੀਂ ਕਹਿ ਰਹੇ ਹੋ ਇਹ ਗੁਰ ਹੈ। ਇਹ ਗੋਰਾ ਥੋੜਾ ਗਿਆਨ, ਸਪਸ਼ਟ ਕਰ ਦਿਓ। ਗੁਰ ਦਾ ਮਤਲਬ ਗਿਆਨ ਹੋ ਜੀ। ਉਹ ਜਦੋਂ ਹਾਂ ਕੱਲਾ ਗਿਆਨ, ਜੇ ਰਾਰੇ ਸਿਹਾਰੀ ਹੋਏ ਗੁਰੂ, ਫਿਰ ਗੁਰੂ ਦਾ ਗਿਆਨ ਹੋ ਗਿਆ, ਗੁਰੂ ਦਾ ਗਿਆਨ ਹੋ ਗਿਆ। ਗਿਆਨ ਦੁਆਰਾ, ਗੁਰ ਪ੍ਰਸਾਦ ਗਿਆਨ ਦੀ ਕਿਰਪਾ ਦੁਆਰਾ। ਜਦੋਂ ਗੁਰ ਪ੍ਰਸਾਦ ਕਹਿੰਦੇ ਗਿਆਨ ਦੀ ਕਿਰਪਾ ਦੁਆਰਾ ਹੁੰਦਾ ਹੈ। ਹੋਰ ਕਿਤੇ ਇੱਕ ਜੇ ਇੱਕ ਬੰਦਾ ਜਿਵੇਂ ਹੁਣ ਹੱਥ ਖੜਾ ਕਰਕੇ ਦਿਖਾਉਂਦੇ, ਫੋਟੋ ਆਸ਼ੀਰਵਾਦ ਦੇ ਰਿਹਾ,
ਬਾਬਾ ਨਾਨਕ ਦੇ ਸੰਤ ਬੰਦੇ ਨੇ ਆਸ਼ੀਰਵਾਦ ਬਾਬਾ ਰਾਮਦੇਵ ਦੇ ਕੋਲ ਜਾਂਦੇ ਬੰਦੇ ਹੱਥ ਖੜਾ ਕਰਕੇ ਆਸ਼ੀਰਵਾਦ ਦੇ ਦਿੰਦਾ। ਉਸ ਤਰ੍ਹਾਂ ਨਹੀਂ ਹੈ, ਗਿਆਨ ਦੀ ਕਿਰਪਾ ਦੁਆਰਾ ਹੀ ਹੋਣੀ ਹੈ। ਮਤਲਬ ਨੌਲੇਜ ਲੈਣੀ ਪੈਣੀ ਹੈ, ਗਿਆਨ ਲੈਣਾ ਪੈਣਾ, ਤੱਤ ਲੈਣਾ ਪੈਣਾ। ਹਾਂ, ਸੋਝੀ ਆਊਗੀ। ਹਾਂ, ਕਿਉਂਕਿ ਕਈ ਵੀਰ ਭੈਣ ਜਦੋਂ ਗੁਰਬਾਣੀ ਪੜ੍ਹਦੇ ਨੇ ਨਾ, ਉੱਥੇ ਜਿੱਥੇ ਗੁਰ ਆਂਦਾ ਉਹਨੂੰ ਗੁਰੂ ਦੀ ਸੈਂਸ ਵਿੱਚ ਲੈ ਲੈਂਦੇ ਨੇ, ਤੇ ਸਾਰੇ ਸ਼ਬਦ ਦੇ ਅਰਥ ਗੁਰੂ ਦੇ ਮੁਤਾਬਕ ਕਰ ਦਿੰਦੇ ਨੇ, ਵੀ ਗੁਰੂ ਕਹਿ ਰਿਹਾ, ਗੁਰੂ ਕਹਿ ਰਿਹਾ। ਹਾਂਜੀ ਹਾਂਜੀ ਹਾਂਜੀ, ਏਦਾਂ ਹੀ ਉਹ ਠੀਕ ਨਹੀਂ ਹੈ, ਹਨਾ? ਹਾਂਜੀ ਹਾਂਜੀ। ਹਾਂ, ਠੀਕ ਹੈ। ਮੈਨੂੰ ਲੱਗਦਾ ਸੀਗਾ, ਪਰ ਮੈਂ ਕਿਹਾ ਚਲੋ ਪ੍ਰੈਕਟਿਸ ਕਰਾਂਗੇ, ਪੁੱਛਾਂਗੇ। ਸੋ ਮੈਨੂੰ ਵੀ ਤੁਸੀਂ ਬਿਲਕੁਲ ਠੀਕ ਦੱਸਤਾ। ਮੈਂ ਵੀ ਇਹੀ ਦੇਖ ਰਿਹਾ ਸੀ ਵੀ ਸੱਚ ਹੈ, ਥੋੜਾ ਜਿਹਾ ਸਿੰਪਲੀਫਾਈ ਕਰਕੇ ਦੇਖੇ ਤੇ ਸ਼ਬਦ ਬਹੁਤ ਔਖਾ ਨਹੀਂ ਹੈਗਾ। ਸ਼ਬਦ ਆਮ ਬੰਦੇ ਦੇ ਸਮਝ ਚ ਆਉਣ ਵਾਲਾ ਸ਼ਬਦ ਹੈ। ਬਸ ਹੁਣ ਇਹ ਵੀ ਆਪਾਂ ਇਹਦੇ ਤੇ ਚੱਲ ਪਾਈਏ। ਸੱਚਾ ਅਰਜ ਸੱਚੀ ਅਰਦਾਸ, ਇੱਕੋ ਅਰਦਾਸ ਹੈ ਉੱਥੇ। ਮਹਿਲੀ ਖਸਮ ਸੁਣੇ ਸਾਬਾਸ, ਉੱਥੇ ਸਾਬਾਸ ਫਿਰ ਮਿਲਣੀ ਹੈ ਆਟੋਮੈਟਿਕ। ਸੱਚਾ ਤਖਤ ਬੁਲਾਵੇ ਸੋਈ, ਦੇ ਵਡਿਆਈ ਕਰੇ ਸੋਈ। ਜੀ ਕਿਸੇ ਹੋਰ ਨੇ ਆਪਣਾ ਕੋਈ ਕੁਐਸਚਨ ਡਾਊਟ ਕਲੀਅਰ ਕਰਨਾ ਤੇ ਆਪਾਂ ਕਰ ਸਕਦੇ ਹਾਂ ਜੀ। ਉਹਦਾ ਭੈਣ ਜੀ ਦਾ ਹੈਂਡ ਰੇਜ਼ ਹੈ ਕਾਫੀ ਦੇਰ ਤੋਂ। ਹਾਂਜੀ ਭੈਣ ਜੀ, ਆਪਣੀ ਗੱਲ ਰੱਖੋ। हेलो, ਹਾਂਜੀ, वाहिगुरु जी का खालसा, वाहिगुरु जी की फतेह। ਵਾਹਿਗੁਰੂ ਜੀ ਕੀ ਫਤਿਹ। हाँ जी, अच्छे मैं ये जो पहली लाइन है, आसा मेला पहला, सेवक जी। दास भगत जन सोई। ਇੱਥੇ ਅਸੀਂ ਇੱਕ ਛੋਟੀ ਸੀ जो मैनू समझ आ रही है कि पहले जो गुरु की वाणी मानकर जो गुरु की तरफ चलेगा या गुरु की तरफ अपना मुख करेगा, वो पहले सेवक होगा। जैसे सेवक पहले, जैसे सेवक तो एक दिन का भी हो सकता है, एक दिन भी सेवा कर सकता है, और सेवक हो सकता है कि वो महीने भर से सेवा कर रहा हो, बाद में वो कंटिन्यूस नहीं कर पा रहा हो। लेकिन जैसे सेवक की एक जो डेफिनेशन यहाँ सच्चे पातशाह ने दी है, कि जिस तरीके से सेवक और फिर दास की बात कही है, यानी पहले आपके पास आप जैसे किसी काम को कर रहे हैं, धीरे धीरे फिर आपका एक भाव अंदर से चेंज होता है। यानी आपने एक काम किया, उस काम को करने के बाद आप पहले सेवक रहे, उसके बाद आपके अंदर ऑटोमेटिकली जैसे काम करते करते या एक चीज को कंटिन्यूसली करते हुए आपके मन का भाव चेंज हो गया, तो आप एक दासत्व भाव के अंदर आ गए। फिर धीरे धीरे गुरु पिता ने आपकी तरफ जैसे जैसे नजर करनी शुरू की, आपके अंदर दास भाव पैदा होने लग गया। यानी एक डेफिनेशन के तौर पे हम अगर इसे देखेंगे, पहले सेवक हुआ, फिर वो दास होगा, फिर वो भगत होगा। यानी जब उसका दास भाव पूरा परिपक्व हो गया, उसके बाद ही वो भगत रूप में आएगा। उसकी जो दासत्व की भावना है, पूर्ण रूप से जो अपने गुरु के या अपने पिता के लिए अपनी सेवा भावना करते हुए, जैसे उसकी पूरी दासत्व होगी कि भाई मेरा कुछ नहीं है, मैं जो कुछ कर रहा हूँ इनकी मर्जी से कर रहा हूँ। यानी उनकी ये भावना पूरी तरह से अंदर से पक गई है। उसके बाद उनको ये लग रहा है कि हाँ, अब गुरु पिता ने उनके ऊपर अब इस दासत्व भाव के, यानी वो निमाणिया हो चुका है पूर्ण रूप से। उसके बाद गुरु पिता ने उनके ऊपर अपनी नजर की, तो वो भगत की कैटेगरी में आ गए हैं। तो इस तरीके से मुझे ये लग रहा है कि ये जो पहला शब्द है, सेवक दास भगत जन सोई, यानी जो ये 3 शब्द गुरु पिता ने इसलिए लिए, वरना एक शब्द से भी काम चल सकता है यहाँ पे। तो मुझे ये लगा कि सेवक, दास और भगत, ये 3 शब्द गुरु पिता ने इसलिए यूज किए हैं कि पहले आपकी सेवा भावना होगी, फिर आपका दासत्व भाव होगा, फिर आपकी भक्ति परवान होगी। जन सोई, यानी वो ही जन मुझे प्राप्त कर पाते हैं जिनकी पहले सेवा भावना होगी, फिर वो दासत्व भाव से परिपक्व होंगे, फिर उनकी भक्ति परवान होगी, वो जन होंगे। ठाकुर का दास गुरुमुख हुई। अब यहाँ देखिए, ये दूसरी लाइन आई कि ठाकुर का दास, यानी दासत्व भाव, यानी दीन हो गया वो, उनके भीतर उनके चरणा के बीच आके अपना दासत्व भाव प्रमुख आ गया यहाँ पे। तो ठाकुर को मान लिया, यानी वो मेरा मालिक है। ठाकुर कौन? जो मेरा जो सुप्रीम है, वो अब मेरे जो कुछ करेगा वही करेगा। तो यहाँ ये दासत्व भाव की दूसरी भावना तैयार हो गई कि ठाकुर का दास गुरुमुख हुई। यानी ठाकुर अब, यानी जिसकी वो सेवा कर रहे हैं या जिनकी वो दासत्व भाव से पूर्ण रूप से कर रहे हैं, यानी अब वो गुरुमुख हुआ है, तब जाके उसकी भक्ति परवान हुई है। यानी वो गुरुमुख हो चुका है, यानी वो अपने गुरु की या अपने ठाकुर की जो बात होगी उसको 100 रूप से स्वीकार कर रहा है कि हाँ ठीक है, जो हो गया वो वचन उन्होंने 100 रूप से अपना मान लिया कि हाँ यही होना है।
और इनके जो मुख से कह दिया, जैसे मैंने एक शब्द में कहीं सुना था कि गुरु नानक देव जी ने भाई लेना जी से पूछा था कि अभी दिन है या रात, तो उन्होंने सवेर के वक्त ये शब्द पूछा था कि नहीं अभी रात ही है। तो गुरु नानक देव जी ने कहा नहीं, मुझे तो दिन दिखाई दे रहा है। हाँ, उन्होंने कहा मुझे तो दिन नजर आ रहा है। तो भाई लेना जी ने भी यही कहा, हाँ महाराज मैंने भी दिन ही नजर, यानी ये दासत्व भाव हो गया उनका, यानी जो मेरे ठाकुर ने कह दिया वो 100% सच, इस तरीके से। जी। ਮਤਲਬ ਹਾਂਜੀ ਮੈਂ ਇਹਨਾਂ ਦੀ ਗੱਲ ਨਾਲ ਐਗਰੀ ਕਰ ਰਹੀ ਹਾਂ, ਮੇਰਾ ਵੀ ਇਹੀ ਸੀ। ਮੈਨੂੰ ਇੰਜ ਲੱਗ ਰਿਹਾ ਸੀ ਇੱਥੇ ਜੋ 3 ਵਰਡ ਇਹਨਾਂ ਨੇ ਕਹੇ ਨਹੀਂ ਪਹਿਲੇ ਮੇਰਾ ਜਿਸ ਹਾਂ ਮੇਰਾ ਮੈਂ ਪੁਆਇੰਟ ਬਿਲਕੁਲ ਇਹਨਾਂ ਤੋਂ ਬਿਲਕੁਲ ਡਿਫਰੈਂਟ ਹੈ। ਮੈਂ ਇਹਨਾਂ ਦੀ ਗੱਲ ਨਾਲ ਬਿਲਕੁਲ ਮੈਂ ਐਗਰੀ ਨਹੀਂ ਕਰਦਾ। ਮੈਂ ਜ਼ਰਾ ਜੀ ਆਪਣੀ ਗੱਲ ਕਰਾਂ। ਓਕੇ ਮੈਂ ਜੋ ਸਮਝ 'ਚ ਆਇਆ ਸੀ, ਜੀ 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 ਗੁਰਮੁਖ ਦਾ ਮਤਲਬ ਇੱਥੇ ਮੇਰੇ ਦਿਮਾਗ 'ਚ ਇਹ ਪਿਆ ਲਾਸਟ ਵਿੱਚ, ਫਿਰ ਉਹਦਾ ਮੁਖ ਜਦੋਂ ਗੁਰੂ ਵੱਲ ਹੋ ਗਿਆ ਸਦਾ ਲਈ, ਗੁਰੂ ਵੱਲ ਸਾਡਾ ਮੁਖ ਜਿਸ ਦਿਨ ਹੋ ਜਾਏਗਾ, ਉਸ ਦਿਨ ਅਸੀਂ ਉਸ ਦੇ ਦਾਸ ਹੋ ਜਾਵਾਂਗੇ, ਉਹਦੇ ਨਾਲ ਰਲ ਜਾਵਾਂਗੇ। ਮੈਨੂੰ ਵੀ ਇੱਥੇ ਇਹੀ ਸਮਝ ਆ ਰਿਹਾ ਸੀ। ਬਾਕੀ ਅੱਗੇ ਤੁਸੀਂ ਜੀ ਦੱਸੋ ਹੋਰ ਕੁਝ। ਹਾਂ ਮੈਂ ਆਪਣਾ ਪੁਆਇੰਟ ਰੱਖਦਾ, ਜੇ ਕਿਸੇ ਹੋਰ ਨੇ ਆਪਣਾ ਪੁਆਇੰਟ ਰੱਖਣਾ ਹੋਇਆ ਤਾਂ ਜਰੂਰ ਦੱਸਣਾ। ਮੈਨੂੰ ਲੱਗਦਾ ਤੁਸੀਂ ਸਾਰਿਆਂ ਨੂੰ ਅਨਮਿਊਟ ਕਰਤਾ ਹੈ, ਕੁਝ ਇਸ ਤਰ੍ਹਾਂ ਹੋਇਆ ਕਿਸੇ ਨੇ। ਗਜਿੰਦਰ ਸਿੰਘ ਜੌਲੀ ਜੀ ਨੇ ਕਿਹਾ ਰਾਈਟ ਸੁਧਾ ਜੀ, ਪਤਾ ਨਹੀਂ ਮੈਨੂੰ ਸੁਧਾ ਜੀ ਹਾਲੇ ਬਿਲਕੁਲ ਰਾਈਟ ਨਹੀਂ ਲੱਗ ਰਹੇ, ਉਹ ਮੈਂ ਕੋਸ਼ਿਸ਼ ਕਰਦਾ। ਇਹ ਦੇਖੋ ਨਾ, ਇਹ ਇੱਕ ਥਾਟ ਪ੍ਰੋਸੈਸ ਜਿਹੜੀ ਸੁਧਾ ਭੈਣ ਜੀ ਨੇ ਕੀਤੀ ਹੈ ਨਾ, ਇਹ ਇੱਕ ਫਿਲਾਸਫੀ ਬੜੀ ਪੁਰਾਣੀ ਚਲਦੀ ਆ ਰਹੀ ਹੈ, ਜਿੱਥੇ ਥੱਲੇ ਜਾ ਕੇ ਗੁਰਬਾਣੀ ਇਸੀ ਸ਼ਬਦ ਦੇ ਵਿੱਚ ਕਲੀਅਰ ਕਰ ਦਿੱਤਾ ਗਿਆ ਹੈ, ਪੰਡਿਤ ਪੜ੍ਹੇ ਵਖਾਣੇ ਵੇਦ। ਉਹ ਇੱਕ ਫਿਲਾਸਫੀ ਨੂੰ ਲੈ ਕੇ ਚੱਲਦੇ ਆ ਰਹੇ ਨੇ। ਉਹਨਾਂ ਦੀ ਇੱਕ ਥਾਟ ਜਿਹੜੀ ਹੈ ਵੀ ਪਹਿਲੇ ਤੇਰੀ ਸਟੇਜ ਇਹ ਬਣੇਗੀ, ਫਿਰ ਤੇਰੀ ਸਟੇਜ ਇਹ ਬਣੇਗੀ, ਫਿਰ ਦੂਜੀ ਸਟੇਜ, ਚੌਥੀ ਸਟੇਜ ਤੇਰੀ ਇਹ ਬਣੇਗੀ। ਇਹ ਇੱਕ ਥਾਟ ਪ੍ਰੋਸੈਸ ਬਹੁਤ ਹਜ਼ਾਰਾਂ ਸਾਲਾਂ ਤੋਂ ਚਲਦੀ ਆ ਰਹੀ ਹੈ। ਇਸੀ ਕਰਕੇ ਸ਼ਾਇਦ ਮੈਨੂੰ ਲੱਗ ਰਿਹਾ, ਮੈਂ ਆਪਣਾ ਵਰਜਨ ਦੇ ਰਿਹਾ, ਇਸੀ ਕਰਕੇ ਅਧਿਆਤਮਕ ਦੀ ਜਿਹੜੀ ਡੈਸਟੀਨੇਸ਼ਨ ਹੈ, ਜਿੱਥੇ ਪਹੁੰਚਣਾ ਸੀ ਉੱਥੇ ਕੋਈ ਪਹੁੰਚਿਆ ਨਹੀਂ ਹਲੇ, ਕਿਉਂਕਿ ਉਹ ਹਲੇ ਇਹਨਾਂ ਚੱਕਰਾਂ 'ਚ ਗਿਣਤੀਆਂ 'ਚ ਪਏ ਨੇ ਵੀ ਪਹਿਲੇ ਸੇਵਕ ਬਣੇਗਾ, ਫਿਰ ਤੂੰ ਦਾਸ ਬਣੇਗਾ, ਫਿਰ ਤੂੰ ਭਗਤ ਬਣੇਗਾ, ਫਿਰ ਤੂੰ ਜਨ ਕਹਿਲਾਏਗਾ। ਇਸ ਤਰ੍ਹਾਂ ਨਹੀਂ ਹੈ। ਗੁਰੂ ਸਾਹਿਬ ਦਾ ਸ਼ਬਦ ਦੀ ਬਣਤਰ ਆਪਾਂ ਸਟਾਰਟਿੰਗ ਤੋਂ ਜਦੋਂ ਦੇਖਦੇ ਹਾਂ, ਟੈਂਸਿਸ ਨੂੰ ਮਿਲਾ ਸਹੀ ਕਰਕੇ, ਫਿਰ ਇੱਥੇ ਕਲੀਅਰ ਹੋ ਜਾਂਦਾ ਵੀ ਸੇਵਕ, ਦਾਸ, ਭਗਤ, ਜਨ, ਇਹ 4 ਸਟੇਜਿਸ ਨੇ। ਸੋਈ ਦਾ ਮਤਲਬ ਇੰਪੋਰਟੈਂਸ ਹੈ ਇੱਥੇ। ਸੋਈ ਦਾ ਮਤਲਬ ਉਹ ਹੁਣ ਅੱਗੇ ਦੱਸ ਰਹੇ ਨੇ ਕੌਣ, ਠਾਕੁਰ ਕਾ ਦਾਸ, ਜਿਹੜਾ ਠਾਕੁਰ ਦਾ ਦਾਸ ਹੋਏਗਾ, ਗੁਰਮੁਖ ਹੋਈ। ਹੁਣ ਠਾਕੁਰ ਦਾ ਦਾਸ ਕੌਣ ਹੋਏਗਾ? ਜਿਹੜਾ ਗੁਰਮੁਖ ਹੋਏਗਾ, ਜਿਹੜਾ ਗੁਰ, ਜਿਵੇਂ ਤਾਇਆ ਜੀ ਨੇ ਹੁਣੇ ਬੋਲਿਆ ਵੀ ਗੁਰ ਇੰਟੈਲੈਕਚੁਅਲ ਪਾਵਰ ਥਾਟਸ। ਸੋ ਇਹ ਬਿਲਕੁਲ ਇੱਕ ਮਤ ਦੀ ਥਾਟ ਹੈਗੀ ਹੈ। ਇੱਕ ਮਤ ਐਵੇਂ ਸੋਚਦੀ ਹੈ ਪਹਿਲੇ ਤੁਸੀਂ ਸੇਵਕ ਬਣੋ, ਪਹਿਲੇ ਸਾਡੀ ਉਹ ਮਤਲਬ ਉਹ ਫਿਰ ठाकुर दी कह के अपनी सेवा कराने लग जाते सी भी हम करते हैं जी, आप हमारी सेवा करो, पहले सेवा सीखो, पहले सेवा करनी सीखो, 70 साल के हो जाओ, पहले आप सेवा तक पहुंचो। तुसी हैंड रेज कर रहे हो भैन जी? ओके सॉरी। सो पहले जी कोई बोल रहा है? इथे एक, हाँ जी मैं ही बोल रही हूँ। जी जी जरूर। तो इथे मैं एक बात कहना चाहूंगी जी कि जी करो करो। यहाँ पे गुरु पिताजी ने अपना शब्द, जैसे गुरु नानक देव जी का ही शब्द है, तो उन्होंने ये चीज अपने तीनों वर्ड इन्होंने अलग अलग यूज किया, वरना वो सीधा गुरुमुख भी ले सकते हैं। तो उन्होंने इन तीनों शब्दों को डिफाइन किया है कि भाई एक सेवक है, दास, और वो होगा जो सेवक भाव से भी, सेवा भाव भी होगा, दास भाव से भी होगा, और भगत होगा। यानी ये तो तीनों कैटेगरी अलग थोड़ी हुई, ये एक शब्द के अंदर आ रही है। तो गुरु पिता ने ये 3 शब्द यूज क्यों किए? वो गुरुमुख भी सीधा मैं कह बताता सकते हूँ हैं। आपको क्यों किए, मैं बताता हूँ। मैं कोशिश करदा ਤੁਹਾਨੂੰ ਦੱਸਣ ਦੀ। ਇਹ ਇੱਥੇ ਨਾ ਕਈ ਜਗ੍ਹਾ ਤੇ, ਕੱਲ ਵੀ ਗੁਰਬਚਨ ਵੀਰ ਜੀ ਨੇ ਇੱਕ ਪੰਕਤੀ ਭੇਜੀ ਸੀ, ਉਹਦੇ ਵਿੱਚ ਸਾਰੇ ਬਰਾਬਰ ਦੱਸੇ ਸੀਗੇ ਵੀ ਸਭ ਬਰਾਬਰ ਨੇ। ਬਰਾਬਰ ਦਾ ਮਤਲਬ ਇਹ ਹੁੰਦਾ ਹੈ ਇੱਥੇ ਕੋਈ ਕੋਰਸ ਨਹੀਂ ਹੈ। ਤੁਸੀਂ ਜਿਹੜੀ ਪੰਕਤੀ ਜਿਹੜੀ ਤੁਸੀਂ ਡਿਫਾਈਨ ਕਰ ਰਹੇ ਹੋ ਨਾ ਸੁਧਾ ਜੀ, ਉਹ ਤੁਸੀਂ ਸਿਰਫ ਪਹਿਲੀ ਪੰਕਤੀ ਨੂੰ ਲੈ ਕੇ ਕਰ ਰਹੇ ਹੋ। ਹੁਣ ਅੱਗੇ ਵੀ ਤੇ ਦੇਖਣਾ ਪਏਗਾ ਨਾ ਵੀ ਅੱਗੇ ਕੀ ਲਿਖਿਆ। ਅੱਗੇ ਲਿਖਿਆ ਠਾਕੁਰ ਕਾ ਦਾਸ। ਜਿਹੜਾ ਦਾਸ, ਹੁਣ ਇੱਥੇ ਦਾਸ ਕਿਉਂ ਲਿਆ, ਇੱਥੇ ਸੇਵਕ ਭਗਤ ਕਿਉਂ ਨਹੀਂ ਲਿਆ, ਹੈ ਨਾ? ਉਹ ਠਾਕੁਰ ਕਾ ਦਾਸ ਮਤਲਬ ਜਿਸ ਠਾਕੁਰ ਦੇ ਕਰਕੇ ਤੁਸੀਂ, ਜਿਵੇਂ ਤੁਸੀਂ ਕਹਿ ਰਹੇ ਹੋ, ਐਜ਼ ਯੂ ਆਰ ਪ੍ਰਟੈਂਡਿੰਗ,
पहले सेवक हो जाएगा, फिर दास बनेगा, फिर भगत बनेगा। किसका बनेगा? ठाकुर का। यही बता रहे हो ना आप? जी तो अब जो ठाकुर का दास बता रहे हो आप, वो ठाकुर का दास गुरमुख होई जी, ਉਹ ਹੋਏਗਾ ਜਿਹੜਾ ਗੁਰ ਦੇ ਨਾਲ जुड़ेगा। सो ऐसा कुछ भी नहीं है। ये एक पिछली एक मेंटल थॉट है जो हम कैरी करके बैठे हुए थे। वो यहाँ ब्रेक हो रही है, वो यहाँ बिल्कुल टूट रही है। ऐसा कुछ भी नहीं है। ऐसा सिर्फ ये आगे देखो, जिन सिर साजी तिन फुन गोई, ये भी इंपॉर्टेंस है। तिस बिन जी दूजा अवर ना कोई। कहने का मतलब है भी जब आप पहले सेवक किसका बनना आपने ये डिफाइन कर लो। तो सेवा भाव जैसे आप बता रहे थे, ठीक है ना, वो उसको क्रॉस चेक कर लो भी सेवा कैसे करोगे आप। अगर आप सेवक बनना है तो सेवा कैसे करोगे, उसकी क्या प्रायोरिटी है ना। तो मैं दास एक कैसे बन। चीज आपको जरूर वीर जी, एक मैं आपको स्टॉप करूंगी इस वक्त जी जी कि जी। जैसे अब आगे का भाव आया है, साच नाम गुरु शब्द विचार। हम्म। नहीं, सॉरी, ये जिन गो- सिरी, हाँ जी, जिन साजी तिन पुन गोई। हम्म। एक्चुअली इत्थे गुरु नानक देव जी का निरंकार या अकाल मूर्त जो है, जो नहीं ਤੁਸੀਂ परम ਐਵੇਂ ਦੱਸੋ शक्ति ਨਾ है। ਮੈਨੂੰ, ਤੁਸੀਂ ਫਿਰ हाँ ਐਵੇਂ ਕਰ ਲੈਨੇ ਆਪਾਂ, ਤੁਸੀਂ ਮੈਨੂੰ ਐਵੇਂ ਦੱਸੋ तब ਸੇਵਕ ਕਿਵੇਂ ਬਣੋਗੇ, ਸੇਵਕ ਦਾ ਕੀ सेवक अर्थ हमें है। किसका बना, एक मिनट वीर जी, इथे आप सुनिए, सेवक कौन हो सकता है? पहले तो नहीं नहीं, भाई हो मेरे बीच सकता तो नहीं पूछ पूरी, रहा हूं मैं, सेवक की एक क्रिया क्या है मिनट, वो बताइए आप। सेवक को छोड़ दीजिए सेवक को ना। मैं बताती हूँ। हाँ जी। ठीक है, मैं सेवक की क्रिया बताती हूँ कि जैसे मैं पूरी दुनियावी हूँ, लेकिन एक्चुअल में अब किसी के संगत करके मुझे ये लगा कि नहीं, मुझे भी ये चीज करनी चाहिए। मेरे अंदर भीतर जो मेरे अंदर का है, गुरु पिता ने तो यहाँ अंदर की बात कही है। अब मैं अंदर तो जाती नहीं, मैं बाहर की दुनिया में घूम रही हूँ। तो यहाँ इत्थे जो चीज आई कि मेरे अंदर एक भावना आ गई कि ऐसे भी चलो गुरुद्वारे की सेवा करी आते हैं। तो एक दिन या दो दिन या यहाँ ये नहीं कि हमें 60-70 साल ही सेवा करनी पड़ेगी। मैं चलो अपने मन से गई वहां पे कि चलो मैंने भी गुरुद्वारे सेवा कर ली, एक दिन कर ली, 2 दिन कर ली, किसी गुरुमुख की जैसे कोई गुरु पिता है या और कोई सेवक है उनकी सेवा कर ली। तो ये तो मेरी भावना हुई है, ये भावना की तरफ से आ रही है। दासत्व भाव, अब दासत्व भाव जरूरी है अब कि भाई एक सेवक, सेवक वो होता है, एक मम्मी अपने घर के अंदर एक माता जी है या बहन जी है, तो वो भी घर में पहले तो एक सेवक ही बनती है, फिर उनका दासत्व भाव अब अपने नहीं आप नहीं, वो आप सेवक को उनकी प्लीज क्लियरिटी। डिफाइन नहीं कर पा रहे आप ना उसको रिलेट कर रहे हैं, रिलेट मत कीजिए। ਤੁਸੀਂ ਮੈਨੂੰ ਇਹ ਦੱਸੋ ਵੀ ਸੇਵਕ ਦੀ ਡੈਫੀਨੇਸ਼ਨ ਕੀ ਹੈ, ਸੇਵਕ ਕਿਵੇਂ ਡਿਫਾਈਨ ਕਰਦੇ ਹੋ ਤੇ ਦਾਸ ਕਿਵੇਂ ਡਿਫਾਈਨ ਕਰਦੇ ਹੋ। भाई सेवक तो उसी को ही कहेंगे जो अपने मालिक की, उसकी मर्जी के लिए सेवा करे, या उनकी जो अपनी तरफ ठीक से है। जो उनको सेवा प्रदान कर सके, यानी उनकी सहायता कर सके। नहीं सहायता नहीं तो हम क्या करेंगे, सेवक उनकी क्या सहायता करेंगे, वो नहीं होगा। नहीं नहीं, लेकिन आप डेफिनेशन नहीं जो दे पा रहे आप कोशिश फिर कर से। सके, हाँ हाँ, यहाँ मैं यही कहूंगी, मैं यहाँ कुछ क्लियर नहीं कर पा रही हूँ। हाँ वही लेकिन वही। जो अपनी तरफ से, जो फिजिकली या मेंटली या फाइनेंशियली मैं जिस तरीके से कोई अपनी भावना लेके उनके चरणों में अर्पित कर सकूं, तो नहीं नहीं वो नहीं एक नहीं, चीज सेवा के। ये वही थॉट है जो हम पहले के पुराने समाज की थॉट लेके बैठे हुए हैं ना, ये वही है। मैं आपसे क्लियर पूछ रहा हूँ, सेवक की डेफिनेशन बताइए। आप कथा करने लग गए, आप मेरे को सेवक की डेफिनेशन बताओ, फिर दास की डेफिनेशन बताओ, फिर आप क्लियर हो जाओगे। वीर जी, यहाँ तो मैं इतनी गहराई में नहीं जा पाऊंगी क्योंकि हाले गए फिलहाल नहीं, तो हाँ। मेरी, हाँ कोई हाँ गल नहीं, हाँ, कोई गल नहीं, दिस इज एन ओपन प्लेटफॉर्म, ਤੁਸੀਂ ਇੱਥੇ क्योंकि 10 वारी बोलो, हाँ, कोई चक्कर नहीं है। कोई दिक्कत नहीं है, क्यों, ठीक है। क्योंकि इत्थे क्या गुरु, जो गुरुवाणी है ये काफी पुरानी चीजों से जुड़ती हुई नहीं आई जी, हुई है। पुरानी का तो कोई चक्कर ही नहीं पूरा है जी। मैं तो पूरा मैंने नहीं, मैंने पूरा आप प्लेटफॉर्म उन्होंने पूरी दुनिया का आने वाला नहीं नहीं, फ्यूचर ਤੁਸੀਂ भी उन्होंने कंफ्यूज ना इसी हो, शब्दों में रख दिया। हाँ ਗੱਲ ਡਰੈਗ ਨਾ ਕਰੋ, हाँ ਤੁਸੀਂ हाँ। कंफ्यूज ਨਾ ਹੋਵੋ। ਮੈਂ ਗੁਰਬਾਣੀ ਦੇ ਅਰਥ हम्म, ਨਹੀਂ ਪੁੱਛ ਰਿਹਾ ਤੁਹਾਨੂੰ, ਮੈਂ ਤਾਂ ਤੁਹਾਨੂੰ ਪੁੱਛ ਰਿਹਾ ਸੇਵਕ ਦਾ ਅਰਥ ਦੱਸ ਦਿਓ, ਦਾਸ ਦਾ ਅਰਥ ਦੱਸ ਰਹੇ ਹੋ ਬਸ। ਗੁਰਬਾਣੀ ਨੂੰ ਹਾਲੇ ਮੈਂ ਤੁਹਾਨੂੰ ਕਹਿੰਦਾ ਹੀ ਨਹੀਂ ਤੁਸੀਂ ਛੇੜੋ। ਤੁਸੀਂ ਜਦੋਂ ਇਹਨਾਂ ਦੋਨਾਂ ਦਾ ਡਿਫਰੈਂਸ ਪਤਾ ਲੱਗ ਜਾਏਗਾ ਤੁਹਾਨੂੰ, ਮੈਨੂੰ ਲੱਗਦਾ ਤੁਹਾਨੂੰ ਆਪਣੇ ਆਪ ਹੀ ਕਲੀਅਰ ਹੋ ਜਾਏਗਾ। ਦੋਨੋਂ ਹੀ ਸੇਮ ਚੀਜ਼ਾਂ ਨਿਕਲਣਗੀਆਂ ਮੇਰੇ ਪੁਆਇੰਟ ਆਫ View ਨਾਲ। ਬਾਕੀ ਆਪਾਂ ਲਾਈਵ ਹੈਗੇ ਆ, ਤੁਸੀਂ ਕਦੀ ਵੀ ਸਾਡੇ हम्म, ਨਾਲ ਇਸ ਪਲੇਟਫਾਰਮ ਤੇ ਦੁਬਾਰਾ ਫੇਰ ਗੱਲ ਕਰ ਸਕਦੇ ਹੋ, ਨੋ ਇਸ਼ੂਜ਼। इफ यू वांट टू कंटिन्यू जी राइट जी। नाउ यू कैन। तो फिलहाल तो वीर जी आप ही इसको डिफाइन कीजिए। तो मैंने तो पहले कर दिया था कि साड़ी सेवक। मत थोड़ी है। हाँ सेवक मैं के दस लिए रहा, मैं एक चीज यहाँ, हाँ जी, मैं मैं एक दस। कह सकती हूँ कि भाई जो मेरी भावना या जो मुझे समझ में आया गुरुवाणी पढ़ के, सेवक, दास, ये दो मेरी जो बुद्धि है उसके अनुसार यही समझ में आता है कि पहले सेवा भावना आती है, फिर दासत्व भाव आता है।
फिर वो जब ये क्या दो दासत्व बात बताएंगे तो सही ना आप, दासत्व भाव तो, जो है वो क्या है? सुधा जी क्लियर जो कीजिए, आपकी प्लीज सेवा में। डिफाइन कर हाँ। दीजिए, हमें और भी ਭੈਣ ਜੀ ਉਹ जानकारी ਦੱਸ ਰਹੇ ਨੇ ਨਾ, ਉਹਨਾਂ ਨੂੰ ਨਹੀਂ ਕਲੀਅਰ ਹੋ ਰਿਹਾ, ਉਹਨਾਂ ਨੇ ਦੱਸਤਾ ਵੀ ਮੇਰੇ हाँ ਤੋਂ ਹਲੇ ਕਲੀਅਰ हाँ ਨਹੀਂ ਹੋ ਰਿਹਾ तुसी ਉਹ। दस दो वीर जी, प्लीज तुसी क्लियर कर दो। ਨਹੀਂ ਮੈਂ ਤਾਂ ਦੱਸਤਾ ਜੀ, ਦੋਨੋਂ ਦੋਨੋਂ ਬਰਾਬਰ ਨੇ। ਇਹ ਇੱਕ ਮਤ ਜਿਹੜੀ ਪੁਰਾਣੀ ਚੱਲਦੀ ਆ ਰਹੀ ਹੈ ਨਾ, ਇਹ जी ਥਾਟ, ਇਹ ਡਾਇਲੌਗਸ, ਇਹ ਸ਼ੈਲੀ, ਇਹ ਉੱਥੋਂ ਦੀ ਚੱਲਦੀ ਆ ਰਹੀ ਹੈ ਵੀ ਪਹਿਲੇ ਤੁਸੀਂ ਸੇਵਕ ਬਣੋ, ਫਿਰ ਦਾਸ ਬਣੋ, ਫਿਰ ਭਗਤ ਦੀ ਪੋਜੀਸ਼ਨ ਆਏਗੀ, ਜਨ ਦੀ ਪੋਜੀਸ਼ਨ ਆਏਗੀ। ਐਸਾ ਨਹੀਂ ਹੁੰਦਾ। ਇਸੀ ਸ਼ਬਦ ਦੇ ਵਿੱਚ ਜਿਹੜਾ ਸਾਹਮਣੇ ਲੱਗਿਆ ਹੋਇਆ ਹੈ, ਇੱਥੇ ਕਲੀਅਰ ਹੈ। ਕਿਉਂ? हाँ ਕਿਉਂਕਿ ਦਾਸਵਤਵ ਦਾ ਭਾਵ ਦੱਸ ਕੇ, ਸੇਵਕ ਦਾ ਭਾਵ ਦੱਸ ਕੇ, ਪੁਰਾਤਨ ਸਮੇਂ ਦੇ ਵਿੱਚ ਜੋ ਪੰਡਤ ਪੜ੍ਹੈ ਵਖਾਣ ਵੇਦ ਕਰਦਾ ਸੀ, ਉਸ ਪੰਡਤ ਦੀ जी ਗੱਲ ਚੱਲ ਰਹੀ ਹੈ। ਉਹ ਪੰਡਤ हाँ ਦੀ ਗੱਲ जी ਨਹੀਂ ਚੱਲ ਰਹੀ ਜਿਹੜਾ ਇੰਟੈਲੈਕਚੁਅਲ, ਹਾਈਲੀ ਇੰਟੈਲੈਕਚੁਅਲ ਸੀਗਾ। ਇਹ ਪਖੰਡੀ ਪੰਡਤ ਦੀ ਗੱਲ ਚੱਲ ਰਹੀ ਹੈ ਵੀ ਜਿਹੜਾ ठीक ਕਹਿ ਰਿਹਾ ਸੀਗਾ ਵੀ ਇਹ ਠਾकुर जी हैं, ये ठाकुर की सेवा करो, अब पहले हाँ सेवक बनो। ਫਿਰ ਉਹ ਸੇਵਾ ਕਿਵੇਂ ਕਰਾਂਦਾ ਸੀ ਸਾਰੀ ਦੁਨੀਆ ਨੂੰ ਪਤਾ ਹੈ। जी तो फिर वो कहता जी सेवक बनो, फिर कहता जी नहीं अब तुम दासवत्व का भाव लेके आओ, फिर वो आएगा तेरे पास, अभी नहीं आया है। ਇਹ ਕੌਣ ਦੱਸਦਾ ਸੀ? हाँ ਇਹ ਉਹੀ ਜਿਹੜਾ ਇੱਕ ਸੋ ਕਾਲਡ जिस ਪੰਡਿਤ पंडित ਸੀ, की गल हो रही है, हाँ ਜਿਹਨੂੰ जी ਅਸੀਂ, ਜਿਹਨੂੰ ਕੁਝ ਕੰਠਸਥ ਸੀਗਾ, ਜਿਹਨੂੰ ਕੁਝ ਯਾਦ ਰਹਿੰਦਾ ਸੀ ਕੰਠਸਥ, ਉਹ ठीक ਉਚਾਰਨ ਕਰਦਾ ਸੀ ਤੇ ਉਹ ਉਹਨੂੰ ਕਹਿੰਦਾ ਸੀ ਤੇ ਅਸੀਂ ਉਹਨੂੰ ਮੰਨਦੇ ਸੀ। ਮੈਂ ਮੰਨਦਾ ਸੀ ਉਹਨੂੰ ਤੇ ਮੈਂ ਕਹਿੰਦਾ ਜੀ ਠੀਕ जी ਹੈ, ਮੈਨੂੰ ਹੁਣ 75 ਸਾਲ ਦਾ ਹੋ ਗਿਆ, ਹਾਲੇ ਮੈਂ ਦਾਸ ਬਣਿਆ ਕਿ ਨਹੀਂ? ਨਹੀਂ, ਉਹ ਕਹਿੰਦਾ ਤੂੰ ਹਾਲੇ ਸੇਵਕ ਹੀ ਹੈ, ਅਭੀ ਤੋਂ ਬੜੇ ਜਨਮ ਲੱਗेंगे ਤੇਰੇ ਕੋ ਸੇਵਾ। ਇੱਥੇ ਗੁਰੂ ਸਾਹਿਬ ਨੇ हाँ ਕਲੀਅਰ ਕੀਤਾ ਹੈ ਵੀ ਦੂਜੇ ਦਾ ਨਹੀਂ ਹੋਣਾ, ਇੱਕ ਦਾ ਹੋਣਾ ਹੈ। ਉਹ ਠਾਕੁਰ ਵੀ ਉਹਨੇ ਬਾਹਰ ਹੀ ਖੜਾ ਕੀਤਾ ਹੋਇਆ ਸੀ ਨਾ, हाँ हाँ ਉਹਨੇ ਠਾਕੁਰ ਵੀ ਬਾਹਰ ਖੜਾ ਕੀਤਾ ਹੋਇਆ ਸੀ। ਤੇ ਇੱਥੇ ਗੁਰੂ ਪਾਤਸ਼ਾਹ ਕਲੀਅਰ ਕਰ ਰਹੇ ਨੇ, ਇੱਕ ਦਾ ਸੇਵਕ ਬਣਨਾ। ਉਹ ਕਿਹੜਾ ਹੈ? ਜਿੰਨੀ ਸਾਜੀ ਤਿੰਨੇ ਫੁਨ ਗੋਈ, ਐਸੇ ਦਾ ਬਣਦਾ ਹੈ। ਜੀ ਅੱਗੇ ਕਹਿ ਰਹੇ ਨੇ, ਤਿਸ ਬਿਨ ਦੂਜਾ ਅਵਰ ਨਾ और ਕੋਈ, ਹੋਰ ਕੋਈ ਹੈ ਹੀ ਨਹੀਂ, ਤੇ ਤੂੰ ਠਾਕੁਰ ਬਾਹਰ ਖੜਾ ਕਰਦਾ ਹੈ। ਪਹਿਲੇ ਹੀ ਕੰਮ ਖਰਾਬ ਖਤਮ ਹੋ ਗਿਆ, ਗੁਰੂ ਸਾਹਿਬ ਨੇ ਕਰਤਾ। ਜਿਸ ਨੇ ਠਾਕੁਰ ਬਾਹਰ ਖੜਾ ਕੀਤਾ, ਉਹ ਹੁਣ ਤੁਹਾਨੂੰ ਕੁਝ ਵੀ ਦੱਸੇਗਾ ਉਹ ਗਲਤ ਹੀ ਹੋਏਗਾ, ਭਾਵੇਂ ਉਹ ਤੁਹਾਨੂੰ जी ਸੇਵਕ ਬਣਾਏ, ਭਾਵੇਂ ਦਾਸ ਬਣਾਏ, ਕਿਉਂਕਿ ਉਹਨੇ जी ਪਹਿਲਾ ਪੁਆਇੰਟ ਹੀ ਗਲਤ, ਗੁਰੂ ਸਾਹਿਬ ਨੇ ਕਹਿਤਾ ਵੀ ਉਹ ਪਹਿਲਾ ਪੁਆਇੰਟ ਹੀ ਗਲਤ ਹੋ ਗਿਆ ਵੀ ਉਹਨੇ ਤਾਂ ਠਾਕੁਰ ਤੇਰਾ ਬਾਹਰ ਖੜਾ ਕਰਤਾ। हाँ हाँ ਤਾਂ थैंक यू ਮੈਂ वीर ਆਪਣੀ जी। ਗੱਲ ਨੂੰ ਇੱਥੇ ਵਿਰਾਮ ਕਰਦਾ। ਇੱਕ वीर ਸਿਮਰਨ जी ਕੌਰ ਜੀ दो ਦਾ, तीन हैंड रेज है, ਥੋੜੀ, ਹਾਂਜੀ ਹਾਂਜੀ, जी ਬੜੀ ਦੇਰ ਦਾ ਹੈਂਡ ਹੈ ਜੀ। प्लीज हाँ जी तुसी ਸਿਮਰਨ अनम्यूट करो। ਸਿਮਰਨ ਕੌਰ ਜੀ ਨੂੰ ਕਹਿ ਦੋ ਪਹਿਲਾਂ, ਕਰ ਦੇਣਗੇ। ਉਹ जी ਸ਼ਾਇਦ मैं ਨੇੜੇ ਦੀ ਗੱਲ ਕਰ ਦੇਣਗੇ ਥੋੜੀ ਜੀ। सिमरन कौर जी, सॉरी ਅੱਛਾ ਤੁਸੀਂ ਕਰ ਰਹੇ ਹੋ ਕਿ ਮੈਂ ਵੀ ਕਰਤਾ ਸੀਗਾ? ਠੀਕ ਹੈ, हाँ ताइयों डबल हो गया सी। ਕੋਈ ਗੱਲ ਨਹੀਂ। हाँ वाहिगुरु हाँ जी का खालसा वाहिगुरु जी की फतेह वीर जी। ਵਾਹਿਗੁਰੂ ਜੀ ਕੀ ਫਤਿਹ ਭੈਣ वाहिगुरु जी ਜੀ। की फतेह। बस आपका डिस्कस सुन रही थी तो मुझे थोड़ा ऐसे लगा कि मैं हाँ हाँ, बोलूं। करना चाहिए जी। हाँ जी, तो एक बात तो मुझे ऐसे लग रही है कि वो बोल रहे हैं अगर एक बोलना होता तो गुरु साहब 3 वर्ड क्यों यूज करते। हाँ तो बिल्कुल। वो कविता हो या ऐसे किसी बात को प्रेशर देना हो तो हम वही वर्ड बार बार लिखते हैं। अभी यहाँ सिर्फ सेवक जन सोई सेवक, सिर्फ सेवक लिखने से मैसेज नहीं पहुंचेगा हमारे पास। जैसे हाँ एक वर्ड है मेरा प्रीतम प्यारा सतगुरु रखवाला, तो आप हाँ प्रीतम लिख लेते, प्रीतम प्यारा क्यों लिखा? दोनों तो एक ही मीनिंग है। हाँ जी बिल्कुल। और दूसरी बात उन्होंने लिखा है सेवक दास भगत जन सोई ठाकुर का दास गुरमुख होई, तो नीचे भी दास है ऊपर भी दास है। तो हर एक वर्ड का मीनिंग ये निकलता है कि वो गुरमुख है, चाहे वो भगत है, सेवा करे, दास बने, भगत भक्ति करे। जो ठाकुर का दास है आगे चल के गुरुमुख हो जाता है, मीन्स गुरु के ज्ञान को अप्लाई करके वो गुरु जैसी रहनी हो जाती है उसकी, गुरु जैसा बन जाता है, मतलब उसका सारा फोकस, मीन्स गुरु के गुण उसमें आ जाते हैं। जो गुरु हाँ, हमको गुण देना चाहता है कि उसका धारण परमात्मा करना। मिठ बोल रहा है तो वो मिठ बोलड़ा हो जाएगा, वो निर्भय है तो वो निर्भय हो जाएगा, वो निर्वैर है तो वो निर्वैर हो जाएगा। मीन्स गुरुमुख में जो गुण होते हैं, ब्रह्म ज्ञानी होता है जो, वो वैसा ही हो जाएगा। बिल्कुल जी, सेवक बिल्कुल। दास भगत जो बनेगा वो वैसा हो जाएगा, एक दिन वो जी ठाकुर का हाँ, दास बन के गुरुमुख हो जाएगा। मुझे ठीक है ऐसे बहन लग जी। रहा है, आगे आपको जैसे नहीं ठीक है जी, ठीक है, मैं यहाँ पर हमारी सहमति है। और किसी वीर भैन ने अपना पॉइंट क्लियर कराना होवे, गल करनी होवे, डिस्कस कर सकते हैं। गुरु
गुरबचन सिंह जी ने जी गुरबचन जी का हैंड रेज है जी, प्लीज ਉਹਨਾਂ ਦਾ ਕਰੋ वीर जी अनम्यूट। के नीचे जो वर्ड है ना वो जी। गुदराण जो उन्होंने लिखा है, हाँ गुदराण, हाँ जी, गुदराण ये लास्ट गुरमुख वाला साथ तहा गुदराण, उनका उन्होंने क्या मीनिंग किया? गुदराण तो उन्होंने गुजरान 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 जी, गुजरान। गुजरान अ, हाँ, तो गुरमुख का वहां पे गुजरान हो जाता है, वहां मीन्स वो रिहाइश हो जाती है उसकी, हाँ जी। रिहाइश हो जाती है, अल्टीमेटली वही है, दीवार अल्टीमेटली में। मतलब उसका हाँ। गुजारा वहीं होता है, अब वो वहीं हाँ। टिक जाता है जी। ठीक है जी, और किसी भी भैन ने अपने पॉइंट रखने हैं गुरबचन ते जी ਤੁਸੀਂ ਆਪਣਾ ਪੁਆਇੰਟ ਰੱਖੋ। ਕਾਫੀ ਦੇਰ ਤੋਂ ਹੱਥ ਖੜਾ ਕੀਤਾ ਪਰ ਬੋਲਦੇ ਨਹੀਂ ਹੈਗੇ। ਨਹੀਂ ਵੀਰ ਜੀ ਬੋਲੋ हाँ जी, हाँ ਤੁਸੀਂ। जी, मैं इशारा करता जी, बोल भी देता हूँ, नहीं सुन रहे हो, मैं डाउन मैं कर देता। मैं बोलांगा तो था ना जे कोई चुप लगा जाओगे तो मैं ਤਾਂ ਬੋਲਾਂਗਾ ਨਾ, ਮੈਂ ਤਾਂ ਮੇਰੀ ਆਦਤ ਨਹੀਂ ਹੈ ਨਾ ਸ਼ਬਦ ਦੇ ਉੱਤੇ ਹਾਂ ਸ਼ਬਦ ਚੜਾਉਣ ਦੀ। ਤੁਹਾਡਾ ਮੈਂ ਕੈਮਰਾ ਤਾਂ ਵੀ ਬੜੀ ਬੰਦ ਹੋ ਦੇਰ ਗਿਆ ਦਾ ਜੀ। ਹੈਂਡ ਰੇਸ ਕੀਤਾ, ਮੈਨੂੰ ਜੀ ਵੀਰ ਆਵਾਜ਼ ਜੀ ਹੀ ਹੁਣ ਦੱਸੋ, ਪਈ ਹੁਕਮ ਹੈ। ਕਰੋ ਜੀ ਵੀਰ ਜੀ ਦੱਸੋ। ਹਾਂਜੀ, ਸੇਵਕ ਦਾਸ ਭਗਤ ਜਨ ਸੋਈ, ਇਹ ਹਮ, ਚਾਰ ਨਾਉਨ ਹੈਗੇ ਨੇ, ਸੇਵਕ ਹਮ, ਕੋਮਾ ਦਾਸ ਕੋਮਾ ਭਗਤ ਕੋਮਾ ਤੇ ਜਨ ਕੋਮਾ। ਹਮ, ਯਾਨੀ ਕਿ ਸਭ ਦਾ ਜਿਹੜਾ ਅਰਥ ਹੈ ਨਾ ਇੱਕੋ ਹੀ ਹੈ। ਹਮ, ਜਦੋਂ ਗੁਰਬਾਣੀ ਤੁਸੀਂ ਪੜ੍ਹਦੇ ਹੋ ਨਾ ਤੇ ਗੁਰਬਾਣੀ ਵਿੱਚ ਦੱਸਿਆ ਗਿਆ ਭਗਤ ਦੀ ਨਿਸ਼ਾਨੀ ਕੀ ਹੈ, ਸੇਵਕ ਦੀ ਨਿਸ਼ਾਨੀ ਕੀ ਹੈ। ਤੇ ਐਕਸਪੀਰੀਅੰਸ ਦੇ ਹਿਸਾਬ ਨਾਲ ਮੈਂ ਕਹਿ ਸਕਦਾ ਕਿ ਸਭ ਦੀ ਨਿਸ਼ਾਨੀ ਆਈ ਹੈ ਕਿ ਜਿਹੜਾ ਠਾਕੁਰ ਦਾ ਕਹਿਣਾ ਮੰਨਦਾ ਹੈ, ਠਾਕੁਰ ਦੇ ਉਪਦੇਸ਼ਾਂ ਤੇ ਚੱਲਦਾ ਹੈ। ਬਿਲਕੁਲ। ਤੇ ਅਗਲੀ ਪੰਕਤੀ 'ਚ ਕਿਹਾ ਠਾਕੁਰ ਕਾ ਦਾਸ ਗੁਰਮੁਖੀ ਹੋਈ। ਹੁਣ ਜਿਹੜਾ ਠਾਕੁਰ ਕਾ ਦਾਸ, ਇਹਦੇ ਵਿੱਚ ਚਾਰ ਲਫ਼ਜ਼ ਕਿਉਂ ਨਹੀਂ ਆ ਗਏ? ਸੇਵਕ ਦਾਸ ਭਗਤ, ਯਾਨੀ ਕਿ ਦਾਸ ਸਾਰੇ ਇਹਨਾਂ ਚਾਰ ਨਾਉਨ ਨੂੰ ਰਿਪਰੈਜ਼ੈਂਟ ਕਰ ਰਿਹਾ। ਚਾਰ ਨਾਉਨ ਬਈ ਦੱਸ ਰਿਹਾ ਵੀ ਦਾਸ ਕਹਿ ਲੋ, ਭਗਤ ਕਹਿ ਲੋ, ਸੇਵਕ ਕਹਿ ਲੋ ਤੇ ਜਨ ਕਹਿ ਲੋ, ਗੱਲ ਇੱਕੋ ਹੀ ਹੈ। ਇਸ ਲਈ ਸੈਕਿੰਡ ਪੰਕਤੀ 'ਚ ਗਿਆ ਠਾਕੁਰ ਦਾ ਦਾਸ ਗੁਰਮੁਖ ਹੋਈ। ਠਾਕੁਰ ਦਾ ਦਾਸ ਗੁਰਮੁਖ ਹੀ ਹੁੰਦਾ ਜਿਹੜਾ ਗੁਰੂ ਦੇ ਉਪਦੇਸ਼ਾਂ ਤੇ ਚੱਲਦਾ ਹੈ। ਬਿਲਕੁਲ ਬਿਲਕੁਲ, ਆਲਮੋਸਟ ਸੇਮ ਗੱਲ ਹੀ ਮੈਂ ਜਿਹੜੀ ਕਹਿ ਰਿਹਾ ਸੀਗਾ ਵੀ ਉਹ ਇੱਕੋ ਹੀ ਚੀਜ਼ ਹੈਗੀ ਹੈ। ਤੁਸੀਂ ਉਹਨੂੰ ਵਧੀਆ ਅਨਾਉਂਸ ਦੇ ਨਾਲ ਪ੍ਰੋਨਾਂਸ ਕਰਤਾ, ਵਧੀਆ ਕੀਤਾ, ਥੈਂਕ ਯੂ ਜੀ। ਇਹ ਵੀਰ ਜੀ ਜਿਹੜਾ ਨਾ ਇਹ ਖੇਤਰੀ ਭਾਸ਼ਾ ਹੈ। ਹਾਂਜੀ ਹਾਂ, ਕਿਸੇ ਇੱਕ ਪਾਰਟਿਕੂਲਰ ਇਲਾਕੇ 'ਚ ਸੇਵਕ ਕਿਹਾ ਜਾਂਦਾ ਹੈ, ਕਿਸੇ ਇਲਾਕੇ 'ਚ ਦਾਸ ਕਿਹਾ ਜਾਂਦਾ ਹੈ, ਕਿਸੇ ਇਲਾਕੇ 'ਚ ਭਗਤ, ਕਿਸੇ ਇਲਾਕੇ 'ਚ ਜਨ, ਕਿਸੇ 'ਚ ਪੰਡਿਤ, ਕਿਸੇ 'ਚ ਗੁਰਮੁਖ, ਕਿਸੇ 'ਚ ਸਿੱਖ, ਇਹ ਅਲੱਗ-ਅਲੱਗ ਲਫ਼ਜ਼ ਨੇ। ਬਹੁਤ ਵਧੀਆ, ਬਹੁਤ ਉਹ ਵਧੀਆ, ਚਾਰ ਲਫ਼ਜ਼ਾਂ ਦਾ ਜ਼ਿਕਰ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਗੱਲ ਇੱਕੋ ਹੀ ਹੈ। ਹਾਂਜੀ, ਬਹੁਤ ਵਧੀਆ ਜੀ, ਥੈਂਕ ਯੂ ਜੀ, ਬਹੁਤ ਵਧੀਆ ਤੁਸੀਂ ਐਕਸਪਲੇਨੇਸ਼ਨ ਦੇਤੀ ਹੈ। ਕਾਫੀ ਮੈਨੂੰ ਲੱਗਦਾ ਸੁਧਾ ਜੀ ਜੇ ਅਵੇਲੇਬਲ ਨੇ ਉਹਨਾਂ ਨੂੰ ਕਲੀਅਰ ਹੋ ਗਿਆ ਹੋਣਾ, ਜਾਂ ਪਲੀਜ਼ ਉਸ ਕੰਟੀਨਿਊ ਕਰ ਲੈਣ ਆਪਣੀ ਸਟੱਡੀ ਨੂੰ। ਰਘਵੀਰ ਵੀਰ ਜੀ ਨੇ ਹੈਂਡ ਰੇਜ਼ ਕੀਤਾ ਹੋਇਆ। ਰਘਵੀਰ ਵੀਰ ਜੀ ਤੁਸੀਂ ਆਪਣੀ ਗੱਲ ਰੱਖ ਲਓ, ਫਿਰ ਰਣਵੀਰ ਵੀਰ ਜੀ ਨੇ ਵੀ ਹੈਂਡ ਰੇਜ਼ ਕੀਤਾ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अच्छा, मैं ठाकुर से थोड़ा फोकस करना चाहना। जिसे ठाकुर मतलब के नीचे औंकड़ आ जाता है, वो गॉड परमात्मा वास्ते एड्रेस्ड है। जिसे सिंपल ठाकर है वो पत्थर वास्ते एड्रेस्ड है, गुरु ग्रंथ साहब। अच्छा वीर जी दोबारा क्लियर करो प्लीज। जिसे ठाकुर के नीचे औंकड़ है वो जी मतलब आलमाइटी वास्ते एड्रेस्ड है। ओके ते जिसे सिंपल ठाकर है मतलब विदाउट एनी मतलब जी ਮੁਕਤਾ ਜਿੱਥੇ ते वो पत्थर वास्ते एड्रेस्ड। पत्थर वास्ते अच्छा अच्छा वो पत्थर ये डिस्टिंक्शन है दोनों। ये मतलब बाणी पढ़ने में देता और रखी है। जी वाहिगुरू थैंक खालसा यू। ਇੱਕ ਪਿੱਛੇ ਨਾ ਕਿਸੇ ਦੀ ਡਿਸਟਰਬੈਂਸ ਬਹੁਤ ਹੈ, ਕਾਈਂਡਲੀ ਚੈੱਕ ਕਰਨਾ ਜਿਨ੍ਹਾਂ ਦੇ ਵੀ ਮਿਊਟ ਅਨਮਿਊਟ ਕਰਿਆ ਹੋਇਆ ਹੈ, ਕਾਈਂਡਲੀ ਪਲੀਜ਼। ਕਿਸੇ ਦੀ ਡਿਸਟਰਬੈਂਸ ਹੋ ਗਈ, ਬੰਦ ਹੋ ਗਈ ਨਹੀਂ। ਹੋਰ ਕਿਸੇ ਵੀਰ ਭੈਣ ਨੇ ਆਪਣਾ ਪੁਆਇੰਟ ਰੱਖਣਾ ਹੈ? ਸੁਧਾ ਜੀ ਜੇ ਤੁਸੀਂ ਹੈਗੇ ਹੋ ਤਾਂ ਕੋਈ ਹੋਰ ਪੁਆਇੰਟ ਕਲੀਅਰ ਕਰਵਾਉਣਾ ਤੁਸੀਂ, ਜਾਂ ਆਪਾਂ ਜੁੜਦੇ ਰਵਾਂਗੇ, ਕੋਈ ਗੱਲ ਨਹੀਂ। ਹਾਂਜੀ ਹਾਂਜੀ ਤਾਇਆ ਜੀ। ਜੀ ਸਾਰੇ ਮੈਂ ਬਾਕੀ ਤਾਂ ਗੱਲਾਂ ਕਲੀਅਰ ਹੋਈ ਗਈਆਂ ਨੇ ਸਾਰੀਆਂ। ਓਕੇ। ਹੈ ਨਾ ਇੱਕ ਠਾਕੁਰ ਤੇ ਦਾਸ ਸੇਵਾ ਗੱਲਾਂ ਇਹ ਚੱਲਦੀਆਂ ਸੀ। ਸੇਵਾ ਦੀ ਹੈਗੀ ਗੁਰ ਕੀ ਸੇਵਾ ਸ਼ਬਦ ਵਿਚਾਰ, ਇੱਕ ਪੰਕਤੀ ਆਈ ਵੀ ਜਿਹੜਾ ਸ਼ਬਦ ਵਿਚਾਰ ਕਰਦੀ ਆ, ਸ਼ਬਦ ਦਾ ਵਿਚਾਰ ਕਰਦਾ ਉਹੀ ਗੁਰੂ ਕੀ ਸੇਵਾ ਕਰਦਾ। ਉਹ ਆਪਣੀ ਸੇਵਾ। ਹੋਰ ਸੇਵਾ ਸਭ ਤੋਂ ਤੇ ਥੱਲੇ ਨੇ। ਸਰੀਰ ਦੀ ਸੇਵਾ ਕਰਦੇ ਲੋਕ, ਸਰੀਰ ਦੀ ਸੇਵਾ ਨੂੰ ਵੀ ਸੇਵਾ ਸਮਝਦੇ ਨੇ। ਉਹ ਵੀ ਚਲੋ ਕਰਦੀਆਂ, ਇੱਕ ਪੱਖ ਹੈ ਉਹ ਸਾਡਾ ਸਮਾਜਿਕ। ਤੇ ਪਰ ਜਿਹੜੀ ਸੱਚੀ ਸੇਵਾ ਹੈ, ਜਿਹੜੀ ਗੁਰਬਾਣੀ ਸੱਚੀ ਸੇਵਾ ਦੀ ਗੱਲ ਕਰਦੇ, ਸੱਚੀ ਸੇਵਾ ਸ਼ਬਦ ਵਿਚਾਰੇ ਆ। ਇਸ ਤੋਂ ਬਿਨਾਂ ਸਭ ਦੂਜੀਆਂ ਸੇਵਾ ਡਾਊਨ ਨੇ, ਥੱਲੇ ਨੇ। ਤੇ
ਠਾਕੁਰ ਹੈ, ਠਾਕੁਰ ਜਿਹੜਾ ਮੈਂ ਸਮਝਿਆ ਇਹ ਸਾਡੀ ਜਿਹੜੀ ਆਮ ਵਿਚਾਰ ਚੱਲਦੇ ਨਾ ਪਣਤਾਊ ਵਿਚਾਰ, ਉਹ ਦੋ ਚੱਲਦੀ ਹੈ, ਇੱਕ ਮੈਂ ਤੇ ਇੱਕ ਮੇਰਾ ਪਰਮਾਤਮਾ ਲਫ਼ਜ਼ ਵਰਤਿਆ ਜਾਂਦਾ। ਪਰਮਾਤਮਾ ਲਫ਼ਜ਼ ਗੁਰਬਾਣੀ ਚ ਆਏ ਨਹੀਂ, ਇੱਕ ਵਾਰ ਵੀ ਨਹੀਂ ਵਰਤਿਆ ਗੁਰੂ ਸਾਹਿਬ ਨੇ। ਤੇ ਅਸੀਂ ਆਮ ਇਹ ਹੁਣ ਸਾਡੇ ਆਮ ਇਹ ਪ੍ਰਚਲਿਤ ਕਰ ਦਿੱਤਾ ਗਿਆ ਧੱਕੇ ਨਾਲ। ਤੇ ਪ੍ਰਾਤਮਾ ਲਫ਼ਜ਼ ਵਰਤਿਆ। ਪ੍ਰਾਤਮਾ ਹੁੰਦਾ ਜਿਹੜੇ ਮੇਰੇ ਚਿੱਤ ਆ, ਮੇਰਾ ਚਿੱਤ ਦੀ ਆਵਾਜ਼, ਇੱਕ ਮਨ ਆ, ਇੱਕ ਚਿੱਤ ਸਾਡਾ, ਜਿਹੜਾ ਸਾਨੂੰ ਅੰਦਰੋਂ ਆਵਾਜ਼ ਦਿੰਦਾ ਵੀ ਆਹ ਠੀਕ ਆ, ਆਹ ਗਲਤ ਆ, ਆਹ ਮੇਰੇ ਮਨ ਚ ਲੱਗ ਗਈ, ਚਿੱਤ ਲੱਗ ਗਈ, ਹੁਣ ਮੇਰਾ ਚਿੱਤ ਠੀਕ ਆ। ਅਸੀਂ ਆਮ ਤੌਰ ਤੇ ਬੋਲੀ ਚ ਵਰਤਦੇ ਹਾਂ ਲਫ਼ਜ਼, ਅੱਜ ਮੇਰਾ ਚਿੱਤ ਠੀਕ ਨਹੀਂ, ਅੱਜ ਮੂਡ ਠੀਕ ਨਹੀਂ। ਉਹ ਜਿਹੜਾ ਠੀਕ ਨਹੀਂ ਨਾ ਹੈ, ਉਹ ਚਿੱਤ ਹੁੰਦਾ। ਜੋ ਗੱਲ ਕੰਪਲੀਟ ਕਰ ਵੀ ਆਹ ਠੀਕ ਹੈ, ਉਹ ਚਿੱਤ ਜਿਹੜਾ ਹੈਗਾ ਠਾਕੁਰ ਰੋਕ ਕੇ ਰੱਖਦਾ, ਉਹ ਠਾਕ ਕੇ ਰੱਖਦਾ, ਰੋਕ ਕੇ ਰੱਖਦਾ। ਜਿਹੜਾ ਸਾਡੀਆਂ ਕਲਪਨਾਵਾਂ ਤੋਂ, ਸਾਨੂੰ ਮਾੜੇ ਕਰਮਾਂ ਤੋਂ, ਕਾਮ ਕ੍ਰੋਧ ਲੋਭ ਅਹੰਕਾਰ ਤੋਂ ਜਦੋਂ ਭਾਰੀ ਹੁੰਦਾ ਉਹਨੂੰ ਰੋਕਦਾ, ਉਹ ਚਿੱਤ ਹੁੰਦਾ। ਉਹਨੂੰ ਪ੍ਰਾਤਮਾ ਕਿਹਾ। ਆਤਮਾ ਪ੍ਰਾਤਮਾ ਇੱਕੋ ਕਰੇ, ਮਨ ਔਰ ਚਿੱਤ ਨੂੰ ਇੱਕੋ ਕਰਦਾ ਸ਼ਬਦ ਵਿਚਾਰ ਦੁਆਰਾ। ਓਕੇ। ਤੇ ਇੱਕ ਜਿਹੜੀ ਤੁਸੀਂ ਗੱਲ ਸਟਾਰਟਿੰਗ ਵਿੱਚ ਵੀ ਕਹੀ ਸੀ, ਇੱਕ ਵਾਰੀ ਦੁਬਾਰਾ ਕਲੀਅਰ ਕਰ ਦਿਓ। ਜਿਹੜਾ ਅਸੀਂ ਬਾਰ-ਬਾਰ ਗੁਰ ਨੂੰ ਗੁਰੂ ਸਮਝ ਲੈਂਦੇ ਹਾਂ, ਗੁਰੂ ਕਰਕੇ ਸੰਬੋਧਨ ਕਰਦੇ ਹਾਂ ਜਿੱਥੇ ਗੁਰ ਲਿਖਿਆ ਹੁੰਦਾ ਹੈ। ਹਾਂਜੀ। ਕੱਲ ਵੀ ਮੈਂ ਸ਼ਬਦ ਦੇਖ ਰਿਹਾ ਸੀਗਾ ਕੋਈ, ਉਹਦੇ ਵਿੱਚ 6-7 ਜਗ੍ਹਾ ਤੇ ਗੁਰ ਸੀਗਾ, ਗੁਰੂ ਨਹੀਂ ਸੀ। ਗੁਰ ਦਾ ਮਤਲਬ ਕੋਈ ਫਰਕ ਹੈ ਜਾਂ ਦੋਨੋਂ ਇੱਕੋ? ਗੁਰ ਆਪਾਂ ਜਿੱਥੇ ਗੁਰ ਲਿਖਿਆ ਉਹ ਗੁਰੂ ਵਾਸਤੇ ਲਿਖਿਆ? ਨਹੀਂ, ਗੁਰ ਮਤਲਬ ਹੁੰਦਾ ਗਿਆਨ। ਸਤਿਗੁਰ ਆਉਂਦਾ ਜਦੋਂ, ਉੱਥੋਂ ਹੁੰਦਾ ਵੀ ਸੱਚ ਦਾ ਗਿਆਨ ਦੇਣ ਵਾਲਾ। ਅੱਛਾ। ਬਾਣੀ ਚ ਉਹਦੇ ਵਾਸਤੇ ਵੈਸੇ ਗੁਰਦੇਵ ਲਫ਼ਜ਼ ਵਰਤਿਆ। ਗਿਆਨ ਇਜ਼ ਇਕੁਅਲ ਟੂ ਹੁਨਰ, ਹਨਾ ਜੀ? ਜਿਹੜਾ ਗੁਰੂ ਲਫ਼ਜ਼ ਹੈ, ਗੁਰੂ ਲਫ਼ਜ਼ ਹੁੰਦਾ ਜਿਹੜੀ ਸੱਚ ਦੀ ਆਵਾਜ਼ ਹੈ। ਸਾਡੀ ਜਿਹੜੀ ਬਾਣੀ ਹੈ, ਗੁਰਬਾਣੀ ਹੈ। ਇਹ ਜਦੋਂ ਜਿਹੜੀ ਬਾਣੀ ਹੈ, ਬਾਣੀ ਹੁੰਦੀ ਹੈ ਤੁਰਕੀ ਬਾਣੀ ਆਈ, ਜਿਹੜੀ ਸਾਡੇ ਅੰਦਰ ਧੁਰੋਂ ਸਾਨੂੰ ਅੰਦਰੋਂ ਫੁਰਦੀ ਆ। ਗੁਰ ਅਮਰ ਉਹ ਫੁਰਿਆ, ਉਹਦਾ ਫੁਰਿਆ ਉਹ ਬਾਣੀ ਹੁੰਦੀ ਆ। ਨਿਰਾਕਾਰੀ ਆ, ਉਹ ਨਾ ਕੰਨਾਂ ਨੂੰ ਸੁਣਦੀ ਹੈ, ਨਾ ਅੱਖਾਂ ਨਾਲ ਪੜ੍ਹੀ ਜਾ ਸਕਦੀ ਹੈ। ਉਹ ਨਿਰਾਕਾਰੀ ਆ, ਨਿਰਾਕਾਰੀ ਸਿੱਧੀ ਅੰਦਰ ਚਿੱਤ ਦੇ ਵਿੱਚ ਆ ਕੇ ਵੱਜਦੀ ਆ ਉਹਦੀ ਟੋਨ, ਤੇ ਉਹ ਸਾਡੀ ਸਮਝ ਚ ਆਉਂਦੀ ਹੈ ਸਿੱਧੀ। ਜਿਹੜਾ ਕਹਿੰਦੇ ਵੀ ਘਿਓ ਆਉਂਦਾ ਨਾ, ਘਿਓ ਚੋਂ ਫਿਰ ਮੱਖਣ ਬਣਦਾ, ਇਹ ਗੁਰਬਾਣੀ ਉਲਟਾ ਕੰਮ ਚੱਲਿਆ ਹੋਇਆ। ਪਹਿਲਾਂ ਦੁੱਧ, ਆਮ ਸੰਸਾਰ ਚ ਦੁੱਧ ਤੋਂ ਫਿਰ ਮੱਖਣ ਬਣਾਉਂਦੇ ਆ, ਹਾਂਜੀ, ਘਿਓ ਬਣਾਉਂਦੇ ਆ, ਘਿਓ ਤੋਂ ਇਸ ਤਰ੍ਹਾਂ ਪ੍ਰੋਸੈਸ ਚੱਲਦਾ, ਇੱਕ ਦਹੀਂ, ਮੱਖਣ ਤੇ ਦੁੱਧ। ਗੁਰਬਾਣੀ ਸਿੱਧਾ ਘਿਓ ਫਿਰ ਆਉਂਦਾ ਨਾ ਸਾਡੇ ਮਨ ਚ ਉਤਰਦਾ ਆ ਕੇ, ਸਿੱਧਾ ਚਿੱਤ ਚ ਵੱਜਦਾ ਆ ਕੇ, ਉਹ ਬਾਣੀ ਹੁੰਦੀ ਹੈ। ਉਹਨੂੰ ਮਤਲਬ ਜਿਹੜੀ ਸਾਨੂੰ ਇੱਕ ਵਾਰੀ ਪੜ੍ਹੀ ਜਾਂ ਸੁਣੀ ਔਰ ਉਹ ਸਮਝ ਚ ਆ ਗਈ, ਇੱਕਦਮ ਪੱਲੇ ਪੈ ਗਈ ਗੱਲ, ਉਹ ਤੁਰਕੀ ਬਾਣੀ ਹੋ ਗਈ। ਉਹ ਤੁਰਕੀ ਬਣਿਆ, ਉਹ ਗੁਰੂ ਬਾਣੀ ਆ, ਉਹ ਗੁਰੂ ਦਾ ਉਪਦੇਸ਼ ਆ। ਅੱਛਾ। ਗੁਰੂ ਸਿੱਧਾ ਲਿੰਕ ਉੱਥੇ ਹੁੰਦਾ। ਵੈਸੇ ਸਾਡਾ ਲਿੰਕ ਚਾਰ ਭਾਗਾਂ ਚ ਹੈ ਗੁਰੂ ਬਾਣੀ ਚ ਵਰਤੇ ਲਫ਼ਜ਼। ਇੱਕ ਬ੍ਰਹਮਾ, ਪਾਰ ਬ੍ਰਹਮ, ਪੂਰਨ ਬ੍ਰਹਮ। ਅਸੀਂ ਚਾਰ ਰਸਤੇ, ਚਾਰ ਸਟੈਪ ਨਾਲ ਮੇਲ ਹੁੰਦਾ। ਅਸੀਂ ਸਮਝਦੇ ਸਿੱਧਾ ਹੀ ਮੈਂ ਬਸ ਰਾਮ ਕਰ ਲਿਆ ਤੇ ਮੇਰਾ ਪਰਮਾਤਮਾ ਨਾਲ ਮੇਲ ਹੋ ਗਿਆ। ਪਰਮਾਤਮਾ ਕੋਈ ਲਫ਼ਜ਼ ਗੁਰਬਾਣੀ ਚ ਵਰਤੇ, ਪਰਮੇਸ਼ਰ, ਪਾਰ ਬ੍ਰਹਮ, ਪੂਰਨ ਬ੍ਰਹਮ, ਇਹ ਲਫ਼ਜ਼ ਵਰਤੇ ਹੋਏ ਨੇ। ਇੱਕ ਗੱਲ ਹੋਰ ਕਲੀਅਰ ਕਰ ਦਿਓ, ਜਿਹੜੀ ਅਸੀਂ ਕਹਿੰਦੇ ਹਾਂ ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ, ਗੁਰੂ ਸਾਹਿਬ ਸਾਹਮਣੇ ਨੇ, ਇਹ ਕੀ ਕਨਸੈਪਟ ਹੈ ਵੀ ਗੁਰੂ ਸਾਹਿਬ, ਅਸੀਂ ਗੁਰੂ ਨੂੰ ਐਵੇਂ ਸੋਚਦੇ ਵੀ ਗੁਰੂ ਸਾਹਮਣੇ ਬੈਠਾ ਹੈ? ਉਹ ਦੇਖੋ, ਜਦੋਂ ਕਿਹਾ ਨਾ ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰ ਕਿਹਾ ਗਿਆਨ ਮੇਰੇ ਹਮੇਸ਼ਾ ਨਾਲ ਹੈ। ਜਿਹੜਾ ਅਸੀਂ ਇਸੋਂ ਗਿਆਨ ਹੁਣ ਅੱਜ ਪ੍ਰਾਪਤ ਕਰ ਲਿਆ, ਇਹ ਆ ਗਿਆਨ, ਉਹ ਹਮੇਸ਼ਾ ਸਾਡੇ ਨਾਲ ਹੀ ਰਹਿੰਦਾ ਜੇ ਅਸੀਂ ਉਹਨੂੰ ਅੰਦਰ ਵਸਾ ਦਈਏ। ਪਰ ਤਾਏ ਜੀ ਇੱਕ ਹੋਰ ਸ਼ਬਦ ਵੀ ਤਾਂ ਹੈ ਨਾ, ਜਿੱਥੇ ਕਹਿੰਦੇ ਆ ਗੁਰ ਕਰ ਮਨ ਮੋਰ, ਉਹ ਫਿਰ ਗੁਰੂ ਨੂੰ ਹੀ ਤਾਂ ਧਿਆਨੇ ਆਪਾਂ। ਨਹੀਂ, ਗੁਰ ਬਿਨਾ ਮੈਂ ਨਾਹੀ ਹੋਰ। ਗੁਰ ਬਿਨਾ ਮੈਂ ਨਾਹੀ ਹੋਰ। ਦੇਖੋ ਨਾ, ਗਿਆਨ ਤੋਂ ਬਿਨਾ ਮੈਨੂੰ ਹੋਰ ਚੀਜ਼ ਨਹੀਂ ਹੈ। ਤੇ ਜਿਹੜਾ ਮੈਨੂੰ ਗਿਆਨ ਮੇਰੇ ਗੁਰੂ ਨੇ ਸਿੱਧੀ ਮੈਨੂੰ ਅੰਤਰਾਤਮਾ ਦੀ ਆਵਾਜ਼ ਮੈਨੂੰ ਆਈ ਜਾਏ, ਮੈਨੂੰ ਉਹ ਤੋਂ ਬਿਨਾ ਨਹੀਂ, ਮੈਂ ਹੋਰ ਉਹਦੇ ਧਿਆਨ ਕਰਦਾ ਮੈਂ ਹੁਣ। ਨਹੀਂ, ਉੱਥੇ ਪਹਿਲੇ 2 ਅੱਖਰ ਗੁਰੂ ਆਇਆ ਨਾ ਤਾਇਆ ਜੀ? ਹਾਂ, ਗੁਰੂ ਦੀ ਮੈਂ ਦੱਸਿਆ ਨਾ, ਮੇਰੀ ਬਾਣੀ ਸਿੱਧੀ ਆਉਂਦੀ ਆ, ਉਹ ਗੁਰੂ ਦੀ ਬਾਣੀ ਹੁੰਦੀ ਆ। ਉਹ ਗੁਰੂ ਪਰਮੇਸ਼ਰ ਵਾਸਤੇ ਵਰਤਿਆ ਗਿਆ, ਓਨਲੀ ਗੁਰੂ ਪਰਮੇਸ਼ਰ ਵਾਸਤੇ ਵਰਤਿਆ ਗਿਆ।
ਓਕੇ, ਅੱਛਾ। ਓਕੇ, ਗੁਰੂ ਮਾਨੇ ਪਰਮੇਸ਼ਰ ਤੇ ਗੁਰੂ ਮਾਨੇ ਗਿਆਨ। ਉਹਦੀ ਨੌਲੇਜ, ਉਹਦੀ ਨੌਲੇਜ, ਹਾਂ, ਉਹਦਾ ਦਿੱਤਾ ਹੋਇਆ ਗਿਆਨ, ਉਹਦੇ ਹਾਂਜੀ ਵੱਲੋਂ ਜੀ ਆਇਆ ਹੋਇਆ ਸੰਦੇਸ਼। ਹਾਂਜੀ ਜੀ ਰਘਬੀਰ ਵੀਰ ਜੀ ਨੇ ਹੈਂਡ ਰੇਜ਼ ਕੀਤਾ ਹੈ, ਸਿਮਰਨ ਕੌਰ ਜੀ ਨੇ ਵੀ ਹੈਂਡ ਰੇਜ਼ ਕੀਤਾ ਹੈ, ਕਾਈਂਡਲੀ ਹਾਂਜੀ, ਪਲੀਜ਼ ਦੇਖੋ हैंड रेज ਅਨਮਿਊਟ ਕਰੋ ਭੈਣ ਜੀ। जी मैं कर रही हूँ। ਅੱਛਾ, ਮੈਂ ਕਰਦਾ ਨਾ, ਕੋਈ ਨਹੀਂ, ਮੇਰੇ ਕੋਲ ਮਾਊਸ ਹੁੰਦਾ ਨਾ, ਮੈਂ ਜਲਦੀ ਕਰਦਾ, ਕੋਈ ਨਹੀਂ, ਤੁਸੀਂ ਵੇਟ ਕਰੋ ਜੀ। ਰਘਬੀਰ ਵੀਰ ਜੀ, ਤੁਸੀਂ ਗੱਲ ਰੱਖੋ। हाँ जी, मैं भी इसी शब्द से कहना चाहता सी, गुरु गुरु गुर कर मन मोर, गुरु बिना मैं नाही होर, गुर की टेक रहो दिन रात। मतलब ਅਸੀਂ ਤਾਂ ਸਮਝਦੇ ਸੀ ਗੁਰ ਕੀ ਟੇਕ ਰਹੋ ਦਿਨ ਰਾਤ, ਮਤਲਬ ਗੁਰੂ ਦੀ ਟੇਕ ਰਹੋ। ਪਰ ਗੁਰਚਰਨ ਜੀ ਕਹਿੰਦੇ ਵੀ ਗੁਰੂ ਨੂੰ ਇੱਥੇ ਗੁਰਬਾਣੀ ਪਰਮੇਸ਼ਰ, ਨਾਲ ਪਰਮੇਸ਼ਰ। ਗੁਰ ਕੀ ਟੇਕ ਰਹੋ ਦਿਨ ਰਾਤ, ਮਤਲਬ ਉਹਦੇ ਨੀਚੇ ਇੱਕ ਔਂਕੜ ਨਹੀਂ ਹੈ ਜਾਂ ਦੁਲੰਕੜ ਨਹੀਂ ਹੈ। ਗੁਰ ਬਿਨ ਗੁਰ ਕੀ ਟੇਕ ਰਹੋ ਦਿਨ ਰਾਤ, ਇਹਦਾ ਕੀ ਮਤਲਬ ਸਮਝੀਏ ਵੀ ਗੁਰਬਾਣੀ ਦੀ ਟੇਕ ਰਹੋ ਦਿਨ ਰਾਤ। ਮੈਂ ਇੱਕ ज्ञान, ਗਿਆਨ, ਗਿਆਨ, ਗਿਆਨ। ਗਿਆਨ, ਠੀਕ ਹੈ गुर ਜੀ। बिन सोझी कुछ ना होई, बूझ ना होई। मतलब ज्ञान दे बिना कोई सोझी सानू होनी नहीं। ये थल्ले ਗੁਰਬਾਣੀ ਸਾਰਾ ਗਿਆਨ ਹੀ ਹੈ ਜੀ, ਆਤਮ ਗਿਆਨ ਹੈ ਗੁਰਬਾਣੀ। ਗੁਰਬਾਣੀ ਦੀ ਟੇਕ ਦਾ ਜੀ ਇੱਕੋ ਗੁਰ ਕੀ ਟੇਕ ਇੱਕੋ ਗੱਲ ਹੋ ਗਈ, ਕਿਉਂਕਿ ਜਨ ਨਾਨਕ ਬੋਲਿਆ ਗੁਣ ਬਾਣੀ, ਇਹ ਗੁਰਬਾਣੀ ਮੇ ਹਰ ਨਾਮ ਸਮਾਇਆ। ਇਹ ਗੁਣਾਂ ਦੀ ਬਾਣੀ ਬੋਲਦੀ ਆ, ਗੁਣਾਂ ਦਾ ਸੰਗ੍ਰਹਿ ਹੈ, ਇਹਦੇ ਵਿੱਚ ਨਾਮ ਜਿਹੜਾ ਹੈ ਕਿ ਗਿਆਨ, ਨਾਮ ਦਾ ਮਤਲਬ ਹੁੰਦਾ ਗਿਆਨ, ਗਿਆਨ ਸਮਾਇਆ ਹੋਇਆ ਸਾਰਾ ਜੋ ਸਾਨੂੰ ਚਾਹੀਦਾ, ਜਿਹਨੂੰ ਸਾਡਾ ਪਾਰ ਉਤਾਰਾ ਹੋਣਾ ਉਹਨਾਂ ਕੇ ਇਹਦੇ ਵਿੱਚ ਹੈਗਾ। ਹਾਂ, ਬਿਲਕੁਲ। ਲੀਡ ਮਤਲਬ ਕਹਿ ਲਓ ਵੀ ਲੀਡ ਇਹਦੇ ਵਿੱਚ ਹੈਗੀ, ਡੈਸਟੀਨੇਸ਼ਨ ਤੁਹਾਨੂੰ ਆਪਣੋਂ ਅੰਦਰੋਂ ਦੀ ਮਿਲਣੀ ਹੈ। ਸਿੰਪਲ ਵਰਡਸ ਦੇ ਵਿੱਚ ਆਪਾਂ ਹਾਂਜੀ ਹਾਂਜੀ, ਸਹਾਰਾ ਇੱਥੋਂ ਮਿਲ ਗਿਆ ਤੁਹਾਨੂੰ। ਹੁਣ ਬੇਸਿਕਲੀ, ਅੱਛਾ ਚਲੋ ਪਹਿਲੇ ਸਿਮਰਨ ਕੌਰ ਜੀ ਦਾ ਲੈਣੇ, ਫਿਰ ਆਪਾਂ ਮੀਟਿੰਗ ਸਮਾਪਤ ਵੀ ਕਰਦੇ ਕੋਸ਼ਿਸ਼ ਕਰਦੇ ਹਾਂ ਜੀ। ਸਿਮਰਨ ਜੀ, जी फिर ये एक शब्द है, ज्ञानी गुरु बिन ज्ञान न होए। ਹਾਂ, फिर वहां गुरु ही लिखा हुआ ਦੇਖੋ है। ਇੱਕ ਥੋੜੀ ਜਿਹੀ ਮੈਂ ਰਿਕੁਐਸਟ ਕਰਾਂਗਾ ਸਾਰਿਆਂ ਨੂੰ, ਕਿਉਂਕਿ ਜਦੋਂ ਅਸੀਂ ਵੈਸੇ ਤਾਂ ਰਿਲੇਟ ਕਰ ਲਾਂਗੇ ਕਿਤੇ ਨਾ ਕਿਤੇ ਜਿਹੜੀ ਗੱਲ ਤੁਸੀਂ ਬੋਲੀਏ, ਪਰ ਪੰਕਤੀਆਂ ਨਾਲ ਕੀ ਹੁੰਦਾ ਹੈ, ਮੈਂ ਇਸ ਚੀਜ਼ ਦੀ ਗੱਲ ਤੇ ਬਿਲੀਵ ਕਰਦਾ, ਅਸੀਂ ਸੋਰਸ ਇਧਰੋਂ ਉਧਰੋਂ ਪਿਕ ਕਰ ਲੈਂਦੇ ਆ। ਇਧਰੋਂ ਉਧਰ ਦਾ ਮਤਲਬ ਕੋਈ ਅਗਲੇ ਪੇਜ ਤੋਂ ਆ ਗਿਆ, ਕੋਈ ਪਿਛਲੇ ਪੇਜ ਤੋਂ ਆ ਗਿਆ। ਹਰ ਸ਼ਬਦ ਦਾ ਆਪਣਾ ਇੱਕ ਸਟੈਂਡ ਹੈ, ਹਰ ਸ਼ਬਦ ਦੀ ਆਪਣੀ ਇੱਕ ਥਾਟ ਪ੍ਰੋਸੈਸ ਹੈ, ਤੇ ਹਰ ਵਰਡ ਦਾ ਅਲੱਗ-ਅਲੱਗ ਮਤਲਬ ਵੀ ਹੈ ਅਲੱਗ-ਅਲੱਗ ਜਗ੍ਹਾ ਤੇ। ਸੋ वो ਉਸ सही है वीर जी, पर गुर वर्ड बोल रहे हैं ना आप, उसके लिए मैं बोल रही हूँ कि गुर का मतलब ज्ञान है। वो तो बोल ही दिया सबने ना, वो तो सबने यही बोला भी गुर का मतलब नहीं तो ज्ञान। यहाँ पे वही ज्ञानी गुर बिन ज्ञान न होई है ना, वो पूछ रही हूँ मैं। गुर तो बिन वो भी ਸ਼ਾਇਦ ਉੱਥੇ ਗੁਰਬਿੰਦ ਭਗਤੀ ਨਾ ਹੋਏ ਲਫ਼ਜ਼ ਹੈ, हाँ, नहीं, ज्ञान है। ਗੁਰਬਿੰਦ ਗਿਆਨ ਤਾਂ ਵੀ ਠੀਕ ਹੈ ਵੀ ਗਿਆਨ ਤੋਂ ਬਿਨਾਂ ਹੀ मैं भी यही कहने लगा ਸੀਗਾ। ਜਦੋਂ ਗੁਰਬਾਣੀ ਚ ਗਿਆਨ ਗੁਰ ਹੁੰਦਾ ਤਾਂ ਉਹਦਾ ਮਤਲਬ ਹੁੰਦਾ केड़ा शब्द है ਸੱਚ ਦਾ ਗਿਆਨ, ਸਾਡੇ ਅੰਤਰਾਤਮਾ ਦਾ ਗਿਆਨ। वीर जी? ये पूरा शब्द की है? ਉਹ ਪੂਰਾ ਸ਼ਬਦ ਤਾਂ ਫਿਰ ਮੈਨੂੰ ਪੇਜ ਨੰਬਰ ਦੱਸੋ, ਮੈਂ ਤੇ ਕੱਢ ਦਾਂਗਾ, ਕੋਈ ਗੱਲ ਨਹੀਂ। हाँ, क्योंकि मैनू है जिस तरह वीर जी कह रहे हैं ना, मैनू वो समझ आ रहा है, ते ए वालियां ਜੀ पंक्तियां ਉਸ याद ਤਰ੍ਹਾਂ नहीं आ रही जिस ਉਸ तरह ਤਰ੍ਹਾਂ ਹੀ भैन जी ਜਿਵੇਂ कहते ਤਾਇਆ हैं। ਜੀ ਦੱਸ ਰਹੇ ਨੇ ਨਾ, ਉਵੇਂ ਹੀ ਹੈਗਾ। ਗੁਰ उवें ही ਗੁਰ लग ਦਾ रहा है मैनू, ਮਤਲਬ, भगती विच ਗੁਰ ਦਾ हैगा है ਮਤਲਬ, जिस तरह। ਗੁਰ ਦਾ ਮਤਲਬ ਗਿਆਨ ਹੀ ਹੈ, ਨੌਲੇਜ ਹੈ। जी जी ਗੁਰੂ ਤੋਂ ਆਇਆ ਹੋਇਆ ਨੌਲੇਜ, ਐਵੇਂ ਕਹਿ ਲਓ, ਜੇ ਹੋਰ ਸੌਖਾ ਕਰਨਾ ਹੈ ਐਵੇਂ ਕਹਿ ਲਓ जी ਵੀ ਆਈ ਹੋਈ ਚੀਜ਼, ਆਈ ਹੋਈ ਅਸਥੂਲ ਚੀਜ਼ ਜਿਹੜੀ ਸੁਖਮ ਹੈ, ਸੌਰੀ ਜਿਹੜੀ ਸੁਖਮ ਹੈ, ਮੈਸੇਜ ਜਿਹਨੂੰ ਕਹਿ ਲਓ, ਉਹ ਗੁਰ ਹੈ। ਮਤਲਬ ਹੁਨਰ ਜਿਹਨੂੰ ਕਹਿ ਲਓ ਵੀ ਤੁਹਾਡਾ, ਮੈਨੂੰ ਇਹ ਚੀਜ਼ ਆਂਦੀ ਸੀ, ਮੈਂ ਤੁਹਾਨੂੰ ਦੇਤੀ, ਉਹਨੂੰ ਤੁਹਾਡੀ ਹੋ ਗਈ। ਫਿਜ਼ੀਕਲੀ ਕੁਝ ਨਹੀਂ ਦਿੱਤਾ, ਥਾਟ ਪ੍ਰੋਸੈਸ ਦਿੱਤੀ, ਉਹ ਗੁਰ ਸੀਗਾ जी ਜੀ। ਬਾਕੀ ਆਤਮਵੀਰ ਜੀ ਨੂੰ ਹੋਰ ਸੌਖੇ ਹਿਸਾਬ ਨਾਲ ਕਰ ਸਕਦੇ ਨੇ ਜੇ ਉਹਨਾਂ ਕੋਲ ਹੈਗਾ। ਹਾਂਜੀ ਜੀ, ਨੂੰ ਆਲਮੋਸਟ ਕਲੀਅਰ ਹੋ ਗਿਆ। ਮੈਨੂੰ ਲੱਗਦਾ ਹੱਥ ਵੀ ਅੱਜ ਆਏ ਨਹੀਂ ਹੈਗੇ, ਆਏ ਤਾਂ ਹੈਗੇ, ਆਏ ਨੇ, ਮੈਂ ਦੇਖ ਨਹੀਂ ਰਿਹਾ ਮੈਨੂੰ। ਅੱਛਾ, ਅਮਰਜੀਤ ਦੇ ਉਹ ਨਾਮ। ਹਾਂ, ਅਮਰਜੀਤ ਦੇ ਨਾਮ ਤੋਂ, ਹਾਂਜੀ ਹਾਂਜੀ। अच्छा। ਗੁਰਮੀਤ ਕੌਰ ਜੀ ਵੀ ਜੁਆਇਨ ਕੀਤੇ ਆ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਭੈਣ ਜੀ? ਅੱਛਾ, ਹੈਂਡ ਰੇਜ਼ ਕਰ ਦੇਣਾ, ਕਿਉਂਕਿ ਜਦੋਂ ਕੈਮਰਾ ਆਨ ਹੁੰਦਾ ਤਾਂ ਐਵੇਂ ਲੱਗਦਾ ਵੀ ਸ਼ਾਇਦ ਕੁਝ ਕਹਿਣਾ ਚਾਹ ਰਹੇ ਨੇ। ਕਾਈਂਡਲੀ ਜੇ ਤੁਸੀਂ ਕੁਝ ਕਹਿਣਾ ਹੋਇਆ ਤਾਂ ਜਰੂਰ ਹੈਂਡ ਰੇਜ਼ ਦਾ ਸਿਗਨਲ ਦੇ ਦੇਣਾ। ਗੁਰਮੀਤ ਕੌਰ ਜੀ ਦੇਖੋ, ਤੁਸੀਂ ਅਨਮਿਊਟ ਕਰ ਸਕਦੇ ਹੋ, ਇਫ ਯੂ ਵਾਂਟ, ਤੁਸੀਂ ਗੱਲ ਕਰਨਾ ਚਾਹੁੰਦੇ ਹੋ ਤਾਂ ਜਰੂਰ ਕਰੋ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਆਇਆਂ ਵਾਹਿਗੁਰੂ ਨੂੰ, ਹਾਂਜੀ, ਜੀ ਆਇਆਂ ਨੂੰ ਜੀ। ਹਾਂਜੀ ਹਾਂਜੀ, ਹੁਕਮ ਦੱਸੋ ਜੀ। ਨਹੀਂ ਮੈਂ ਹੁਣੇ ਜੁਆਇਨ ਕੀਤਾ, ਮੈਂ ਹੁਣੇ ਅੱਛਾ, ਲਿੰਕ ਹੁਣੇ ਠੀਕ ਮਿਲਿਆ ਸੀ, ਮੈਂ ਠੀਕ ਦੇਖ ਹੈ, ਕੋਈ ਲਵਾਂ। ਨਹੀਂ। 8:30 ਵਜੇ ਅਸੀਂ ਸਟਾਰਟ ਕਰਦੇ ਹਾਂ। ਤੇ ਜੀ ਅੱਜ ਕਾਫੀ ਵੀਰ ਭੈਣ ਸਾਡੇ ਕੋਲ ਨਵੇਂ ਵੀ ਆਏ ਨੇ, ਤੇ ਸਾਰਿਆਂ ਨੂੰ ਮੈਂ ਇੱਕ ਮੈਸੇਜ ਵੀ ਦੇ ਦੇਣਾ। ਕੁਝ ਕੱਲ ਇੱਕ ਸਲਾਹ ਆਈ ਸੀਗੀ ਸਾਡੇ ਵੱਡੇ ਭਰਾ ਵੱਲੋਂ, ਗੁਰਬਚਨ ਸਿੰਘ ਜੀ ਵੱਲੋਂ, ਉਹਦੇ ਤੇ ਮੈਂ ਥੋੜਾ ਜਿਹਾ ਵਰਕਆਊਟ ਕਰ ਰਿਹਾ। ਅਸੀਂ ਇਹਦੇ ਤੇ ਕੋਈ ਇੱਕ ਨਵਾਂ ਸਿਸਟਮ ਡਿਵੈਲਪ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜ਼ੂਮ ਮੀਟਿੰਗ ਤੇ। ਉਹ ਮੈਂ 1-2 ਦਿਨਾਂ ਤੱਕ ਹੋਮਵਰਕ ਕਰਕੇ ਤੁਹਾਨੂੰ ਦੱਸਾਂਗਾ। ਔਰ ਇੱਥੇ ਖੁੱਲੀਆਂ ਵਿਚਾਰਾਂ ਜਿਹੜੀਆਂ ਚੱਲ ਰਹੀਆਂ, ਕਿਉਂਕਿ ਅੱਜ ਵੀ ਸਾਨੂੰ 1 ਘੰਟਾ 40 ਮਿੰਟ ਹੋ ਗਏ ਡਿਸਕਸ ਕਰਦੇ ਨੂੰ, ਤੇ ਕੋਈ ਕਦੋਂ ਆਂਦਾ ਕੋਈ ਕਦੋਂ ਆਂਦਾ। ਇਸ ਫਾਰਮੈਟ ਨੂੰ ਹੋਰ ਸੌਖਾ ਕਰਨ ਵਾਸਤੇ ਇੱਕ ਕੋਸ਼ਿਸ਼ ਕਰਾਂਗੇ। ਬਾਕੀ ਤੁਹਾਡੇ ਸਾਰਿਆਂ ਦਾ ਸਾਥ ਰਹੇਗਾ ਤੇ ਜ਼ਰੂਰ ਉਹਦੇ ਵਿੱਚ ਵੀ ਅਸੀਂ ਕਰਾਂਗੇ, ਕਰ ਪਾਵਾਂਗੇ। ਸ਼ਾਇਦ ਮੈਨੂੰ ਲੱਗਦਾ ਕਰ ਪਾਵਾਂਗੇ, ਕਿਉਂਕਿ ਕਾਫੀ ਵੀਰ ਭੈਣ ਸਾਡੇ ਨਾਲ ਨਵੇਂ ਜੁੜ ਰਹੇ ਨੇ, ਤੇ ਉਹਨਾਂ ਨੂੰ ਪਹਿਲਾਂ ਤਾਂ ਜੀ ਆਇਆਂ ਕਹਿੰਦੇ ਆ, ਵੈਲਕਮ ਕਰਦੇ ਹਾਂ। ਹਮੇਸ਼ਾ ਤੁਸੀਂ ਜੁੜੇ ਰਹੋ। 8:30 ਵਜੇ ਤੁਸੀਂ ਕੋਸ਼ਿਸ਼ ਕਰਿਆ ਕਰੋ, ਜੁੜ ਜਾਇਆ ਕਰੋ ਜੀ, ਜਿਹੜੇ ਵੀ ਸਾਡੇ ਕੋਲ ਨਵੇਂ ਆਏ ਨੇ। ਥੈਂਕ ਯੂ ਜੀ। ਮੈਂ ਠੀਕ ਹੈ ਜੀ, ਫਤਿਹ ਬੁਲਾਈ ਸੌਰੀ, ਗਲਤੀ ਹੋ ਗਈ, ਲੇਟ ਹੋ ਗਈ। ਮੈਂ ਨਹੀਂ ਹੁਣੇ ਨਹੀਂ, ਇਹਦੇ ਦੇਖਿਆ ਚ ਕੋਈ ਗੱਲ ਨਹੀਂ, ਕੋਈ ਗੱਲ ਨਹੀਂ ਜੀ, ਕੋਈ ਕੋਈ ਐਸੀ ਗੱਲ ਨਹੀਂ, ਕੋਈ ਨਹੀਂ ਜੀ। ਥੈਂਕ ਯੂ ਜੀ। ਥੈਂਕ ਯੂ ਜੀ। ਜੀ ਹੋਰ ਕਿਸੇ ਵੀ ਜੀ ਤਾਇਆ ਜੀ। ਮੈਂ ਕਹਿਣਾ ਚਾਹੁੰਦਾ ਵੀ ਜਿਹੜੀ ਵੀ ਗੱਲ ਮਤਲਬ ਸਾਨੂੰ ਨਵੀਂ ਲੱਗਦੀ ਹੈ ਨਾ ਜੀ ਵੀ ਆ ਪਹਿਲਾਂ ਨਹੀਂ ਸੁਣੀ, ਇਹ ਨਵੀਂ ਹੈ। ਉਹਦੇ ਤੇ ਨਾ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਉਦੋਂ ਧਿਆਨ ਜਦੋਂ ਲਫ਼ਜ਼ ਆਉਂਦੇ ਨੇ, ਉਦੋਂ ਉਹਦੀ ਸਟੱਡੀ ਕਰੋ ਵੀ ਇਹ ਕੀ ਇੱਥੇ ਕੀ ਢੁਕਮਾ ਹੈਗਾ। ਇਹ ਸਾਡੀ ਤਸੱਲੀ ਹੁੰਦੀ ਹੈ। ਕਹਿਣ ਨਾਲ ਨਹੀਂ, ਮੈਂ ਨਹੀਂ ਕਹਿੰਦਾ ਮੇਰੇ ਕਹਿੰਦੇ ਮੰਨੋ, ਤੁਸੀਂ ਗੁਰਬਾਣੀ ਚ ਆਪ ਇਹਨੂੰ ਜਦੋਂ ਪੜ੍ਹੋਗੇ ਉਦੋਂ ਦੇਖੋ ਅਰਥ ਲੱਗ ਕੇ ਆਈ ਆ ਨਵੀਂ ਗੱਲ, ਇਹ ਇੱਥੇ ਠੀਕ ਬਹਿੰਦੀ ਹੈ, ਢੁਕਵੀਂ ਬਹਿੰਦੀ ਹੈ ਕਿ ਨਹੀਂ, ਆਪੇ ਤਸੱਲੀ ਹੋਈ। ਗੁਰਬਾਣੀ ਤਸੱਲੀ ਕਰੋ, ਗੁਰਬਾਣੀ ਗੁਰੂ ਹੈ, ਮੰਨਦੇ ਹਾਂ ਅਸੀਂ, ਤੇ ਉਹਦੀ ਮੰਨੋ। ਬਿਲਕੁਲ 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 ਜੀ, ਬਿਲਕੁਲ। ਉਹੀ ਸਾਡੀ ਮੁਹਿੰਮ ਦਾ ਜਿਹੜਾ ਟੈਗ ਲਾਈਨ ਹੈਗੀ ਹੈ, ਖੁਦ ਪੜ੍ਹੋ, ਖੁਦ ਵਿਚਾਰੋ, ਖੁਦ ਅਮਲ ਦੀ ਕੋਸ਼ਿਸ਼ ਕਰੋ, ਦੇ ਵਿੱਚ ਉੱਥੇ ਆ ਹੀ ਜਾਂਦਾ ਜੀ। 1 ਮਿੰਟ, ਠੀਕ ਹੈ ਨਾ ਜੀ। ਸੋ ਸਾਰੇ ਜਿੰਨੇ ਵੀ ਵੀਰ ਭੈਣ ਸਾਡੇ ਨਾਲ ਜੁੜੇ ਸੀ, ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੀ। ਸਾਰੇ ਜਿੰਨੇ ਵੀ ਸਾਡੇ ਕੋਲ ਫਸਟ ਟਾਈਮ ਜਿਹੜੇ ਆਏ ਨੇ, ਉਹਨਾਂ ਨੂੰ ਦਿਲੋਂ ਜੀ ਆਏ ਕਹਿੰਦੇ ਆ, ਔਰ ਰਿਕੁਐਸਟ ਕਰਦੇ ਹਾਂ ਤੁਸੀਂ ਰੈਗੂਲਰ ਆਓ। ਅਸੀਂ 8:30 ਵਜੇ ਸਟਾਰਟ ਕਰਦੇ ਹਾਂ, ਔਰ ਇੱਥੇ ਟਾਈਮ ਦੀ ਕੋਈ ਪਾਬੰਦੀ ਨਹੀਂ ਹੈ। ਤੁਸੀਂ ਇੱਕ ਗੱਲ ਨੂੰ 10 ਵਾਰੀ 5 ਵਾਰੀ ਬਸ ਰਿਪੀਟ ਨਾ ਹੋਵੇ, ਮਾਫ ਕਰਨਾ, ਫਿਰ ਇੱਕ ਗੱਲ ਨਹੀਂ ਰਹਿੰਦੀ। ਉਹਦੀ ਕੰਟੀਨਿਊਟੀ ਦੇ ਵਿੱਚ ਤੁਸੀਂ ਕੋਈ ਵੀ ਗੱਲ ਕਰਨੀ ਹੈ, ਆਪਾਂ ਜ਼ਰੂਰ ਕਰ ਸਕਦੇ ਹਾਂ। ਉਹਦੇ ਵਿੱਚ ਕੋਈ ਟਾਈਮ ਦੀ ਪਾਬੰਦੀ ਨਹੀਂ ਹੈ। ਤੇ ਇੱਕੋ ਇੱਥੇ ਰਿਕੁਐਸਟ ਹੋਰ ਹੈਗੀ ਹੈ ਵੀ ਅਸੀਂ ਇੱਥੇ ਕਿਸੇ ਨੂੰ ਉਤੇਜਨਾਗ੍ਰਸਤ ਨਹੀਂ ਬੋਲਣਾ। ਅਸੀਂ ਇੱਥੇ ਕਿਸੇ ਨੂੰ ਗੁੱਸੇ ਨਾਲ ਲੜਾਈ ਝਗੜਾ ਦੀ ਪਾਬੰਦੀ ਹੈ। ਬਾਕੀ ਇੱਥੇ ਕਿਸੇ ਤਰ੍ਹਾਂ ਦੀ ਵੀ ਵਿਚਾਰ ਆਏ, ਤੁਸੀਂ ਖੁੱਲ ਕੇ ਇੱਥੇ ਰੱਖੋ। ਇਹ ਪ੍ਰੋਸੈਸ ਹੀ ਹੈਗਾ ਵੀ ਇੱਥੇ ਜਿਹੜੀਆਂ ਸਾਡੀਆਂ ਕੁਝ ਪ੍ਰੀਵੀਅਸ ਰਿਲੀਜੀਅਸ ਥਾਟਸ ਸੀਗੀਆਂ, ਉਹਨਾਂ ਨੂੰ ਅਸੀਂ ਇੱਥੇ ਟੈਸਟ ਕਰਵਾ ਲਓ, ਕਹਿ ਲਓ ਵੀ ਅਸੀਂ ਇੱਕ ਦੂਜੇ ਦੇ ਨਾਲ ਸਾਂਝ ਕਰ ਲਈਏ। ਜਿਹੜੀ ਮੈਨੂੰ ਪਤਾ ਸੀ ਮੈਂ ਤੁਹਾਡੇ ਤੋਂ ਠੀਕ ਕਰਾ ਲਈ, ਜਿਹੜੀ ਤੁਹਾਡੇ ਕੋਲ ਪਤਾ ਸੀ ਉਹ ਮੈਨੂੰ ਠੀਕ ਹੋ ਗਈ। ਸੋ ਮਤਲਬ ਵਾਈਸ ਵਰਸਾ ਆਪਾਂ ਇੱਕ ਜਿਵੇਂ ਪਰਿਵਾਰ ਬੈਠ ਕੇ ਇੱਥੇ ਡਿਸਕਸ ਕਰਦੇ ਹਾਂ ਵੀ ਇੱਕ ਚੀਜ਼ ਆ ਗਈ, ਉਹਦਾ ਅਸੀਂ ਸਿੱਟਾ ਕੱਢ ਲਈਏ ਵੀ ਇਹ ਨਿਕਲਦਾ। ਬਾਕੀ ਜਿਵੇਂ ਲਾਸਟ ਦੇ ਵਿੱਚ ਤਾਇਆ ਜੀ ਨੇ ਵੀ ਕਿਹਾ ਵੀ ਆਪ ਵੀ ਘੋਖ ਕੱਢਣੀ ਜ਼ਰੂਰੀ ਨਹੀਂ ਹੈ ਵੀ ਜਿਹੜੀ ਗੱਲ ਅਸੀਂ ਕਹਿਤੀ ਤੇ ਉਹ ਕਿਸੇ ਨੇ ਕਹਿਤੀ ਤੇ ਗਲਤ ਹੋ ਗਈ। ਉਹ ਹੋ ਸਕਦਾ ਤੁਸੀਂ ਠੀਕ ਹੋ, ਪਰ ਉਹਨੂੰ ਆਪਾਂ ਟੈਸਟ ਕਰਦੇ ਰਹੀਏ, ਇੱਕ ਦੂਜੇ ਨਾਲ ਸਾਂਝ ਕਰਦੇ ਰਹੀਏ, ਹੋਰ ਸਟੱਡੀ ਕਰੀਏ ਤਾਂ ਕਿ ਸਾਡੀ ਕਲੈਰਿਟੀ ਹੋਰ ਵੱਧ ਜਾਏ। ਜਿਵੇਂ ਇੱਕ ਹੋਰ ਵੀ ਟ੍ਰੈਂਡ ਹੈਗਾ ਵੀ ਅੱਛਾ ਕੋਈ ਥਾਟ ਆ ਗਿਆ, ਉਹਨੂੰ ਪੈਨ ਡਾਊਨ ਕਰ ਲਓ, ਪੈਨ ਡਾਊਨ ਕਰਕੇ ਕੱਲ ਸਵੇਰੇ ਫਿਰ ਦੁਬਾਰਾ ਪੁੱਛ ਲਓ। ਤੇ ਇੱਕ ਅਸੀਂ ਇੱਥੇ ਸਿਸਟਮ ਹੋਰ ਵੀ ਸ਼ੁਰੂ ਕਰਨ ਲੱਗੇ ਹਾਂ, ਜਿਹੜਾ ਕਿ ਮੈਨੂੰ ਲੱਗਦਾ ਜ਼ੂਮ ਮੀਟਿੰਗਸ ਦੀ ਹਿਸਟਰੀ 'ਚ ਸ਼ਾਇਦ ਉਹ ਨਵਾਂ ਹੋਏਗਾ। ਇੱਕ ਤਾਂ ਸਾਡਾ ਹੈ ਹੀ ਹੈ ਵੀ ਅਸੀਂ ਇੱਥੇ ਖੁੱਲਾ ਮੰਚ ਰੱਖਿਆ, ਜਿਹੜੀ ਅਸੀਂ ਵਿਚਾਰਾਂ ਕਰਦੇ ਹਾਂ। ਇਹ ਵੀ ਸਾਡਾ ਹੀ ਪਹਿਲਾ ਪਲੇਟਫਾਰਮ ਹੈ ਜਿਹੜੀਆਂ ਖੁੱਲੀਆਂ ਵਿਚਾਰਾਂ, ਬਿਲਕੁਲ ਵਿਚਾਰਾਂ ਜ਼ਿਆਦਾ ਕਰਦੇ ਆ। ਸ਼ਬਦ ਇੱਕ ਵੀਰ ਨੇ ਕੀਤਾ, ਉਸ ਤੋਂ ਬਾਅਦ ਸਾਰਿਆਂ ਨੇ ਫਿਰ ਖੁੱਲੀਆਂ ਵਿਚਾਰਾਂ ਕੀਤੀਆਂ। ਔਰ ਜਿਹੜੇ ਕਰਦੇ ਨੇ, ਜਿਹੜੇ ਵੀਰ ਕਰ ਰਹੇ ਨੇ, ਉਹਨਾਂ ਨੂੰ ਹੋਰ ਮੁਬਾਰਕ ਹੈ ਜੀ, ਉਹ ਕਰਦੇ ਨੇ, ਉਹਨਾਂ ਨੂੰ ਬਹੁਤ ਮੁਬਾਰਕ ਹੈ। ਸੋ ਇੱਥੇ ਇੱਕ ਨਵਾਂ ਟ੍ਰੈਂਡ ਹੋਰ ਥੋੜੇ ਦਿਨਾਂ ਤੱਕ ਉਹਦੀ ਹਲੇ ਅਸੀਂ ਪਲੈਨਿੰਗ ਕਰ ਰਹੇ ਕਿਸ ਤਰ੍ਹਾਂ ਕਰਦੇ ਹਾਂ। ਸਾਰੇ ਜਿਹੜੇ ਵੀਰ ਭੈਣ ਜੁੜੇ ਨੇ ਉਹਨਾਂ ਦਾ ਦਿਲੋਂ ਦੀ ਧੰਨਵਾਦ ਕਰਦੇ ਹਾਂ ਜੀ।